ਅੱਜ ਮੈਂ ਦੇਖਣਾ ਚਾਹੁੰਦਾ ਕੀ ਆਖਿਆ? ਤੁਹਾਡੀ ਸਮਝ ਨਹੀਂ, ਕੀ ਆਖਿਆ ਤੁਸੀਂ ਭਾਜੀ? ਮੈਂ ਬਾਈ ਇਹੀ ਥੱਲੇ ਸੁੱਟਨੇ ਆ? ਥੱਲੇ ਸੁੱਟ। ਹਾਂਜੀ ਥੱਲੇ ਕਿਉਂ ਸੁੱਟਨੇ ਤੁਹਾਨੂੰ ਭਾਜੀ? ਉਹ ਕਿਹੜੀ ਗੱਲ ਤੋਂ ਥੱਲੇ ਸੁੱਟਣਾ ਵੀਰ ਜੀ? 313 ਬਾਈ ਨੂੰ ਪਤਾ ਹੀ ਆ, 313 ਬਾਈ ਤਾਂ ਮੈਂ ਨਾ ਵੈਸੇ ਥੋੜਾ ਜਦੋਂ ਜਿਹਾ 313 ਨੇ ਤੁਹਾਨੂੰ ਥੱਲੇ ਸੁੱਟਣਾ ਹੁੰਦਾ ਤੇ ਤੁਹਾਨੂੰ ਚੁੱਕਦਾ ਹੀ ਨਹੀਂ। ਅਗਰ ਤੁਸੀਂ ਕੋਈ ਕੰਮ ਦੀ ਗੱਲ ਕਰਨੀ 100 ਬਿਸਮਿਲ੍ਲਾ ਕਰੋ, ਲੇਕਿਨ ਸਾਡਾ ਵੀ ਦਿਮਾਗ ਨਾ ਮਾਫ ਕਰਿਆ ਜੇ। ਬਸ ਇੰਨੀ ਜੀ ਗੁਜ਼ਾਰਿਸ਼ ਹੈ, ਉਸਤਾਦ ਜੀ ਬੈਠੇ ਨੇ, ਜਿਹੜੇ ਮੌਜੂ ਤੇ ਗੱਲ ਕਰਨੀ ਹੈ, ਜਿਹੜੀ ਗੁਫ਼ਤਗੂ ਤੁਹਾਨੂੰ ਪਸੰਦ ਹੈ ਉਹ ਮੌਜੂ ਚੂਜ਼ ਕਰ ਲਓ, ਗੁਫ਼ਤਗੂ ਕਰੋ, ਸੱਜੇ ਖੱਬੇ ਦੀ ਨਾ ਮਾਰੋ, ਉਹ ਗੁਫ਼ਤਗੂ ਕਰੋ ਜਿਹੜਾ ਤੁਹਾਡੇ ਸੇ ਵੀ ਕੋਈ ਫਾਇਦਾਮੰਦ ਹੋਏ, ਸਾਡੇ ਸੇ ਵੀ ਕੋਈ ਫਾਇਦਾ ਦੇਵੇ। ਹਾਂਜੀ ਭਾਈ ਚਲੋ ਮੈਂ ਗੁਫ਼ਤਗੂ ਸ਼ੁਰੂ ਕਰ ਦੇਣਾ ਭਾਜੀ। ਮਰਨ ਤੋਂ ਬਾਅਦ ਕੋਈ ਲਾਈਫ ਨਹੀਂ ਹੈਗੀ, ਕੋਈ ਬੰਦਾ ਨਹੀਂ, ਕੋਈ ਜੰਨਤ ਨਹੀਂ ਭਾਜੀ, ਹਨਾ ਜੀ। ਅਸੀਂ ਐਵੇਂ ਲੋਕਾਂ ਨੂੰ ਐਵੇਂ ਭੜਕਾਈ ਜਾਂਦੇ ਆ, ਲੋਕਾਂ ਦੇ ਆਲੇ ਦੁਆਲੇ ਬਾਈ ਗੱਲਾਂ ਕਰੀ ਜਾਂਦੇ ਆ, ਕੌਣ ਕੀ ਸਮਝਦਾ, ਕੁਛ ਨਹੀਂ ਹੈਗਾ ਭਾਜੀ। ਠੀਕ ਹੈ ਜੀ, ਠੀਕ ਹੈ। ਜੇ ਤੁਹਾਨੂੰ ਇਹ ਗੱਲ ਠੀਕ ਲੱਗਦੀ ਹੈ ਤਾਂ ਤੁਸੀਂ ਭਾਜੀ ਕਹਿ ਦਿਓ ਹਾਂ, ਜੇ ਤੁਹਾਨੂੰ ਨਹੀਂ ਗੱਲ ਠੀਕ ਲੱਗਦੀ ਤੁਸੀਂ ਕਹਿ ਦਿਓ ਭਾਈ ਹਾਂਜੀ ਸਾਨੂੰ ਨਹੀਂ ਗੱਲ ਠੀਕ ਲੱਗਦੀ, ਕਿਉਂਕਿ ਜੀ ਮਰਨ ਤੋਂ ਭਾਈ ਬਾਅਦ ਸਾਨੂੰ ਨਹੀਂ ਲੱਗਦੀ, ਲੋਕਾਂ ਨੂੰ ਬੇਵਕੂਫ ਬਣਾ ਰਹੇ ਤੁਹਾਨੂੰ ਨਹੀਂ ਲੱਗਦੀ ਵੀਰ ਜੀ? ਸਾਨੂੰ ਨਹੀਂ ਲੱਗਦੀ, ਅੱਗੇ ਗੱਲ ਕਰੋ। ਇਹ ਛੋਟਾ ਜਿਹਾ ਸਵਾਲ ਹੈ ਇੱਕ ਨਹੀਂ ਨਹੀਂ ਨਜਫ ਨਜਫ ਸਵਾਲ ਨਹੀਂ ਕਰਨਾ, ਇੱਕ ਮਿੰਟ ਇੱਕ ਸਵਾਲ ਨਹੀਂ ਕਰਨਾ। ਪਲੀਜ਼ ਹਾਂਜੀ, ਬੋਲੋ। ਪਲੀਜ਼ ਪਲੀਜ਼। ਅੱਛਾ ਤੁਸੀਂ ਵਾਕਈ ਸਰਦਾਰ ਹੋ, ਸਿੱਖ ਹੋ ਹਾਂਜੀ ਭਾਜੀ? ਭਾਜੀ ਬਿਲਕੁਲ ਹਾਂਜੀ 100% ਭਾਜੀ। 100% ਉਹ ਤਾਂ ਸਿੱਖਾਂ ਦੇ ਵਿੱਚ ਇੱਕ ਫੇਥ ਪਾਇਆ ਜਾਂਦਾ ਹੈ ਕਿ ਮਰਨ ਤੋਂ ਬਾਅਦ ਉਹ ਤੁਸੀਂ ਜਰਾ ਫੇਥ ਤੇ ਬਿਆਨ ਕਰ ਦਿਓ, ਚਲੋ ਤਾਂ ਕਿ ਤੁਹਾਡਾ ਵੀ ਜਿਹੜਾ ਤੁਸੀਂ ਫੇਥ ਸਮਝਦੇ ਸੇਮ ਉਹੀ ਬਾਈ ਫੇਥ ਸਮਝਦੇ ਆ ਕਿ ਅਸੀਂ ਬਾਈ ਮਰਨ ਤੋਂ ਬਾਅਦ ਸਵਰਗ ਦੇ ਵਿੱਚ ਜਾਵਾਂਗੇ, ਕਿਸੇ ਨੇ ਨਹੀਂ ਜਾਣਾ ਭਾਜੀ। ਬਿਲਕੁਲ ਫੇਥ ਸੇਮ ਫੇਥ ਨਹੀਂ ਹੈ ਮਰਨ ਤੋਂ ਬਾਅਦ। ਮੈਂ ਨਾ ਬਿਲਕੁਲ ਸੇਮ ਫੇਥ ਨਹੀਂ ਹੈ। ਕਿਉਂ ਤੁਸੀਂ ਗਲਤ ਬਿਆਨੀ ਕਰ ਰਹੇ ਹੋ? ਹਾਂਜੀ ਚਲੋ ਤੁਸੀਂ ਸਹੀ ਕਰ ਲਿਓ ਭਾਜੀ। ਮਤਲਬ ਤੁਹਾਡੇ ਵਿੱਚ ਮਰਨ ਤੋਂ ਬਾਅਦ ਇੱਕ ਹੋਰ ਫੇਥ ਹੈ, ਔਰ ਉਹ ਉਨੀ ਦੇਰ ਤੱਕ ਕੰਪਲੀਟ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹ, ਯਾਨੀ ਕਿ ਤੁਸੀਂ ਸਵਰਗ ਉਨੀ ਦੇਰ ਤੱਕ ਨਹੀਂ ਜਾਂਦੇ ਜਿੰਨੀ ਦੇਰ ਤੱਕ ਉਹ ਤੁਹਾਡਾ ਫੇਥ ਕੰਪਲੀਟ ਨਹੀਂ ਹੁੰਦਾ। ਦੱਸ ਦਿਓ ਜ਼ਰਾ। ਹਾਂਜੀ ਮੈਂ ਤੁਹਾਨੂੰ ਦੱਸਤਾ ਭਾਈ, ਤੁਸੀਂ ਮੈਨੂੰ ਕਲੀਅਰ ਕਰ ਦਿਓ ਤੁਸੀਂ ਕੀ ਕਹਿਣਾ ਚਾਹੁੰਦੇ। ਮੈਂ ਤਾਂ ਤੁਹਾਨੂੰ ਦੱਸਤੀ ਹੋਈ ਗੱਲ ਭਾਜੀ। ਯਾਨੀ ਕਿ ਮਰਨ ਤੋਂ ਬਾਅਦ ਤੁਹਾਡਾ ਕੋਈ ਇਹ ਨਹੀਂ ਹੈ ਕਿ ਤੁਸੀਂ ਦੂਸਰੀ ਦਫਾ ਜਨਮ। ਚਲੀਏ ਮਲਕ ਦੀ ਬਰਾੜ ਦੇ ਜਿਸਮ ਬੰਦਾ ਤੁਸੀਂ ਕੋਈ ਨਹੀਂ ਹੁੰਦਾ, ਉਸ ਟਾਈਮ ਕੋਈ ਨਹੀਂ ਬੋਲਦੇ, ਜਿਸ ਟਾਈਮ ਤੁਸੀਂ ਹੁੰਦੇ ਉਹਦੇ ਸਾਰੇ ਮਾਮੇ ਬਚ ਜਾਂਦੇ। ਗੱਲ ਕਰੋ ਤੁਸੀਂ ਅਮਰ ਭਾਈ ਦੀ ਤੇ ਉਹ ਚਲੀਏ ਮਲਕ ਦੀ ਬਰਾੜ ਦੇ ਬੈਠਿਆ ਜੇ ਮਲਕ ਅੰਦਾ ਜੀ ਸਾਹਿਬ ਨੂੰ ਕਰਨ ਤੋਂ ਬਾਅਦ ਚਲੋ ਚਲੀਏ ਅੰਦਿਆ ਅਜ਼ਰੋ ਲਾਈਫ ਬਬੈਨੇ ਲੁਈ ਦੇ ਸੋ ਕਿਆਮਾ। ਅੱਛਾ ਗੱਲ ਕਰਨ ਦੋ ਉਹਨਾਂ ਨੂੰ, ਕੋਈ ਨਹੀਂ ਗੱਲ ਕਰਨ ਦੱਸੋ ਨਾ ਗੱਲ। ਹਾਂਜੀ ਵੀਰ ਜੀ, ਇਹ ਜਿਹੜਾ ਹਿੰਦੂਆਂ 'ਚ ਕੀਤਾ ਪਾਇਆ ਜਾਂਦਾ ਹੈ ਵੀ ਉਹ 7 ਜਨਮ ਕੇ ਜਨਮ ਹੁੰਦਾ ਹੈ, ਉਹ ਤੇ ਗਲਤ ਹੈ। ਸਿੱਖਾਂ 'ਚ ਕੋਈ ਨਹੀਂ ਇਹੋ ਜਿਹਾ ਕੋਈ ਕੀਤਾ ਪਾਇਆ ਜਾਂਦਾ ਫੇਥ ਜਾਂਦਾ ਵੀ ਦੁਬਾਰਾ ਜਨਮ ਹੁੰਦਾ ਹੈ ਜਾਂ? ਹਾਂਜੀ ਨਹੀਂ ਕੋਈ ਜਨਮ ਨਹੀਂ ਹੁੰਦਾ ਭਾਜੀ। ਉਹ ਭਾਈ ਉਹ ਟਾਈਮ ਦੀਆਂ ਗੱਲਾਂ ਭਾਜੀ। ਉਹ ਭਾਈ ਉਹਨੇ 7 ਕਹਿਤਾ, ਅਸੀਂ ਭਾਜੀ ਇੱਕ ਦੀ ਗੱਲ ਕਰਦੇ ਆਂ ਵੀ ਅੱਛਾ ਮਰਨ ਤੋਂ ਬਾਅਦ ਬਾਈ ਆਪਾਂ ਸਵਰਗ 'ਚ ਚਲੇ ਜਾਵਾਂਗੇ ਜਾਂ ਜੰਨਤ 'ਚ ਚਲੇ ਜਾਵਾਂਗੇ। ਠੀਕ ਆ, ਉਹ ਕਿਉਂਕਿ ਪੁਰਾਣਾ ਧਰਮ ਆ ਨਾ, ਲੋਕਾਂ ਦੀ ਬਾਈ ਸੋਚ ਦੇ ਹਿਸਾਬ ਨਾਲ ਭਾਜੀ ਸਾਰੀ ਮਤਲਬ ਲੋਕਾਂ ਨੂੰ ਆਪਾਂ ਕਿੱਦਾਂ ਮੂਰਖ ਬਣਾਉਣਾ ਨਾ ਭਾਜੀ। ਹਾਂ ਉਹ ਤਾਂ ਕਰਕੇ ਥੋੜਾ ਜਿਹਾ ਉਹ ਪੁਰਾਣਾ ਜਿੰਨਾ ਤੁਸੀਂ ਪੁਰਾਣੇ ਫਿਰ ਭਾਜੀ ਜਿੱਦਾਂ ਤੁਸੀਂ ਪੁਰਾਣਾ ਜਾਈ ਜਾਓਗੇ ਇੱਕ ਟਾਈਮ ਤੇ ਭਾਜੀ ਤੁਹਾਨੂੰ ਇਦਾਂ ਦਾ ਟਾਈਮ ਮਿਲ ਜਾਣਾ ਭਾਜੀ ਉੱਥੇ ਅੱਗ ਦੀ ਖੋਜ ਹੋਈ, ਪਹਿਲਾਂ ਅੱਗ ਵੀ ਨਹੀਂ ਬਲਦੀ ਹੁੰਦੀ ਸੀ ਨਾ। ਉਹ ਤਾਂ ਕਰਕੇ ਭਾਜੀ ਉਹ ਪੁਰਾਣਾ ਆ, ਲੋਕਾਂ ਨੂੰ ਬਈ ਸਮਝ ਹੈ ਨਹੀਂ ਸੀ ਨਾ, ਉਹ ਚੱਕਰ ਆ ਭਾਜੀ ਥੋੜਾ। ਅੱਛਾ ਇਹ ਜਿਹੜਾ ਤੁਸੀਂ ਬੰਦੇ ਨੂੰ ਮਰਨ ਤੋਂ ਬਾਅਦ ਸਾੜਦੇ ਹੋ ਨਾ, ਇਹ ਤੇ ਹਿੰਦੂ ਵੀ ਇੰਝ ਕਰਦੇ ਨੇ ਨਾ? ਹਾਂਜੀ। ਅੱਛਾ ਇਹ ਸਾਨੂੰ ਤੇ ਹੁਣ ਹੀ ਪਤਾ ਲੱਗਿਆ ਸੋਸ਼ਲ ਮੀਡੀਆ ਦੇ ਆਉਣ ਦੀ ਵਜ੍ਹਾ ਨਾਲ ਹੀ, ਪਹਿਲਾਂ ਕੋਈ ਨਹੀਂ ਸੀ ਪਤਾ। ਸਮਝਿਆ ਵੀ ਸਿੱਖ ਜਿਹੜੇ ਨੇ ਉਹ ਨਹੀਂ ਸਾੜਦੇ ਬਾਡੀ ਨੂੰ। मैं एक मिनट आया, तुसी गल करो, मैं आन लगा हां थल्ले के बंदे। ठीक हो गया, मैं आप भी तो सुना दे उस्ताद जी, सुनना ਸੁਣਨਾ भी नहीं ਸ਼ੁਕਰ पता। ਕਰਿਆ ਕਰੋ ਭਾਜੀ, ਤੁਹਾਨੂੰ ਹਨਾ ਥੋੜੀ ਜੀ ਨਹੀਂ ਹੁਣ ਭਾਈ ਸਾਹਿਬ ਜਬ ਨੂੰ ਮੌਕਾ ਦਵੋ ਮੈਂ ਹੁਣ ਅੰਦਰ ਭਾਈ ਇਹ ਨਾ ਮਸਰੂਫ ਤੁਸੀਂ ਨਹੀਂ ਬੋਲਣਾ ਨਾ, ਜੇ ਸਾਹਿਬ ਬੋਲੋ ਜ਼ਰਾ। ਹੁਣ ਤੁਹਾਡੀ ਵਾਰੀ ਨੂੰ ਕਿਹਾ ਨਾ ਕਿ ਮੈਨੂੰ ਕੋਈ ਸਵਾਰੀ ਆ ਗਈ ਤੇ ਜਾਂ ਮੇਰਾ ਕੋਈ ਕਸਟਮਰ ਆ ਗਿਆ ਤਾਂ ਮੈਂ ਪਾ ਲੈਣਾ, ਲੰਮਿਆ ਕਰੋ ਗੱਲ ਇਹਨਾਂ ਨਾਲ। ਚਲੇ ਭਾਈ ਠੀਕ ਹੋਗਾ ਜਿਵੇਂ ਤੁਸੀਂ ਹੁਕਮ ਕਰੋ। ਨਜਫ ਸੁਣ ਤੇ ਲੈ ਨਾ ਮੇਰੀ ਗੱਲ। ਮੈਂ ਕਿਹਾ ਇੱਥੇ ਗੁਰਦੁਆਰਾ ਸੀ ਤੇ ਪਾਕਿਸਤਾਨ ਨੂੰ ਆਏ, ਤੁਹਾਨੂੰ ਪਤਾ ਨਹੀਂ ਚੱਲਿਆ ਗੁਰਦੁਆਰਾ ਹੈ, ਉਹਨੇ ਸਮਝਿਆ ਦਰਬਾਰ ਹੈ। ਅੰਦਰ ਜਾ ਕੇ ਨਮਾਜ਼ ਪੜ੍ਹਨਾ ਸ਼ੁਰੂ ਹੋ ਗਿਆ। ਉਹਨਾਂ ਕੋਲ 2 ਨਫਲ ਪੜ੍ਹੇ ਤੇ ਉਹ ਸਰਦਾਰ ਜੀ ਆਏ ਤੇ ਪਤਾ ਨਾ ਉਹ ਬੁੱਕਰ ਜੀ ਹੁੰਦੀ ਹੈ, ਉਹ ਕਵਰ ਦੇ ਉੱਤੇ ਮਾਰਦੇ ਨੇ ਤੇ ਤਾਂ ਪਤਾ ਚੱਲਿਆ ਕਿ ਇਹ ਗੁਰਦੁਆਰਾ ਹੈ। ਮੈਨੂੰ ਬਾਹਰ ਕਹਿੰਦੇ ਨੇ ਇਹ ਮਸਜਿਦ ਨਹੀਂ। ਮੈਂ ਕਿਹਾ ਤੁਹਾਨੂੰ ਲਵੇ ਮੌਲਾ, ਤੁਸੀਂ ਕਿੱਥੇ ਵੜ ਆਏ ਹੋ? ਅੱਛਾ ਮੈਂ ਨਾ ਤੁਹਾਨੂੰ ਇੱਕ ਚੀਜ਼ ਦੱਸਾਂ, ਆਪਣਾ ਬਹਿਰੀਨ ਮੇਰਾ ਬਾਈ ਤੁਸੀਂ ਨਾ ਇਦਾਂ ਦੇ ਜੋਕ ਤਾਂ ਬੜੇ ਵਧੀਆ, ਮੈਨੂੰ ਹਾਸਾ ਵੀ ਨਹੀਂ ਆਉਂਦਾ, ਤੁਸੀਂ ਜੋਕ ਵੀ
ਕਹਿੰਦੇ ਪਤਾ ਅੱਛਾ ਨਹੀਂ ਤੁਸੀਂ ਨਾ ਹੱਸੋ ਮੈਂ ਤੇ ਉਹਨਾਂ ਕੋਲ ਇਹਨੂੰ ਹੱਸ ਕੰਪਲੀਟ ਕਰਨ ਦਿਓ ਗੱਲ। ਮੈਂ ਜਿਹੜੀ ਗੱਲ ਇਹਨਾਂ ਕੋਲੋਂ ਪੁੱਛੀ ਸੀ, ਇਹਨਾਂ ਦੇ ਵਿੱਚ ਨਾ ਇੱਕ ਫੇਥ ਪਾਇਆ ਜਾਂਦਾ ਹੈ, ਠੀਕ ਇਹ ਹੈ, ਪਤਾ ਜਿਵੇਂ ਸਾਰਿਆਂ ਤੁਸੀਂ ਨੂੰ ਪਤਾ ਹੈ। ਦੱਸੀ ਨਾ ਇਹਨੂੰ ਹਾਂ ਇਹ ਹਾਂ ਕੀ ਕਹਿੰਦਾ ਇਹ ਤੇ ਧਰਮ ਨੂੰ ਨੀਰੇ ਭੰਡੀ ਸਮਝਦਾ। ਹਾਂ ਇਹੋ ਜੀ ਗੱਲ ਉਹਦੀ ਜਾ ਕੇ ਕਰੇ ਤਾਦਾਦ ਪੰਜਾਬ ਅਨਲਿਮਿਟਿਡ ਹੈ, ਅਨਲਿਮਿਟਿਡ ਹੈ। ਇਹ ਦੇ ਜਿਵੇਂ ਪਿਆਦ ਹੈ ਨਾ ਕਿ ਇਹ ਕਹਿ ਰਹੇ ਨੇ ਕਿ ਸਿਰਫ ਇੱਕ ਵਾਰੀ ਮਰਨਾ ਹੈ ਵੱਲਾ ਉਹ। ਮੈਨੂੰ ਪਤਾ ਹੈ। ਹਾਂ ਜ਼ਰੂਰਤ ਹੀ ਨਹੀਂ ਦੱਸਣ ਦੀ, ਕਿਉਂ ਦੱਸੀ? ਉਹ ਸਾਡੇ ਕੋਲ ਸਿੱਖ ਕਹੇਗਾ ਬਈ ਮੈਂ ਸਿੱਖ ਹਾਂ। ਜਿਸ ਬੰਦੇ ਨੂੰ ਆਪਣੇ ਗੁਰੂ ਦਾ ਹੀ ਆ ਨਾ ਆਵੇ, ਉਹਨੂੰ ਬੰਦੇ ਨੂੰ ਕੀ ਆਖੇ ਬੰਦਾ? ਨਹੀਂ ਸਿੱਖ ਭਾਜੀ, ਤੁਸੀਂ ਸਿੱਖਾਂ ਨੂੰ ਭਰਾ ਵੀ ਕਹਿੰਦੇ ਆ, ਫਿਰ ਤੁਸੀਂ ਇਹ ਵੀ ਕਹੀ ਜਾਂਦੇ ਕਿ ਉਹ ਸਿੱਖ ਆ ਇਦਾਂ ਵੀ ਨਾ ਕਹੋ ਜੀ ਫਿਰ ਜੀ ਭਾਜੀ। ਪੱਗ ਜਾਂ ਬੰਨ੍ਹਣਾ ਤਾਂ ਨਹੀਂ ਭਰਾ ਬੰਦੇ ਨਾ ਕਹੋ ਫਿਰ, ਜਾਂ ਤਾਂ ਭਾਈ ਉਹਨਾਂ ਨੂੰ ਯਮੁਨਾ ਕਹਿ ਦੋਗੇ ਸਾਡੇ ਦੁਸ਼ਮਣ ਆ ਭਾਜੀ, ਇਦਾਂ ਗੱਲ ਕਰ ਲਓ ਭਾਜੀ। ਭਜਨ ਸਿੱਖ ਤੇ ਸਾਨੂੰ ਆਪਣੀ ਜਾਨਾਂ ਦੇ ਨਾਲ ਵੀ ਜ਼ਿਆਦਾ ਪਿਆਰ ਕਰਦੇ ਆ। ਹਾਂਜੀ ਲਾਹੌਰ ਦੇ ਨਾਲ ਤੇ ਆ ਕੇ ਮੈਨੂੰ ਕੱਲੀ ਨਹੀਂ ਤੁਹਾਡੇ ਤੇ ਕੋਲ ਤੁਸੀਂ ਤੇ ਆਪ ਹੀ ਕਹਿੰਦੇ ਬਈ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ, ਧਰਮ ਨੂੰ ਨੀਰੀ ਭੰਡੀ ਮੰਨਦਾ ਭਾਜੀ। ਪਰ ਮੈਂ ਫਿਰ ਹੈਗਾ ਤੁਸੀਂ ਤਾਂ ਹਿੰਦੂ ਸਿੱਖ ਬਣ ਆ ਜਾਣਾ। ਨਾ ਭਾਜੀ, ਮੈਂ ਹੈਗਾ ਤਾਂ ਸਿੱਖ ਆ। ਇਹ ਜ਼ਰੂਰੀ ਥੋੜੀ ਧਰਮ ਨੂੰ ਮੰਨ ਕੇ ਸਿੱਖ ਬਣਨਾ ਭਾਜੀ। ਹੁਣ ਮੈਂ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋਇਆ, ਜਿਹਨੂੰ ਮੇਰੀ ਗੱਲ ਸੁਣਿਆ ਤੁਸੀਂ, ਜਿਹਨੂੰ ਹਨਾ ਆਪਣਾ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਆ ਕਿ ਮੁਸਲਮਾਨ ਸੀ, ਉਹ ਵੀ ਤਾਂ ਬਈ ਹਿੰਦੂਆਂ ਦੇ ਘਰ ਪੈਦਾ ਹੋਇਆ ਸੀ। ਹੁਣ ਮੈਂ ਵੀ ਸਿੱਖਾਂ ਦੇ ਘਰ ਹੀ ਪੈਦਾ ਹੋਇਆ, ਮੇਰੀ ਬਈ ਸੋਚ ਵੱਖਰੀ ਆ, ਉਹਦੀ ਸੋਚ ਵੱਖਰੀ। ਫਿਰ ਤੁਸੀਂ ਉਹਨਾਂ ਨੂੰ ਕਿਉਂ ਕਹਿ ਰਹੇ ਆ ਭਾਜੀ ਅੱਜ ਕਿ ਉਹ ਸਾਡੇ ਬਾਬਾ ਜੀ ਆ ਭਾਜੀ, ਉਹ ਮੁਸਲਮਾਨ ਆ ਬਾਬਾ ਜੀ ਹਨਾ? ਉਹ ਸੇਮ ਕੌਣ ਚੀਜ਼ ਹੀ ਆ ਕਹਿੰਦਾ ਨਾ। ਮੁਸਲਮਾਨ ਨੇ? ਦੋ ਗੱਲਾਂ ਨਾ ਕਰਿਆ ਕਰੋ ਭਾਜੀ, ਇੱਕ ਗੱਲ ਤੇ ਰਿਹਾ ਕਰੋ ਨਾ। ਮਿਰਜ਼ਾ ਕਾਦੀਆਨੀ ਨੇ ਲਿਖਿਆ ਹੈ ਉਹ ਝੋਲਾ ਬਣਾ ਕੇ ਗੁਰੂ ਨਾਨਕ ਸਾਹਿਬ ਦਾ ਕਿ ਆਇਤਾ ਲਿਖ ਕੇ ਬਈ ਮੁਸਲਮਾਨ ਸਨ। ਉਹ ਝੋਲਾ ਸਾਨੂੰ ਵਿਖਾ ਦਿਓ, ਉਹ ਕਿੱਥੇ ਲਿਖਿਆ ਉਹਨਾਂ ਨੇ? ਕਾਦੀਆਨੀ ਨੇ ਭਾਜੀ, ਕਾਦੀਆਨੀ ਨੇ ਨਹੀਂ ਲਿਖਿਆ ਉਹ ਭਾਜੀ। ਜਦੋਂ ਹਨਾ ਉਹ ਗੱਲਾਂ ਸੀ ਨਾ, ਜਦੋਂ ਉਹਨਾਂ ਦੇ ਆਪਣਾ ਗੁਰੂ ਨਾਨਕ ਯਾਨੀ ਦੇਵ ਕਿ ਜੀ ਮੈਂ ਦੇ ਤੁਹਾਨੂੰ ਉਸ ਕੱਪੜਿਆਂ ਦੇ ਦਿਨ ਆਇਤਾਂ ਕੈਮਰਾ ਜਦੋਂ ਖੋਲ ਕੇ ਲਿਖੀਆਂ ਗਈਆਂ, ਜਦੋਂ ਆਇਤਾਂ ਲਿਖੀਆਂ ਗਈਆਂ, ਉਦੋਂ ਕਾਦੀਆਨੀ ਨਹੀਂ ਹੈਗੇ ਸੀ ਭਾਜੀ, ਠੀਕ ਹੈ ਜੀ। ਤੇ ਉਹੀ ਕਹਿੰਦੇ ਨਾ ਝੂਠ ਮਾਰਿਆ ਨਾ ਗੁਰੂ ਨਾਨਕ ਸਾਹਿਬ ਬਸੇ ਹਾਂ ਝੂਠ ਹੀ ਹੈ ਫਿਰ ਭਾਜੀ। ਹਾਂ ਉਹ ਮੈਂ ਤਾਂ ਕਹਿੰਦਾ ਮਾਰੇ ਮੁਸਲਮਾਨਾਂ ਨੇ ਭਾਜੀ, ਬਾਅਦ ਚੋਂ ਆਇਤਾਂ ਲਿਖਤੀਆਂ ਕੱਪੜਿਆਂ ਤੇ ਕਿ ਹਿੰਦੂਆਂ ਨੂੰ ਬਾਅਦ ਚੋਂ ਬਾਈ ਆਪਣੇ ਨਾਲ ਇਹਦੀ ਦਲੀਲ ਦੇਖੋ, ਤੁਸੀਂ ਜਿੱਥੇ ਰਹਿੰਦੇ ਹੋ ਆਸਟ੍ਰੇਲੀਆ, ਸੁਣ ਤੇ ਲਵੋ ਨਾ, ਗੱਲ ਬੜੀ ਸੁਣ ਲਵੋ। ਆਸਟ੍ਰੇਲੀਆ ਦੇ ਅੰਦਰ ਤੁਸੀਂ ਰਹਿੰਦੇ ਹੋ, ਤੁਸੀਂ ਕੋਈ ਜਾ ਕੇ ਕੰਪਲੇਨ ਕਰਦੇ ਹੋ ਕਿਸੇ ਦੇ ਖਿਲਾਫ, ਤੇ ਉਹਦੀ ਅਗਰ ਐਵੀਡੈਂਸ ਨਹੀਂ ਦਿੰਦੇ ਕਿ ਉਹ ਕੰਪਲੇਨ ਦਰੁਸਤ ਮੰਨੀ ਜਾਂਦੀ ਹੈ ਜਾਂ ਨਹੀਂ। ਤੁਸੀਂ ਇੱਕ ਇਤਰਾਜ਼ ਕਰ ਰਹੇ ਹੋ ਮੁਸਲਮਾਨਾਂ ਦੇ ਉੱਤੇ, ਮੁਸਲਮਾਨ ਉਮਤ ਦੇ ਉੱਤੇ, ਮੁਸਲਮਾਨ ਕਾਬਰੀਨ ਦੇ ਉੱਤੇ ਕਿ ਮੁਸਲਮਾਨਾਂ ਨੇ ਗੁਰੂ ਨਾਨਕ ਸਾਹਿਬ ਦੇ ਝੋਲੇ ਦੇ ਉੱਤੇ ਆਇਤਾਂ ਲਿਖੀਆਂ ਕਿ ਨਬੀ ਬਣਾ। ਇਹਦਾ ਐਵੀਡੈਂਸ ਕੀ ਹੈ? ਦਲੀਲ ਕੀ ਹੈ ਤੁਹਾਡੇ ਕੋਲ? ਨਹੀਂ ਭਾਈ ਲਿਖਣੀ ਹੈ ਕਿਹਨੂੰ? ਆਪਣਾ ਤੁਹਾਡਾ ਦਿਮਾਗ ਕੰਮ ਕਰਦਾ ਐਵੀਡੈਂਸ ਕਿਤਾਬਾਂ ਪੜ੍ਹੀ ਜਾਂਦੀਆਂ। ਮੈਂ ਕਿਹਾ ਜਨਾਬ ਉਹੀ ਕਹਿ ਰਿਹਾ ਨਾ, ਐਵੀਡੈਂਸ ਕੀ ਹੈ ਤੁਹਾਡੇ ਕੋਲ? ਦਲੀਲ ਕੀ ਜਾਂ ਹੈ? ਭਾਜੀ ਤੁਹਾਡਾ ਦਿਮਾਗ ਵੀ ਹੈਗਾ ਭਾਈ, ਥੋੜਾ ਬਹੁਤਾ ਚੱਲਦਾ ਕਿ ਨਹੀਂ ਚੱਲਦਾ? ਜਨਾਬ ਮੈਂ ਕਹਿ ਰਿਹਾ ਦਲੀਲ ਕੀ ਹੈ ਇਸ ਸ਼ੈ ਦੀ? ਹਾਂਜੀ ਚਲੋ ਮੈਂ ਤੁਹਾਨੂੰ ਦਲੀਲ ਦੇ ਦਿੰਦਾ। ਤੁਸੀਂ ਭਾਜੀ ਅੱਜ ਦੀ ਗੱਲ ਕਰਨ ਦੇ ਆਸਟ੍ਰੇਲੀਆ ਦੀ ਭਾਜੀ। ਅੱਜ ਤੋਂ ਆਸਟ੍ਰੇਲੀਆ ਵਿੱਚ 500 ਸਾਲ ਪਹਿਲਾਂ ਇੱਥੇ ਆਦਿ ਮਾਨਵ ਰਹਿੰਦੇ ਹੁੰਦੇ ਸੀ, ਉਹ ਵੀ ਹੈ ਨਹੀਂ ਭਾਜੀ। ਆਦਿ ਮਾਨਵ ਤੇਰੀ ਮਾਂ ਦਾ ਫੁੱਦਾ ਮਾਰਦੇ ਹੁੰਦੇ ਸੀ, ਬ੍ਰੇਨ ਡੈਡ ਤੇਰੀ ਭੈਣ ਦੇ ਘੂਸੇ ਚਲਨ, ਭੈਣ ਦਾ ਲੋੜਾ ਤੇਰੀ ਮਾਂ ਦੇ ਫੁੱਦੇ ਚਲਨ, ਭੈਣ ਚੋਦਾ ਮਰਜ਼ਾਈ ਦੇਖੋ, ਦਸਤੀ ਮਾਂ ਦੇ ਬੱਚਿਆ। ਦੇਖੋ ਮਰਜ਼ਾਈ ਆ ਕੇ ਦੇਖੋ ਹੁਣ ਗਾਲਾਂ ਕੱਢਦੇ ਆ। ਮੈਨੂੰ ਮੈਂ ਟੱਕਰ ਲੂੰ, ਕੋਈ ਚੱਕਰ ਨਹੀਂ, ਟੈਨਸ਼ਨ ਨਾ ਲੈ। ਸਰਦਾਰ ਤੇਰੇ ਮੈਂ ਹਿੰਦੂਆਂ ਦਾ ਉਹ ਹਾਲ ਕਰੂੰਗਾ, ਤੂੰ ਯਾਦ ਰੱਖੇਗਾ ਮਗੈਂਬੋ, ਟੈਨਸ਼ਨ ਨਾ ਲੈ। ਇਹ ਕੌਣ ਹੈ? ਮਨਾ ਕਰ ਤੇਰੀ ਤੁਸੀਂ ਸਾਰਾ ਦਿਨ ਨਾਲ ਬਹਿੰਦੇ ਹੋ ਭਾਜੀ, ਤੂੰ ਯਾਰ ਵਿਚਾਰੇ ਸਰਦਾਰ ਭਾਈ ਨੇ ਭਾਜੀ ਗਾਲਾਂ ਕੱਢਦੇ ਆ, ਠੀਕ ਆ ਤੁਹਾਡੀ ਗੱਲ ਸਹੀ ਹੈ ਭਾਜੀ, ਮੈਂ ਤੁਹਾਡੀ ਗੱਲ ਠੀਕ ਆ, ਮੈਨੂੰ ਕੱਢਦੇ ਆ ਗਾਲਾਂ ਭਾਜੀ। ਇਹ ਹਿੰਦੂ ਕੋਈ ਗੱਲ ਨਹੀਂ, ਤਾਂ ਕੀ ਕੱਢਦੇ ਨੇ ਤੇ ਕੱਢਣ ਦੋ। ਉਹ ਯਾਰ ਮੰਗੈਮੋ ਭਾਈ, ਅਗਰ ਤੁਸੀਂ ਆਣਾ ਉੱਤੇ ਤੇ ਆ ਕੇ ਗੱਲ ਕਰੋ, ਇਤਰਾਮ ਨਾਲ ਕਰੋ। ਨਹੀਂ ਨਾ ਲਿਆ ਜੇ, ਨਾ ਲਿਆ ਜੇ, ਮੈਂ ਗਾਲਾਂ ਨਾ ਕੱਢਿਓ, ਗਾਲ ਨਾ ਕੱਢਿਓ, ਨਹੀਂ ਭਾਜੀ ਮੈਂ ਤਾਂ ਨਹੀਂ ਨਾ ਗਾਲ ਨਾ ਕੱਢਿਓ। ਮਾਂ ਦਾ ਫੁੱਦਾ ਪਾੜ ਕੇ ਯਾਰ ਥੱਲੇ ਲਾ ਭੈਣ ਦਾ ਲੋੜਾ ਟੱਕਰ ਮੈਨੂੰ ਤੇਰੀ ਮਾਂ ਦੇ ਘੂਸੇ ਚਲਨ, ਭੈਣ ਚੋਦਾ ਦਸਤੀ ਮਾਰ ਤੇਰਾ। ਤੇਰੀ ਲਾਈਫ ਤੇ ਟੱਕਰ ਲੂੰ, ਕੋਈ ਚੱਕਰ ਨਹੀਂ, ਟੈਨਸ਼ਨ ਨਾ ਲੈ। ਆਪਣਾ ਨਜਫ ਕਿਉਂ ਚੁੱਕਦੇ ਹੋ ਐਸੇ ਬੰਦੇ ਨੂੰ? ਕਿਸੇ ਹੋਰ ਲਾਈਵ ਤੇ ਮਿਲਿਆ ਕਰ, ਤੂੰ ਇੱਥੇ ਮਿਲਣ ਡਿਆ ਮੈਨੂੰ, ਹੋਰ ਲਾਈਵ ਤੇ ਨਹੀਂ ਆਉਣਾ, ਮੈਂ ਬੜੀਆਂ ਲਾਈਵਾਂ ਤੇ ਜਾਣਾ, ਠੀਕ ਆ? ਤੂੰ ਇੱਥੇ ਗੱਲ ਕਰਨ ਡਿਆ, ਤੈਨੂੰ ਪਤਾ ਇੱਥੇ ਹੈ ਨਾ, ਤੇਰੀ ਔਕਾਤ ਤੈਨੂੰ ਪਤਾ ਆ, ਤੂੰ ਹਨਾ ਹੋਰ ਲਾਈਵ ਤੇ ਟੱਕਰੀ ਹਿੰਦੂਆਂ ਦੀ ਲਾਈਵ ਤੇ, ਜਿੱਥੇ ਕੋਈ ਬੰਦਾ ਮੈਨੂੰ ਥੱਲੇ ਨਾ ਸੁੱਟ ਸਕੇ ਉੱਥੇ ਆਈ ਮਰਨਾ, ਫਿਰ ਮੈਂ ਤੁਹਾਨੂੰ ਦੱਸੂਗਾ। ਉਹਨਾਂ ਚੁੱਕਿਆ ਜੈਸੇ ਬੰਦੇ ਨੇ ਜਿਹੜਾ ਗਾਲਾਂ ਕੱਢਦੇ ਜਾਂ ਕਿਹੜੀ ਤੁਸੀਂ ਜ਼ਰੂਰਤ? ਜਾਣਦੇ ਹੋ ਬ੍ਰੈਂਡਨ ਸਾਹਿਬ ਇਸ ਬੰਦੇ ਨੂੰ ਤੁਸੀਂ ਜਾਣਦੇ ਹੋ? ਭਾਈ ਉਹਨਾਂ ਦਾ ਥੋੜਾ ਜਿਹਾ ਉਹ ਹੁੰਦਾ ਨਾ ਭਾਈ। ਹਾਂ ਇਹ ਹਿੰਦੂ ਆ ਭਾਈ, ਹਿੰਦੂ ਲੋਕ, ਇਹ ਖਾਲਿਸਤਾਨੀ ਹੈ ਭਾਜੀ। ਇਹ ਖਾਲਿਸਤਾਨੀ ਹੈ? ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਉਹ ਤੇ ਹਿੰਦੂਆਂ ਨੂੰ ਗਾਲਾਂ ਵੇ ਕੱਢਦਾ। ਅੱਛਾ ਇਹ ਖਾਲਿਸਤਾਨੀ, ਤੁਸੀਂ ਖਾਲਿਸਤਾਨੀ ਦੇ ਖਿਲਾਫ ਹੋ? ਭਾਜੀ ਮੈਂ ਹਾਂ ਤੁਸੀਂ ਕਹਿ ਸਕਦੇ, ਹਾਂਜੀ ਖਾਲਿਸਤਾਨੀਆਂ ਦੇ ਖਿਲਾਫ ਆ ਭਾਜੀ ਮੈਂ। ਇਹਦੀ ਕੀ ਵਜ੍ਹਾ ਹੈ ਭਾਜੀ? ਇਹਦੀ ਵਜ੍ਹਾ ਇਹ ਆ ਜਿੱਦਾਂ ਭਾਜੀ ਕਸ਼ਮੀਰ ਆ ਹਨਾ, ਹੁਣ ਭਾਜੀ ਜੇ ਮੰਨ ਲਓ ਅੱਜ ਖਾਲਿਸਤਾਨ ਦੀ ਗੱਲ ਕਰਦੇ ਪਏ ਆ ਨਾ ਭਾਜੀ, ਜਿੱਦਾਂ ਕਸ਼ਮੀਰ ਦੀ ਗੱਲ ਕੀਤੀ ਸੀ, ਇੰਡੀਆ ਨੇ ਛੱਡਤਾ, ਤੁਸੀਂ ਭਾਜੀ ਠੋਕ ਤੇ ਫੜ ਕੇ, ਫਿਰ ਇਧਰੋਂ ਭਾਜੀ ਇੰਡੀਆ ਵਾਲਿਆਂ ਨੂੰ ਆਉਣਾ ਪੈ ਗਿਆ, ਠੋਕ ਗਏ।
ਭਾਜੀ 80 ਸਾਲ ਹੋ ਗਏ ਲੋਕੀ ਭਾਜੀ ਉਹ ਅੱਜ ਭਾਜੀ ਮੈਨੂੰ ਲੱਗਦਾ ਜੇ ਭਾਈ ਉਹ ਕੰਟਰੀ ਜਾਂ ਭਾਜੀ ਪਾਕਿਸਤਾਨ ਚ ਜਾਂਦੀ ਜਾਂ ਇੰਡੀਆ ਵਿੱਚ ਜਾਂਦੀ ਕੰਟਰੀ ਨਹੀਂ ਮੈਂ ਸਟੇਟ ਕਹਿਣਾ ਭਾਜੀ ਠੀਕ ਹੈ ਜੀ ਤੇ ਉਹ ਭਾਜੀ ਹੁਣ ਵਨ ਆਫ ਦਾ ਬੈਸਟ ਹੋਣੀ ਸੀ ਪਾਕਿਸਤਾਨ ਦੀ ਵੀ ਤੇ ਇੰਡੀਆ ਦੀ ਵੀ ਭਾਜੀ ਜੇ ਪਹਿਲੇ ਹੀ ਬਾਈ ਉਹਨਾਂ ਨੇ ਕਿਹਾ ਕਿ ਅਸੀਂ ਵੱਖਰੇ ਰਹਿਣਾ ਠੀਕ ਹੈ ਜੀ ਵੱਖਰੇ ਰਹਿਣ ਦੀ ਟਰਾਈ ਕੀਤੀ ਹੈ ਉਹ ਬਾਈ ਤੇ ਮੋਗੈਂਬੋ ਸਾਹਿਬ ਇੱਕ ਮਿੰਟ ਹੈ ਜੋ ਬਰਿੰਦਰ ਸਾਹਿਬ ਇਹ ਮੋਗੈਂਬੋ ਸਾਹਿਬ ਮੈਂ ਖੁਦ ਖਾਲਿਸਤਾਨੀਆਂ ਨੂੰ ਪਸੰਦ ਕਰਨਾ ਔਰ ਮੇਰੇ ਦੋਸਤ ਨੇ ਉਹ ਸਾਰੇ ਖਾਲਿਸਤਾਨੀ ਨੇ ਤੁਸੀਂ ਉੱਤੇ ਆ ਸਕਦੇ ਹੋ ਲੇਕਿਨ ਇੱਕ ਸ਼ਰਤ ਤੇ ਕਿ ਗਾਲ ਨਹੀਂ ਕੱਢਣੀ ਤੁਸੀਂ ਗੱਲ ਕਰੋ ਇਹਨਾਂ ਨਾਲ ਤੇ ਮੈਂ ਵੀ ਤੁਹਾਡੇ ਨਾਲ ਭਾਜੀ ਲੇਕਿਨ ਇਹ ਮੂਤਰ ਪੀਣਾ ਬੰਦਾ ਆ ਇਹਦੀ ਔਕਾਤ ਨਹੀਂ ਭੈਣ ਚੋਦੇ ਦੀ ਕੋਈ ਗੱਲ ਹੀ ਨਹੀਂ ਕਰ ਇਹ ਸਕਦਾ ਭੈਣ ਦਾ ਲੋੜਾ ਇੱਕ ਨੰਬਰ ਦਾ ਭਾਜੀ ਲਾਣ ਤਾਂ ਮੈਂ ਇਸ ਗੱਲ ਦੀ ਪਾਉਣਾ ਇਹਨੂੰ ਤੁਸੀਂ ਚੱਕਿਆ ਕਦੇ ਆ ਭੈਣ ਚੋਦ ਨੂੰ ਇਹ ਸਾਰੀ ਦਿਹਾੜੀ ਇਹੀ ਕੰਮ ਕਰਦਾ ਲੋਕਾਂ ਦੀਆਂ ਲਾਈਵਾਂ ਤੇ ਜਾ ਕੇ ਭੈਣ ਚੋ ਗੰਦ ਘੋੜਦਾ ਉੱਥੇ ਜਾ ਕੇ ਬੁੱਧੀ ਦਾ ਇਹ ਭੈਣ ਦਾ ਲੋੜਾ ਇੱਕ ਨੰਬਰ ਦਾ ਇਹ ਭੋਸੜੀ ਦਾ ਨਹੀਂ ਤੂੰ ਕੀ ਕਰਨ ਡਿਆ ਹੁਣ ਇਹ ਤੇਰੀ ਮਾਂ ਚੋਦਣ ਗੱਲ ਸੁਣੋ ਨਾ ਉਹਨਾਂ ਨੇ ਤੇਰੀ ਮਾਂ ਚੋਦਾਂ ਪਿਆ ਭੈਣ ਦਿਆ ਲੋੜਿਆ ਮੈਂ ਤੂੰ ਖਾਲਿਸਤਾਨੀਆਂ ਤੂੰ ਖਾਲਿਸਤਾਨੀ ਨੂੰ ਕਹਿੰਦਾ ਉਹ ਤੇਰੀ ਭੈਣ ਦੇ ਘੂਸੇ ਚ ਲੰਨ ਭੈਣ ਚੋਦਾ ਤੂੰ ਵੀ ਭੈਣ ਚੋਦਾ ਖਾਲਿਸਤਾਨੀ ਆ ਤੂੰ ਵੀ ਪੰਜਾਬ 'ਚ ਹੀ ਜੰਮ ਕੇ ਪੁੱਦੀ ਦੇ ਅੱਜ ਤੂੰ ਭੈਣ ਚੋਦਾ ਬਣ ਲੱਗਾ ਆ ਜਿਆਦਾ ਤੂੰ ਕੀ ਕਰ ਭੈਣ ਦਿਆ ਲੋੜਿਆ ਤੇਰੀ ਭੈਣ ਦੀ ਲੰਨ ਤੇਰੀ ਦੀ ਤੇਰੇ ਗਵਾਂਢੀਆਂ ਦੀ ਭੈਣ ਦੀ ਲੰਨ ਤੇਰੀ ਦੀ ਸਾਰੇ ਖਾਮੋਸ਼ ਹੋ ਗਏ ਕੁੜਾ ਦੀ ਭੈਣ ਦੀ ਯਾਰ ਗੱਲ ਐ ਜਿਹੜੇ ਗੰਦ ਪਾਇਆ ਭੈਣ ਚੋਦਾ ਤੇਰੇ ਦਿਮਾਗ 'ਚ ਭਰਿਆ ਪਿਆ ਪੁੱਦੀ ਰਿਆ ਪਿੰਡਰਾਲੇ ਦਾ ਚੇਲਾ ਬਣਦਾ ਤੂੰ ਇਹ ਬੜੀਆਂ ਗੱਲਾਂ ਆਹੋ ਹੈਗਾ ਭੈਣ ਦੇ ਨਾਲ ਤੇਰੀ ਮਾਂ ਚੋਦੀ ਸੀ ਆਪਾਂ ਤੇਰੀ ਭੈਣ ਚੋਦੀ ਸੀ ਆਪਾਂ ਪੁੱਦੀ ਦਿਆ ਤਾਂ ਤੇਰੀ ਗਾਂਡ ਪਾਟੀਓ ਆ ਭੈਣ ਦੇ ਲੋੜਿਆ ਤੂੰ ਟੱਕਰ ਭੈਣ ਚੋਦਾ ਮੈਨੂੰ ਆਓ ਟੱਕਰ ਸਿਖਾਈਆਂ ਤੂੰ ਮੂਤਰ ਪੀਣਾ ਭੈਣ ਦੇ ਲੋੜਿਆ ਤੂੰ ਮੂਤਰ ਪੀਣਾ ਭੈਣ ਚੋਦਾ ਮੂਤ ਪੀਣਾ ਤੂੰ ਉਹ ਭਾਜੀ ਸਾਰੇ ਮੇਰੇ ਪਾਕਿਸਤਾਨ ਵਾਲੇ ਭਰਾ ਇਹ ਮੂਤ ਨਾ ਨਹਾਉਂਦਾ ਭੈਣ ਚੋਦ ਰੋਜ਼ ਇਹ ਮੂਤ ਨਾ ਨਹਾਉਂਦਾ ਇਹ ਪੁੱਦੀ ਵਾਲਾ ਇਹ ਭੈਣ ਦਾ ਲੋੜਾ ਗਸਤੀ ਮਾਂ ਦਾ ਬੱਚਾ ਭੈਣ ਚੋਦ ਮਗੈਂਬੋ ਵੀਰ ਜੀ ਮੈਨੂੰ ਪਿੰਡਰਾਲਾ ਕਹਿੰਦਾ ਕਿ ਆ ਕੇ ਲੋਕਾਂ ਨੂੰ ਗਾਲਾਂ ਕੱਢੋ ਤੁਸੀਂ ਇੱਕ ਮਿੰਟ ਚੁੱਪ ਕਰ ਜਾਓ ਬ੍ਰੇਨ ਡੈਡ ਜੀ ਚੁੱਪ ਕਰੋ ਉਹਨਾਂ ਨੂੰ ਰੋਕਿਆ ਗਾਲ ਨਾ ਬ੍ਰੇਨ ਡੈਡ ਤਾਂ ਹੀ ਹੋਇਆ ਭੈਣ ਚੋਦੇ ਦਾ ਬ੍ਰੇਨ ਡੈਡ ਮਾਰ ਭੈਣ ਚੋਦਾ ਲੁੱਲ ਤੇਰੇ ਸਿਰ 'ਚ ਹੋਰ ਤੇਰਾ ਬ੍ਰੇਨ ਡੈਡ ਕਰੂੰ ਭੈਣ ਚੋਦਾ ਮੈਂ ਤੇਰੇ ਕੋਲ ਗੱਲ ਹੈ ਕਰਦੇ ਆ ਤੈਨੂੰ ਇਦਾਂ ਲੱਗਦਾ ਉਹਦੀ ਹੁੰਦਾ ਭੋਸੜੀ ਦਾ ਲੋੜੂ ਭੈਣ ਚੋਦੇ ਇੱਕ ਨੰਬਰ ਦਾ ਗਾਂਡੂ ਆ ਭੈਣ ਚੋਦੇ ਇਹ ਬੋਂਡੂ ਆ ਬੁੰਡ ਦਿੰਦਾ ਭਾਜੀ ਇਹ ਆਸਟ੍ਰੇਲੀਆ ਇਹ ਬੁੰਡ ਦਿੰਦਾ ਫਿਰਦਾ ਭੈਣ ਚੋਦਾ ਮੱਥਾ ਟੇਕ ਗਾਲ ਤੋਂ ਬਗੈਰ ਹੁਣ ਇਹਨਾਂ ਨੂੰ ਪੁੱਛ ਲੈਣ ਇੱਕ ਮਿੰਟ ਅਮਰ ਭਾਈ ਹੁਣ ਕਰੋ ਗੱਲ ਹੁਣ ਭਾਜੀ ਸਰਦਾਰ ਜੀ ਤੁਸੀਂ ਨਹੀਂ ਬੋਲਣਾ ਅਮਰ ਭਾਈ ਕਰੋ ਗੱਲ ਯਾਰ ਅਸਲ ਦੇ ਵਿੱਚ ਜੇ ਡਾਕਟਰ ਬਹੁਤੇ ਹੋ ਜਾਣ ਨਾ ਤੇ ਮਰੀਜ਼ ਇੱਕ ਅੱਧਾ ਹੋਵੇ ਤੇ ਫਿਰ ਸਮਝ ਨਹੀਂ ਆਉਂਦੀ ਵੀ ਕਿਹੜਾ ਟੀਕਾ ਲਾਣਾ ਕਿਹੜਾ ਨਹੀਂ ਲਾਣਾ ਮੈਂ ਇਹ ਕਹਿਣਾ ਕਿ ਜਿਹੜੇ ਖਾਲਿਸਤਾਨੀ ਨੇ ਉਹਨਾਂ ਦੀਆਂ ਗੱਲਾਂ ਸੋਚਾਂ ਦਰੁਸਤ ਨੇ ਅਸੀਂ ਉਹਨਾਂ ਦੇ ਨਾਲ ਹਮਦਰਦੀ ਰੱਖਨੇ ਆ ਇਸ ਗੱਲੇ ਕਿ ਖਾਲਿਸਤਾਨ ਉਹਨਾਂ ਦਾ ਰਾਈਟ ਹੈ ਉਹਨਾਂ ਸਾਲ ਹਾ ਸਾਲ ਤੋਂ ਹਿੰਦੂਆਂ ਦਾ ਜਬਰ ਬਰਦਾਸ਼ਤ ਕੀਤਾ ਇਸ ਕਨਵਿੰਸ ਮੈਂ ਕਿ ਬ੍ਰੇਨ ਡੈਡ ਨੂੰ ਜਾਂ ਇਸ ਤਰ੍ਹਾਂ ਦੇ ਜਿਹੜੇ ਵੀ ਹੋਰ ਬੰਦੇ ਨੇ ਜਿਹੜੇ ਖਾਲਿਸਤਾਨੀਆਂ ਦੇ ਖਿਲਾਫ ਨੇ ਆ ਰਹੀ ਆਵਾਜ਼ ਮੇਰੀ ਹੁਣ ਜਿਹੜੇ ਖਾਲਿਸਤਾਨ ਦੇ ਖਿਲਾਫ ਨੇ ਨਾ ਉਹ ਦਰਅਸਲ ਸਿੱਖਾਂ ਦੀ ਨਜ਼ਰ 'ਚ ਆਪਣੀ ਕੌਮ ਦੇ ਗੱਦਾਰ ਨੇ ਇਹ ਜਿਹੜਾ ਬੰਦਾ ਇੰਨੇ ਗੁੱਸੇ ਨਾਲ ਤੇ ਇਸ਼ਤਿਆਲ ਨਾਲ ਬੋਲਦਾ ਨਾ ਪਿਆ ਉਹ ਇਸੇ ਗੱਲੇ ਬੋਲਦਾ ਪਿਆ ਗੁੱਸੇ ਨਾਲ ਕਿ ਉਹਨੂੰ ਇਹ ਲੱਗਦਾ ਕਿ ਇਹ ਸਾਡੀ ਕੌਮ ਦੇ ਵਿੱਚੋਂ ਗੱਦਾਰ ਪੈਦਾ ਹੋਏ ਜਿਸ ਤਰ੍ਹਾਂ ਸਾਨੂੰ ਮੁਸਲਮਾਨਾਂ ਨੂੰ ਮਰਜ਼ਈਆਂ ਤੇ ਗੁੱਸਾ ਚੜਦਾ ਹੈ ਨਾ ਆਪਣਾ ਬ੍ਰੇਨ ਡੈਡ ਜੀ ਹੁਣ ਸਮਝ ਆਈ ਜੇ ਗੱਲ ਇਸ ਗੱਲੇ ਚੜਦਾ ਜੇ ਆਪਣੀ ਕੌਮ 'ਚ ਜਦੋਂ ਕੋਈ ਬੰਦੇ ਨਿਕਲਦੇ ਨੇ ਨਾ ਉਹਨੂੰ ਕਹਿੰਦੇ ਨੇ ਆਸਤੀਨ ਦਾ ਸੱਪ ਉਰਦੂ 'ਚ ਕਹਿੰਦੇ ਨੇ ਉਹਨੂੰ ਆਸਤੀਨ ਦਾ ਸੱਪ ਤੇ ਪੰਜਾਬੀ 'ਚ ਮੇਰਾ ਇੱਕ ਯਾਰ ਸੀ ਬਲਵਿੰਦਰ ਸਿੰਘ ਉਹ ਕਹਿੰਦਾ ਸੀ ਕਿ ਤੁਹਾਡੇ ਪਤਾ ਨਹੀਂ ਗੁਰੂ ਨੇ ਗੱਲ ਸੁਣਾਈ ਜਾਂ ਕਿੰਨੇ ਗੱਲ ਸੁਣਾਈ ਹੈ ਕਿ ਕੁਹਾੜੇ ਦੇ ਵਿੱਚ ਦਸਤਾ ਲੱਕੜੀ ਦਾ ਪੈਂਦਾ ਤੇ ਲੱਕੜੀ ਵੱਢਣ ਦੇ ਉਹ ਸਬਬ ਬਣਦਾ ਹੈ ਆਪਣੀ ਲੱਕੜੀ ਆਪ ਵਡਵਾਉਂਦਾ ਹੈ ਆਪਣਾ ਕਤਲ ਆਪ ਕਰਵਾਉਂਦਾ ਹੈ ਤੁਹਾਡੇ ਹਰ ਦਾ ਬੰਦਾ ਆਪਣੀ ਕੌਮ ਨੂੰ ਆਪ ਆਸਤੀਨ ਦਾ ਸੱਪ ਬਣ ਕੇ ਤੇ ਉਹਨੂੰ ਡੰਗ ਮਾਰਦਾ ਹੈ ਤੇ ਆਪ ਦਸਤਾ ਬਣ ਕੇ ਕੁਹਾੜੇ ਦੇ ਵਿੱਚ ਪੈ ਕੇ ਤੇ ਆਪਣੀ ਲੱਕੜੀ ਆਪ ਵਡਾਉਂਦਾ ਸੋ ਮੁਖਤਸਰ ਗੱਲ ਇਹ ਵੇ ਕਿ ਤੁਸੀਂ ਉਹ ਬੰਦੇ ਹੋ ਜਿਹੜੇ ਆਪਣੀ ਕੌਮ ਵਾਸਤੇ ਇਸ ਤਰ੍ਹਾਂ ਹੋ ਜਿਸ ਤਰ੍ਹਾਂ ਸਾਡੇ ਵਾਸਤੇ ਮਰਜ਼ਈ ਨੇ ਯਾਨੀ ਆਪਣੇ ਵਿੱਚੋਂ ਹੀ ਉੱਠ ਕੇ ਤੇ ਆਪਣਿਆਂ ਨੂੰ ਹੀ ਡੰਗ ਮਾਰਨਾ ਸ਼ੁਰੂ ਕਰ ਬਈ ਤੁਸੀਂ ਨਹੀਂ ਕੁਰਬਾਨੀ ਦੇ ਸਕਦੇ ਤੁਸੀਂ ਸਾਡੇ ਹੋ ਜਾਓ ਤੁਸੀਂ ਚੁੱਪ ਕਰਕੇ ਤਮਾਸ਼ਾ ਵੇਖੋ ਜਿਹੜੇ ਕੁਰਬਾਨੀ ਦੇ ਸਕਦੇ ਨੇ ਉਹਨਾਂ ਨੂੰ ਤੇ ਦੇਣ ਦਿਓ ਉਹਨਾਂ ਨੂੰ ਤੇ ਕੁਰਬਾਨੀ ਦੇਣ ਦਿਓ ਸ਼ਾਇਦ ਉਹਨਾਂ ਨੂੰ ਉਹਨਾਂ ਦਾ ਰਾਜ ਵਾਪਸ ਮਿਲ ਜੇ
ਤੁਸੀਂ ਇਹ ਜਦੋਂ ਉਹਨਾਂ ਦੇ ਖਿਲਾਫ ਕੰਪੇਨ ਚਲਾਓਗੇ, ਖਾਲਿਸਤਾਨ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜਿਹੜੇ ਚਾਹੁੰਦੇ ਨੇ ਆਪਣਾ ਰਾਜ ਚਾਹੁੰਦੇ ਨੇ, ਉਹਦੇ ਨਾਲ ਗੁੰਮਰਾਹੀ ਫੈਲਦੀ ਹੈ ਆਪਣੀ ਕੌਮ ਦੇ ਵਿੱਚ। ਆਪਣੇ ਬੰਦੇ ਤੁਹਾਡੇ ਫਿਰ ਇਸ ਗੱਲ ਤੋਂ ਤੁਹਾਨੂੰ ਗੁੱਸੇ 'ਚ ਆ ਕੇ ਤੇ ਗਾਲਾਂ ਕੱਢਦੇ ਨੇ। ਇਹ ਕਹਾਣੀ ਪੂਰੀ। ਬ੍ਰੇਨ ਡੈਡ ਜੀ। ਹਾਂਜੀ, ਤੁਹਾਡੀ ਗੱਲ ਭਾਜੀ ਦੇਖੋ ਬਿਲਕੁਲ ਸਹੀ ਹੈ। ਜਿੱਦਾਂ ਤੁਸੀਂ ਕਹਿ ਰਹੇ ਆ ਨਾ ਕਿ ਮੈਂ ਭਾਈ ਕਾਦੀਆਨੀ ਨੂੰ ਕਹਿ ਦਿੰਦਾ ਜਾਂ ਉਹਨਾਂ ਨੂੰ ਸਪੋਰਟ ਕਰਦਾ ਨਾ ਭਾਜੀ, ਠੀਕ ਹੈ ਭਾਈ, ਤੇ ਤੁਸੀਂ ਉਹਨਾਂ ਨੂੰ ਗਲਤ ਸਮਝਦੇ ਆ। ਇਹ ਭਾਜੀ ਹੈ ਹੀ ਨਹੀਂ, ਪੰਜਾਬ 'ਚ ਹੈ ਹੀ ਨਹੀਂ ਨਾ ਭਾਜੀ। ਇਹ ਤਾਂ ਟਿਕਟੌਕ ਤੇ ਲੋਕੀ ਬਾਹਰ ਬੈਠੇ ਹੋਏ ਆ ਭਾਜੀ, ਕੋਈ ਗੱਲ ਹੀ ਹੈ ਨਹੀਂ ਭਾਜੀ। ਤੁਸੀਂ ਦੇਖੋ ਭਾਜੀ, ਕੋਈ ਬੰਦਾ ਮਾਰਿਆ ਹੋਵੇ ਭਾਜੀ, ਪੰਜਾਬ ਦੇ ਵਿੱਚ ਕੋਈ ਲੜਾਈ ਹੁੰਦੀ ਹੋਵੇ, ਕੋਈ ਖਾਲਿਸਤਾਨੀਆਂ ਦੇ ਖਿਲਾਫ ਕੋਈ ਪ੍ਰੋਟੈਸਟ ਲੱਗਿਆ ਹੋਵੇ ਭਾਜੀ, ਹਨਾ, ਕੋਈ ਗੱਲ ਤਾਂ ਹੋਵੇ, ਫਿਰ ਤਾਂ ਪਤਾ ਲੱਗਦਾ ਹੈ ਨਾ ਭਾਜੀ। ਇਹ ਤਾਂ ਭਾਜੀ ਆ ਜਾਂਦੇ ਉੱਥੋਂ 15-20 ਲੱਖ ਰੁਪਈਆ ਲਾ ਕੇ, ਜਦੋਂ ਭਾਜੀ ਆਪਣੇ ਖੁੱਡ ਦੇ ਵਿੱਚੋਂ ਨਿਕਲ ਕੇ ਦੂਜੀ ਜਗ੍ਹਾ ਤੇ ਪਹੁੰਚ ਗਏ ਕਿ ਅੱਜ ਸਾਨੂੰ ਕੋਈ ਹੱਥ ਨਹੀਂ ਲਾ ਸਕਦਾ, ਠੀਕ ਆ। ਤਾਂ ਤੁਹਾਨੂੰ ਮੈਂ ਮੰਨਦਾ ਭਾਜੀ, ਤੁਸੀਂ ਤਾਂ ਪਾਕਿਸਤਾਨ 'ਚ ਬਹਿ ਕੇ ਵੀ ਗੱਲ ਕਰਦੇ ਆ ਭਾਜੀ, ਮੈਂ ਤੁਹਾਨੂੰ ਮੰਨਦਾ ਭਾਜੀ, ਠੀਕ ਆ ਜੀ। ਇਹ ਤਾਂ ਭਾਜੀ ਬਾਹਰ ਆ ਕੇ ਗੱਲਾਂ ਕਰਨ ਦੇ ਆ ਵੀ ਆਪਾਂ ਨੂੰ ਅੱਜ ਕੋਈ ਇਹਦਾ ਮੈਂ ਜਵਾਬ ਹਾਂਜੀ ਮੈਂ ਤੁਹਾਨੂੰ ਇਹਦਾ ਲੀਗਲ ਲੌਜੀਕ ਨਾਲ ਜਵਾਬ ਦੇਣਾ। ਪੰਜਾਬ 'ਚ ਗੱਲ ਕਰਨੀ ਇਸ ਗੱਲ ਔਖੀ ਏ ਕਿ ਉੱਥੇ ਹਿੰਦੂ ਦੀ ਹਕੂਮਤ ਏ। ਹਕੂਮਤ ਜਿਹੜੀ ਹੈ ਇਹਨਾਂ ਦੇ ਖਿਲਾਫ ਏ, ਉਹ ਇਹਨਾਂ ਨੂੰ ਉੱਥੇ ਗੱਲ ਨਹੀਂ ਕਰਨ ਦਿੰਦੀ। ਇਹ ਤੇ ਗੱਲ ਠੀਕ ਹੈ, ਲੇਕਿਨ ਇਹਦੇ ਬਾਵਜੂਦ ਇੱਕ ਮਿੰਟ ਮੈਨੂੰ ਦੱਸੋ ਕਿਹੜੇ ਹਿੰਦੂ ਦੀ ਹਕੂਮਤ ਅੱਗੇ ਪੰਜਾਬ 'ਚ? ਇੱਕ ਮਿੰਟ ਮੈਂ ਦੱਸਣਾ ਵੀਰ ਜੀ। ਇਹ ਜਿਹੜਾ ਤੁਸੀਂ ਭੰਡ ਭਾਇਆ ਨਾ ਚੀਫ ਮਿਨਿਸਟਰ ਬਾ ਕੇ, ਇਹ ਭੰਡ ਮੈਂ ਇਹਨੂੰ ਜਾਣਨਾ ਵਾ। ਇਹ ਤੁਹਾਡੀ ਕੌਮ ਦਾ ਨੁਮਾਇੰਦਾ ਨਹੀਂ। ਇਹ ਉਹ ਆਟੇ ਦਾ ਸੁਣ ਤੇ ਲੋ, ਗੱਲ ਤੇ ਸੁਣ ਲੋ ਨਾ। ਆਟਾ ਦੇ ਕੇ ਲੋਕਾਂ ਨੂੰ ਵੋਟ। ਇਲੈਕਸ਼ਨ ਦੇ ਵਿੱਚ ਤੁਹਾਨੂੰ ਪਤਾ ਗਿਣਤੀ ਕਿੰਨੇ ਦਿਨ ਚੱਲੀ ਭਾਜੀ ਇਲੈਕਸ਼ਨ ਦੇ ਵਿੱਚ, ਜਿਹੜਾ ਲਾਸਟ ਟਾਈਮ ਹੋਇਆ ਇਮਰਾਨ ਖਾਨ ਦੇ ਖਿਲਾਫ ਭਾਜੀ? ਮੈਨੂੰ ਇੱਕ ਛੋਟੀ ਜਿਹੀ ਗੱਲ ਤੇ ਕਰ ਲੈਣ ਦੋ। ਗੱਲ ਤੇ ਤੁਹਾਡੀ ਏ, ਮੇਰੀ ਗੱਲ ਤੇ ਸੁਣ। ਬ੍ਰੇਨ ਡੈਡ ਜੀ, ਗੱਲ ਤੇ ਤੁਹਾਡੀ ਏ, ਪਰ ਗੱਲ ਉਹਨੇ ਵੀ ਆ ਕੇ ਬਿਆਨ ਦਿੱਤਾ ਕਿ ਧਾਂਦਲੀ ਹੋਈ ਹੈ ਨਾ ਭਾਜੀ। ਉਹ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਭਾਜੀ ਮੇਰੀ ਗੱਲ ਤੇ ਸੁਣ ਲਓ। ਇਮਰਾਨ ਖਾਨ ਨਾਲ ਧਾਂਦਲੀ ਹੋਈ ਜਾਂ ਦੂਜਿਆਂ ਨਾਲ ਹੋਈ, ਇਹ ਗੱਲ ਠੀਕ ਹੈ ਕਿ ਸਾਡੇ 'ਚ ਵੀ ਹੁੰਦੀ ਧਾਂਦਲੀ, ਅਸੀਂ ਕਦੋਂ ਕਹਿੰਦੇ ਨਹੀਂ ਹੁੰਦੀ। ਮੈਨੂੰ ਇਹ ਦੱਸੋ ਕਿ ਹਕੂਮਤ ਦੇ ਖਿਲਾਫ ਜਿਹੜਾ ਬੰਦਾ ਵੋਟ ਲੈਂਦਾ ਨਾ, ਹਕੂਮਤ ਦੀ ਤਾਕਤ ਦੇ ਖਿਲਾਫ, ਉਹਦੇ ਉੱਤੇ ਤੁਸੀਂ ਇਲਜ਼ਾਮ ਨਹੀਂ ਲਾ ਸਕਦੇ ਉਹਨੇ ਧਾਂਦਲੀ ਕੀਤੀ। ਇਹ ਜਿਹੜਾ ਬੰਦਾ ਦੁਬਈ ਤੋਂ ਆ ਕੇ ਅੰਮ੍ਰਿਤਪਾਲ MP ਬਣ ਗਿਆ ਜੇਲ੍ਹ 'ਚ ਰਹਿ ਕੇ, ਤੁਹਾਡਾ ਕੀ ਖਿਆਲ ਹੈ ਟਿਕਟਾਕ ਦੇ ਵੋਟ ਪਏ ਨੇ ਉਹਨੂੰ? ਹਾਂਜੀ, ਮੈਂ ਤੁਹਾਨੂੰ ਇਹਦਾ ਜਵਾਬ ਦਿੰਦਾ ਭਾਜੀ। ਇਹ ਸਾਡੇ ਟਿਕਟਾਕ ਕਹਿੰਦੇ ਜਿਨ੍ਹਾਂ ਉਹਨੂੰ MP ਬਣਾਤਾ ਹੈ ਭਾਜੀ। ਪਤਾ ਕੀ ਚੱਕਰ ਹੈ, ਦੇਖੋ ਭਾਜੀ, ਗਿਣਤੀ ਤੇ ਡਿਪੈਂਡ ਕਰਦਾ। ਦੇਖੋ ਭਾਜੀ, ਆਪਣਾ ਹੁਣ ਦਾ ਜਿਹੜਾ ਬਾਈ ਆਪਣਾ ਨਾ ਤੁਸੀਂ ਵਾਅਦਾ ਕੀਤਾ ਕਿ ਗਾਲ ਨਹੀਂ ਕੱਢਣੀ, ਆਰਾਮ ਨਾਲ ਗੱਲ ਕਰਨੀ। ਮੈਂ ਕਹਿੰਦਾ ਹਾਂਜੀ ਆਰਾਮ ਨਾਲ ਗੱਲ ਕਰਨੀ। ਨਾਜ਼ਰ ਸਰ, ਮੈਂ ਇਹਦੀ ਮੈਨੂੰ ਤੁਹਾਡੀ ਤਰਫੋਂ ਕਰਨੀ ਪੈਣੀ ਹੈ, ਨਹੀਂ ਤੇ ਮੈਨੂੰ ਤੁਹਾਡੀ ਗੱਲ ਕਰਨੀ ਪੈਣੀ। ਜਿਹੜੀ ਨੇ ਗੱਲ ਕਹੀ ਹੈ ਨਾ ਕਿ ਪੰਜਾਬ 'ਚ ਨਹੀਂ ਬੈਠਾ, ਬਾਹਰ ਬੈਠਾ। ਅਸੀਂ ਮੈਂ ਪੰਜਾਬ ਛੱਡ ਕੇ ਤੈਨੂੰ ਪਤਾ ਕਾਹਦੇ ਆਇਆ? 4 ਪਰਚੇ ਪਏ ਹੋਆ ਇਸ ਚੀਜ਼ ਦੇ ਹੀ, ਠੀਕ ਹੈ। ਆਪਾਂ ਸ਼ੁਰੂ ਤੋਂ ਹੀ ਇਸ ਚੀਜ਼ ਦੇ ਖਿਲਾਫ ਆ। ਮੋਦੀ ਦੀ ਭੈਣ ਦੀ ਲੰਨ, ਮੋਦੀ ਹਰਾਮਜ਼ਾਦਾ 1 ਨੰਬਰ ਦਾ। ਤੇਰਾ ਪੇ ਜਿਹੜਾ ਆ ਸਾਲਾ, ਠੀਕ ਹੈ, ਮੋਦੀ ਕਟਪੁਤਲੀ ਆ ਸਾਲਾ। ਮੋਦੀ ਦੇ ਨਾਲ ਜਿਹੜੇ ਬੰਦੇ ਆ ਉਹ ਸਾਲੇ ਸਾਰਾ ਕੁਝ ਨੂੰ ਦੱਸਦੇ ਆ। ਮੋਦੀ ਕੀ ਕਰ ਰਿਹਾ ਕੰਮ ਹੈ? ਤੂੰ ਪੰਜਾਬ 'ਚ ਜੰਮ ਕੇ ਤੂੰ ਪੰਜਾਬ ਦੇ ਖਿਲਾਫ ਹੋਇਆ ਪਿਆ ਮਾਮਾ। ਇੱਕ ਮਿੰਟ ਭਾਰ ਦੀ ਗੱਲ ਸੁਣਨ ਦੋ ਵੀ ਜਿਹੜਾ ਕਹਿੰਦੇ ਨੇ ਕਿ ਛੜਾ ਟਿਕਟਾਕ ਤੇ ਨੇ। ਮੈਨੂੰ ਦੱਸੋ ਅੰਮ੍ਰਿਤਪਾਲ ਨੂੰ ਕਿੰਨੇ ਬਣਾਇਆ MP? ਇਹ ਸਿਡਨੀ ਬੈਠਾ, ਠੀਕ ਹੈ। ਜੇ ਗੱਲ ਕਰਦਾ ਨਾ ਪੰਜਾਬ ਦੀ, ਇੰਡੀਆ ਨਹੀਂ ਜਾਂਦਾ। ਚੱਲ ਮੈਂ ਜਾਣਾ, ਮੈਂ ਆਪਣਾ ਮਾਰਚ 'ਚ ਚੱਲਾਂ ਇੰਡੀਆ। ਟੱਕਰ ਮੈਨੂੰ, ਚੱਲ ਤੂੰ ਜਿੱਥੇ ਟੱਕਰ ਮੈਨੂੰ ਤੂੰ ਸਾਲਿਆ। ਜੇ ਤੂੰ ਸਿਡਨੀ ਬੈਠਾ, ਤੂੰ ਮੈਨੂੰ ਸਿਡਨੀ ਟੱਕਰ, ਚੱਲ ਮੈਂ ਸਿਡਨੀ ਆਉਣ ਨੂੰ ਤਿਆਰ ਹਾਂ। ਤੂੰ ਟੱਕਰ ਮੈਨੂੰ। ਜਦੋਂ ਤੁਸੀਂ ਇੰਦਰਾ ਗਾਂਧੀ ਨੂੰ ਟੱਕਰੇ ਸੀ, ਤੁਹਾਨੂੰ ਪਤਾ ਨਹੀਂ ਲੱਗਿਆ ਕੀ ਹੋਇਆ? ਨਹੀਂ, ਮੈਂ ਤੈਨੂੰ ਟੱਕਰਨਾ ਜਿੱਦਾਂ ਦਾ ਇੰਦਰਾ ਗਾਂਧੀ ਦਾ ਹਾਲ ਕੀਤਾ ਤਾਂ ਤੇਰਾ ਕਰਨਾ ਹਾਲ। ਹੁਣ ਹਾਲ ਤੇਰਾ ਕਰਨਾ ਉਦਾਂ ਦਾ। ਹੁਣ ਅਮਰ ਬਾਈ ਘੋਤਰੇ ਵਾਲਾ ਹਿਸਾਬ ਹੈ ਮਾਰੀ ਤੇਰੀ ਬੁਣ 'ਚ ਗੋਲੀਆਂ ਮਾਰਨੀਆਂ ਭੈਣ ਚੋਦਾ ਗੱਦਾਰਾ। ਇਹ ਜਿਸ ਤਰ੍ਹਾਂ ਭਗਵੰਤ ਮਾਨ। ਅੱਛਾ, 1 ਮਿੰਟ ਭਾਜੀ, ਮੈਨੂੰ ਗੱਲ ਕਰਨ ਦਿਓ ਭਾਜੀ। ਹੁਣ ਮੇਰੀ ਸਿੱਧੀ ਗੱਲ ਹੋ ਗਈ ਹੈ ਨਾ। ਕਰੋ ਜੀ, ਕਰੋ। ਅੱਛਾ ਭਾਜੀ, ਭਗਵੰਤ ਮਾਨ ਗਰਦਾਰ ਆ ਭਾਜੀ? ਗਦਾਰ ਵਾ, ਹਾਂ ਭਗਵੰਤ ਮਾਨ ਗਦਾਰ। 1 ਮਿੰਟ ਰੁਕ ਜਾਓ ਯਾਰ। ਮਰਾਸੀ ਇਹ ਭਾਂਡੇ ਭੋਸੜੀ ਦਾ। ਨਾਜ਼ਰ ਭਾਈ ਮਾੜਾ ਜਿਹਾ ਰੁਕ ਜਾਓ ਜੀ। ਅੱਛਾ ਭਾਜੀ, ਭਗਵੰਤ ਮਾਨ ਤੁਸੀਂ ਕਹਿ ਰਹੇ ਹੋ ਗਦਾਰ ਆ। ਅੱਛਾ ਭਾਜੀ, ਉਸ ਤੋਂ ਬਾਅਦ ਕੈਪਟਨ ਸਿੰਘ ਭਾਜੀ, ਉਹ ਸਰਦਾਰ ਆ। ਭਗਵੰਤ ਮਾਨ ਵੀ ਸਰਦਾਰ ਆ, ਉਹ ਗਦਾਰ ਆ ਭਾਜੀ ਕੈਪਟਨ। ਤੂੰ ਜ਼ਿਆਦਾ ਨਾ ਤੈਨੂੰ ਅੱਗੇ ਜਿਹੜੀ ਹੁਣ ਆਉਣੀ ਆ ਨਾ ਇਲੈਕਸ਼ਨ, ਅੱਗੇ ਜਿਹੜੀਆਂ ਹੁਣ ਚੋਣਾਂ ਆਉਣੀਆਂ, ਜਦੋਂ ਸਰਕਾਰ ਬਣਨੀ ਆ, ਤੈਨੂੰ ਪਤਾ ਲੱਗ ਜਾਣਾ ਕਿਹੜੀ ਸਰਕਾਰ ਬਣਨੀ ਆ। ਹੁਣ ਤੈਨੂੰ ਪਤਾ ਲੱਗ ਜਾਣਾ ਚੱਜ ਨਾਲ ਕਿਹੜੀ ਸਰਕਾਰ ਬਣਨੀ ਆ। ਕੈਪਟਨ ਅਮਰਿੰਦਰ ਸਿੰਘ ਗਦਾਰ। ਮੈਂ ਇੱਕ ਗੱਲ ਕਹਿਣਾ, ਪੰਜਾਬ 'ਚ ਜੰਮ ਕੇ ਪੰਜਾਬ ਦੇ ਹੋ ਖੱਲ ਨਾ ਪਾਓ, ਭੇਡ ਵਾਲੀ ਖੱਲ ਪਾ ਕੇ ਭੈਣ ਚੋ ਭੇੜੀਏ ਨਾ ਬਣੋ ਤੁਸੀਂ। ਕੁਛ ਪੱਲੇ ਹੈਗਾ ਕਿ ਗਾਲਾਂ ਹੀ ਕੱਢਣੀਆਂ? ਪੱਲਾ ਤਾਂ ਮੇਰੇ ਬਹੁਤ ਕੁਝ ਵਾ। ਪੱਲੇ ਤਾਂ ਭੈਣ ਚੋ ਦਾ ਲੁੱਲ ਵਾ ਜਿਹੜਾ ਭੈਣ ਚੋ ਤੇਰੀ ਬੁਣ 'ਚ ਪੱਤ ਤਾਂ ਨਿਕਲਣੀ ਭੈਣ ਚੋ। ਗਾਲਾਂ ਨਹੀਂ ਭਾਈਦਾ ਯਾਰ ਗੱਲਾਂ ਕਰਦਾ ਫਿਰਦਾ। ਪੱਲੇ ਨਹੀਂ ਹੈਗਾ ਤਾਂ ਕੁਝ ਨਾ ਵਾਸਤਾ। ਤੈਨੂੰ ਦੱਸ ਦੂੰ ਚੰਗੀ ਤਰ੍ਹਾਂ ਸਾਲਿਆ ਮੈਂ, ਜਿਨ੍ਹਾਂ ਦੇ ਸਿਰ ਚੜ ਕੇ ਤੂੰ ਭੈਣ ਚੋ ਲਾਈਵਾਂ ਦੇ ਕੇ ਗਾਲਾਂ ਕੱਢਦਾ ਫਿਰਦਾ।
ਉਹਨਾਂ ਦੀ ਭੈਣ ਦੀ ਲੰਨ ਦਿੱਤੀ ਸੀ ਹਾਲੇ ਥੋੜੇ ਦਿਨ ਪਹਿਲਾਂ ਹੀ। ਹਾਂਜੀ ਮਗੈਂਬੋ ਪੁੱਛ ਲੈ ਉਹਨਾਂ ਨੂੰ ਜਾ ਕੇ। ਮਗੈਂਬੋ ਭਾਜੀ ਇੱਕ ਗੱਲ ਸੁਣ ਲਓ, ਕੈਪਟਨ ਅਮਰਿੰਦਰ ਸਿੰਘ ਗੱਦਾਰ ਆ ਜਾਂ ਨਹੀਂ ਗੱਦਾਰ, ਹਾਂ ਜਾਂ ਨਾ ਕਹਿ ਦਿਓ ਭਾਜੀ। ਹਰ ਬੰਦਾ ਤੇਰੀ ਗੱਦਾਰ ਭੈਣ ਦਾ ਨਹੀਂ ਘੂਸਾ ਹੁੰਦਾ। ਗੱਦਾਰ ਵਾ ਭੈਣ ਉਹਨੇ ਚੋਦਾ। ਕੀਤਾ ਕੱਖ ਨਹੀਂ, ਕੈਪਟਨ ਨੇ ਕੀ ਕੀਤਾ ਹੈ? ਸਿੱਧੀ ਗੱਲ ਕਰ ਲੈਣੀ ਪਲੀਜ਼, ਨਾਜ਼ਰ ਭਾਈ ਸਾਡੀ ਸਿੱਧੀ ਗੱਲ ਕਰ ਲੜੋ ਇਦਾਂ ਥੋੜਾ ਜਿਹਾ, ਕਿਉਂਕਿ ਸਾਡੀ ਸਿੱਧੀ ਗੱਲ ਹੋਈ ਹੈ, ਤੁਹਾਡੇ ਨਾਲ ਹੋਊਗੀ ਆਪਾਂ ਤੁਹਾਡੇ ਨਾਲ ਕਰ ਲਵਾਂਗੇ। ਉਹ ਮੈਂ ਦੇਖ ਮੈਨੂੰ ਨਾ 2 ਹਫ਼ਤੇ ਹੋ ਗਏ, ਮੈਨੂੰ 2 ਹਫ਼ਤੇ ਹੋ ਗਏ ਨਾਜ਼ਰ ਭਾਈ, ਮੈਨੂੰ 2 ਹਫ਼ਤੇ ਹੋ ਗਏ ਬੰਦੇ ਨੂੰ ਨਾ ਇਨਬਾਕਸ 'ਚ ਮੈਸੇਜ ਭੇਜੇ ਨੂੰ ਕਿ ਆਪਣਾ ਨੰਬਰ ਸੈਂਡ ਕਰ, ਮੈਂ ਤੇਰੇ ਨਾਲ ਗੱਲ ਕਰਨੀ ਆ। ਇਹ ਭੜਵਾ ਸਾਲਾ ਇੱਕ ਨੰਬਰ ਦਾ, ਇਹਦੇ ਕੋਲ ਭੈਣ ਚੋਦ ਕੋਲ ਮੇਰਾ ਰਿਪਲਾਈ ਤੱਕ ਨਹੀਂ ਕਰ ਹੋਇਆ। ਤੈਨੂੰ ਮੈਂ ਠੀਕ ਹੈ ਮੈਸੇਜ ਦਾ। ਮੇਰੀ ਗੱਲ ਸੁਣ ਮਗੈਂਬੋ, ਹਾਂ ਦੱਸ। ਲਿਖਿਆ ਸੀ ਨਾ ਤੇਰੀ ਮਾਂ ਦੇ ਪੱਟ ਤੇ ਮੈਂ ਨੰਬਰ ਲਿਖ ਕੇ ਆਇਆ ਹੋਇਆ, ਮੈਸੇਜ ਕੀਤਾ ਸੀ ਨਾ ਤੈਨੂੰ, ਪੜ ਲਿਆ ਉੱਥੋਂ ਜਾ ਕੇ। ਤੈਨੂੰ ਨਹੀਂ ਭੈਣ ਚੋਦ ਲੱਭਾ ਜਿਹੜੀ ਤੇਰੇ ਭੈਣ ਦੇ ਭੋਸੜੇ ਦਾ ਨੰਬਰ ਆਪਣਾ ਲਿਖ ਕੇ ਆਇਆ। ਭੈਣ ਚੋਦ ਤੇਰੇ ਕੋਲ ਬੇਬੀ ਕਾਲ ਨਹੀਂ ਕਰ ਹੋਈ, ਤੂੰ ਆਪਣੀ ਭੈਣ ਨਾਲ ਰੱਖਦਾ ਫਿਰਦਾ ਥਾਂ ਦਾ, ਭੈਣ ਚੋਦ ਉਹਦੀ ਬੁੱਧੀ ਦਵਾਉਣਾ ਫਿਰਦਾ ਤੂੰ ਭੋਸੜੀ ਦੇ। ਹੁਣ ਮੇਰੀ ਗੱਲ ਸੁਣ, ਤੂੰ ਗੱਲਾਂ ਕਰਦਾ ਫਿਰਦਾ ਸਾਲਿਆ। ਕੈਪਟਨ ਅਮਰਿੰਦਰ ਸਿੰਘ ਗਰਦਾਰ ਸੀਗਾ ਜਾਂ ਨਹੀਂ ਸੀਗਾ? ਕੈਪਟਨ ਅਮਰਿੰਦਰ ਸਿੰਘ ਤੇਰੀ ਮਾਂ ਦਾ ਯਾਰ ਆ। ਆਪਣੀ ਮਾਂ ਨੂੰ ਪੁੱਛ ਜਾ ਕੇ ਭੈਣ ਚੋਦ, ਹਾਂ ਜਾਂ ਨਾ ਗੱਲ ਕਰ। ਆਪਣੀ ਮਾਂ ਨੂੰ ਪੁੱਛ ਜਾ ਕੇ, ਤੇਰੀ ਮਾਂ ਦੇ ਪੱਟ ਤੇ ਉਹ ਨੰਬਰ ਲੈ ਕੇ ਆਇਆ ਆਪਣਾ ਕੈਪਟਨ ਅਮਰਿੰਦਰ ਸਿੰਘ ਭੈਣ ਚੋਦਾ। ਨਹੀਂ ਫਿਰ ਆਪਾਂ ਅੱਗੇ ਦੀ ਗੱਲ ਕਰਦੇ ਭੈਣ ਦਾ ਲੋੜਾ ਭੋਸੜੀ ਹੋਣ ਦਾ। ਨਹੀਂ ਫਿਰ ਇੱਥੇ ਜਾ ਕੇ ਘੂਸੀਆਂ ਭੋਰਨੀਆਂ, ਜਵਾਬ ਤੈਨੂੰ ਹਾਂ ਘੂਸੀਆਂ ਤੇਰੀ ਬੁੰਡ ਮਾਰਨ ਨੂੰ ਆਇਆ ਮੈਂ ਭੈਣ ਚੋਦਾ ਇੱਥੇ। ਹੋ ਕੋਡਾ ਪੁੱਦੀ ਦਿਆ, ਮੈਂ ਤੈਨੂੰ ਕਿਹੜਾ ਹਾਂ ਕਹਿ, ਤੂੰ ਨਹੀਂ ਕਹਦੇ ਨਹੀਂ ਸੀਗਾ ਕਹਿ, ਚੱਲ ਨਹੀਂ। ਤੂੰ ਲੰਨ ਲੈਣ ਨੂੰ ਬੈਠਾ ਵੇ, ਤੂੰ ਲੰਨ ਲੈਣ ਨੂੰ ਬੈਠਾ ਤੇ ਨਹੀਂ। ਨਾਜ਼ਰ ਭਾਜੀ ਨੇ ਹੁਣੇ ਗੱਲ ਕਹੀ ਆ ਕਿ ਜੇ ਤੁਸੀਂ ਹਿੰਦੁਸਤਾਨੀ ਨਹੀਂ ਹੋ ਸਕਦੇ, ਤੁਸੀਂ ਖਾਲਿਸਤਾਨੀ ਹੋ ਸਕਦੇ, ਤੁਸੀਂ ਸਾਡੇ ਨਾਲ ਤੂੰ ਭੈਣ ਚੋਦਾ ਬਸ ਚੱਲ ਫੇਰ ਇੱਧਰਲੇ ਪਾਸੇ ਆ ਜਾ। ਫਿਰ ਤੂੰ ਹੋ ਜਾ ਫਿਰ ਇੱਧਰਲੇ ਪਾਸੇ। ਤੂੰ ਬੈਠਾ ਇੱਥੇ ਭੈਣ ਚੋਦਾ ਬੁਣ ਦੇਣ ਨੂੰ ਹੀ ਬੈਠਾ। ਕੀ ਪੱਟ ਲਿਆ ਤੂੰ? ਖਾਲਿਸਤਾਨੀ ਹੋ ਗਏ ਕੀ ਪਟਿਆ? ਪੱਟਾਂਗੇ ਭੈਣ ਚੋਦਾ ਚੰਗੀ ਤਰ੍ਹਾਂ ਪੱਟਾਂਗੇ। 2 ਸਾਲ ਖੜ ਜਾ ਹਲੇ, ਪਾਕਿਸਤਾਨ ਵੀ ਵਿੱਚ ਹੀ ਆਊਗਾ, ਬੰਦੇ ਮਰਵਾਏ ਆਪਣੇ ਭਰਾ ਹੀ ਆ ਸਾਰੇ। ਤੇਰੇ ਵਰਗੇ ਮੂਤ ਪੀਣੇ ਨੂੰ ਬਾਹਰ ਕੱਢਾਂਗੇ, ਤੇਰੇ ਵਰਗੇ ਦੀ ਬੁੰਡ ਮਾਰਾਂਗੇ ਭੈਣ ਚੋਦਾ ਟਕਾ ਕੇ ਆਪਾਂ। ਕੀ ਕਰ ਲਿਆ? ਦਿਆ ਲੋੜਿਆ ਤੈਨੂੰ ਜਿਹੜਾ ਭੈਣ ਆਓ ਮਗੈਮੋ ਤੇਰੀ ਮਾਂ ਦਾ ਯਾਰ ਵਾ ਭੈਣ ਚੋਦਾ ਵਿਲਨ ਵਾ ਤੇਰੀ ਜ਼ਿੰਦਗੀ 'ਚ ਪੁੱਦੀ ਦਿਆ ਮੈਂ, ਸਿਰੇ ਦਾ ਵਿਲਨ ਆ ਭੈਣ ਦਿਆ ਲੋੜਿਆ ਮੈਂ। ਉਹ ਵਿਲਨ ਤੂੰ ਭੈਣ ਚੋ ਲੋੜੇ ਦਾ ਵਿਲਨ ਆ ਤੂੰ। ਹਾਂ ਲੋੜੇ ਦਾ ਹੀ ਵਿਲਨ ਆ ਮੈਂ, ਲੋੜਾ ਹੀ ਦਿੰਨਾ ਤੈਨੂੰ ਭੈਣ ਚੋਦਾ। ਭੈਣ ਦਿਆ ਯਾਰ ਬਕਵਾਸ ਕਰਦਾ ਫਿਰਦਾ ਤੂੰ। ਕੀ ਕਰ ਲਿਆ? ਚੱਲ ਦੱਸ। ਤੇਰੀ ਮਾਂ ਦੀ ਕੱਚੀ ਪਾਈ ਆ ਆਪਣੇ ਮੱਥੇ 'ਚ, ਤੇਰੀ ਮਾਂ ਦੀ ਕੱਚੀ ਦੇ ਨਾਲ ਪਾਹਾ ਲੈ ਕੇ ਭੈਣ ਚੋਦਾ ਮਰ ਜਾਣਾ ਮੈਂ। ਤੇਰੀ ਮਾਂ ਦੇ ਮਮਿਆਂ ਦੇ ਨਾਲ ਲੰਮਕ ਕੇ ਭੈਣ ਚੋਦਾ ਮਰਨਾ ਭੈਣ ਦਿਆ ਯਾਰ, ਤੇਰੇ ਸਿਰ ਚੜ ਕੇ ਭੋਸੜੀ ਦਿਆ। ਗਾਲਾਂ ਕੱਢਣ ਤੋਂ ਸਿਵਾਏ ਪਾਕਿਸਤਾਨੀਆਂ ਨੇ ਕੀ ਪਟਿਆ ਅੱਜ ਤੱਕ? ਉਹ ਆ ਦੇਖ ਲੈ ਜਿਨ੍ਹਾਂ ਦੀਆਂ ਬਰੋਡਾਂ ਤੇ ਬਹਿ ਕੇ ਭੈਣ ਚੋਦਾ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ ਤੂੰ। ਤੇਰੀ ਭੈਣ ਦੇ ਘੂਸੇ 'ਚ ਲੰਨ ਭਾਈ। ਖਾਲਿਸਤਾਨ ਨੂੰ ਮੰਗਣ ਤੋਂ ਸਿਵਾਏ ਜਾਂ ਖਾਲਿਸਤਾਨ ਦੀ ਗੱਲ ਕਰਨ ਤੋਂ ਸਿਵਾਏ ਤੁਸੀਂ ਖਾਲਿਸਤਾਨ ਨੂੰ ਅਸੀਂ ਮੰਗਦੇ ਤਾਂ ਆ ਕਿਉਂਕਿ ਤੇਰੇ ਵਰਗੇ ਬੰਦਾ ਜ਼ਮੀਰ ਮਰਿਆ ਆ ਭੈਣ ਚੋਦਾ। ਅਸੀਂ ਸਾਨੂੰ ਗੁਲਾਮ ਭੈਣ ਚੋਦਾ ਇੰਡੀਆ ਦੇ ਵਿੱਚ ਸਾਨੂੰ ਗੁਲਾਮ ਭੈਣ ਚੋਦਾ ਮਹਿਸੂਸ ਕਰਾਇਆ ਜਾਂਦਾ, ਇਸ ਕਰਕੇ ਸਾਨੂੰ ਖਾਲਿਸਤਾਨ ਚਾਹੀਦਾ। ਤੇਰੇ ਵਰਗੇ ਗੰਦੇ ਬੰਦਿਆਂ ਨੂੰ ਭੈਣ ਚੋਦਾ ਮਾਰਨੇ ਨੂੰ ਖਾਲਿਸਤਾਨ ਚਾਹੀਦਾ। ਤੇਰੇ ਵਰਗੇ ਘੂਸਿਆਂ ਨੂੰ ਨੱਥ ਪਾਉਣ ਨੂੰ ਭੈਣ ਦਿਆ ਲੋੜਿਆ। ਤੇਰੀ ਜ਼ਮੀਰ ਮਰੀ ਹੋ ਆ ਭੈਣ ਚੋਦਾ, ਤੇਰੇ ਲੰਨ ਨਹੀਂ ਤੇਰੇ ਘੂਸੀ ਲੱਗੀ ਹੋ ਥੱਲੇ ਭੈਣ ਚੋਦਾ। ਚੈੱਕ ਕਰ ਥੱਲੇ ਨੂੰ ਪੈ ਕੇ ਇੱਕ ਵਾਰ। ਭੈਣ ਦਿਆ ਲੋੜਾ ਤੇਰੇ ਅੰਦਰ ਜ਼ਮੀਰ ਨਹੀਂ ਹੈਗੀ, ਤੂੰ ਭੈਣ ਚੋਦਾ ਮਰਦ ਦਾ ਬੱਚਾ ਨਹੀਂ ਹੈਗਾ। ਭੈਣ ਦਿਆ ਯਾਰਾ ਤੂੰ ਮੋਰੇ ਮੈਂ ਤੇਰੀ ਗਾਂਡ ਪਾੜ ਦਵਾਂ ਮੈਂ, ਬੱਚਾ ਖਾਜੂ ਭੋਸੜੀ ਦਿਆ। ਤੂੰ ਹੈ ਕਿਤੇ ਤੇਰੀ ਮਾਂ ਦੀ ਲੰਨ, ਤੂੰ ਬੈਠਾ ਭੈਣ ਚੋਦਾ ਸਿੜਨੀ ਆ, ਸਿੜਨੀ ਬੈਠਾ ਨਾ ਤੂੰ ਸਿੜਨੀ ਬੈਠਾ ਨਾ ਭਾਜੀ। ਅਸੀਂ ਨਹੀਂ ਮਰਨਾ ਚਾਹੁੰਦੇ ਭਾਜੀ, ਤੂੰ ਸਿੜਨੀ ਬੈਠਾ ਤੂੰ। ਹਾਂਜੀ ਸਿੜਨੀ ਬੈਠੇ। ਹਾਂਜੀ ਹਾਂ ਦੇ ਨੰਬਰ ਭੇਜ ਭੈਣ ਚੋਦਾ ਆਪਣਾ ਵੇ। ਨੰਬਰ ਮੈਂ ਤੇਰੀ ਮਾਂ ਦੇ ਪੱਟ ਤੇ ਤੈਨੂੰ ਮੈਸੇਜ ਕੀਤਾ ਸੀ ਬਾਈ, ਉਦੋਂ ਪੜਦਾ ਕਿਉਂ ਨਹੀਂ ਤੂੰ? ਨਹੀਂ ਮੇਰੀ ਮਾਂ ਦੇ ਪੜਦਾ ਛੱਡ ਤੂੰ ਆ ਨੰਬਰ ਭੇਜ ਭੈਣ ਚੋਦਾ। ਤੂੰ ਨੰਬਰ ਭੇਜ ਆਪਣਾ ਜੇ ਤੂੰ ਇੱਕ ਮਾਂ ਦਾ ਪੁੱਤ ਹੈਗਾ ਤਾਂ। ਦੱਸਦੀ ਮਾਂ ਦੇ ਬੱਚਿਆ ਹਰਾਮ ਜਾਦਿਆ ਗੱਲ ਬਦਲੂਆ ਕਰ ਲਈ ਕੁੱਤਿਆ। ਤੇਰੀ ਭੈਣ ਦੀ ਲੰਨ ਤੇਰੀ ਦੀ ਭੈਣ ਚੋਦਾ ਕੁੱਤਿਆ। ਕੀ ਕਰ ਲਿਆ? ਬਸ ਗਾਲਾਂ ਦਾ ਯਾਰ ਸਾਲਾ। ਅੱਛਾ ਇਹ ਪਤਾ ਲੱਗ ਗਿਆ ਯਾਰ ਇਹ ਸਰਦਾਰ ਤੂੰ ਨਹੀਂ ਭੇੜ ਹੈ, ਦੀ ਸਿੱਖ ਖੱਲ ਨਹੀਂ ਪਾ ਹੈ, ਕੇ ਭੈਣ ਚੋਦਾ ਲੁਕਿਆ ਪਿਆ ਤੂੰ। ਸਿੱਖ ਨਹੀਂ ਹੈ। ਤੂੰ ਆ ਤਾਂ ਮੋਰੇ ਫਿਰ, ਤੂੰ ਮੋਰੇ ਆ ਤਾਂ ਵੇ। ਤੈਨੂੰ ਨਾ ਬਚਾਵਾ ਭੈਣ ਚੋਦਾ ਮੈਂ ਚੱਜ ਨਾਲ ਲੰਮਾ ਪਾਵਾਂ। ਗਾਲਾਂ ਕੱਢਣ ਤੋਂ ਸਿਵਾਏ ਤੇ ਬੰਦੇ ਮਰਵਾਉਣ। ਹੁਣ ਤਾਂ ਮੈਂ ਤੇਰੇ ਨਾਲ ਹੁਣ ਤਾਂ ਮੈਂ ਗਾਲਾਂ ਕੱਢਦਾ, ਇਦਾਂ ਹੀ ਤੇਰੀ ਬੁੰਡ ਵੀ ਪਾੜੂੰਗਾ। ਤੂੰ ਭੈਣ ਚੋਦਾ ਹੋਣ ਦੀ ਜੁਰਤ ਕਰ। ਤੇਰੇ ਮਗਰ ਪਤਾ ਮੈਂ ਕਾਦਾ ਪਿਆ ਆ ਜਿਆਦਾ ਭੈਣ ਚੋਦਾ। ਤੂੰ ਸੀਐਮ ਦੀ ਲਾਈਵ ਤੱਕ ਤੂੰ ਮੈਨੂੰ ਗਾਲਾਂ ਕੱਢੀਆਂ ਸੀਆਂ। ਤੇਰੀ ਮਾਂ ਦੀ ਫੁੱਦੀ ਉਦੋਲੀ, ਤੇਰੀ ਮਾਂ ਦੀ ਫੁੱਦੀ ਮਾਰਨ ਦੇ ਮਗਰ ਉਦੋਲਾ ਪਿਆ ਆ ਭੈਣ ਚੋਦਾ ਮੈਂ। ਭੈਣ ਦਿਆ ਲੋੜਿਆ ਕੁੱਤਿਆ ਰਾਜ ਤੇਰੀ ਮਾਂ ਚੋਦੀ ਸੀ। ਮੈਂ ਤੈਨੂੰ ਕੁਝ ਕਿਹਾ ਸੀ? ਤੈਨੂੰ ਕਿਹਾ ਸੀ ਕੁਝ ਭੈਣ ਚੋਦਾ ਉੱਤੇ ਆ ਗਿਆ? ਭੈਣ ਦਿਆ ਲੋੜਿਆ ਉਹ ਮੰਗੈਂਗੋ ਮੋ ਭਾਈ ਤੇ ਹੋਲੀ ਆਰਾਮ ਨਾਲ ਤੂੰ ਲੋਕਾਂ ਦੀਆਂ ਭੈਣ ਚੋਦਾ ਲਾਈਵਾਂ ਤੇ ਆ ਕੇ ਤੂੰ ਗੰਦ ਘੋਲਦਾ ਫਿਰਦਾ ਫੁੱਦੀ ਦਿਆ। ਉਹ ਭੈਣ ਚੋ ਸਾਰੇ ਭਰਾਵਾਂ ਨੂੰ ਮੈਂ ਕਹਿਣਾ ਇਹ ਡਿਪਰੈਸਡ ਪਰਸਨ ਆ ਭੈਣ ਚੋਦੇ ਇੱਕ ਨੰਬਰ ਦਾ ਕੁੱਤਾ, ਕੁੱਤੀ ਮਾਂ ਦਾ ਬੱਚਾ ਭੈਣ ਚੋਦੇ। ਇਹਨੂੰ ਕੋਈ ਨਹੀਂ ਭੈਣ ਚੋਦ ਨੂੰ ਮੂੰਹ ਲਾਉਂਦਾ ਇਹਨੂੰ ਫੁੱਦੀ ਦੇ ਨੂੰ।
ਤੁਸੀਂ ਪਤਾ ਨਹੀਂ ਕਿੱਦਾਂ ਕਾਹਦੇ ਚੱਕ ਇਹਨੂੰ ਲਾਹਣਤਾ ਭੈ ਜੋ ਆਪਣੇ ਵੀ ਪਾਉਣ ਲੱਗੇ ਹੋ ਤੁਸੀਂ ਆਪਣੀ ਕੌਮ ਨੂੰ ਵੀ ਨਾਲੇ ਆਪਣੇ ਆਪ ਨੂੰ ਵੀ ਇਹ ਭੈਣ ਦਾ ਯਾਰ ਵਾ ਵੀਰੇ ਇਹਨੂੰ ਪਤਾ ਟੈਨਸ਼ਨ ਨਹੀਂ ਲੈ ਐਰਲੇ ਪਤਾ ਲੱਗ ਗਿਆ ਭੈਣ ਦਾ ਲੋੜਾ ਤੇਰੇ ਲੁੱਲ ਫੇਰਾ ਤੇਰੇ ਸਵਾਰ ਕੇ ਭੈਣ ਚੋਦਾ ਮੈਂ ਭੈਣ ਦਿਆ ਯਾਰਾ ਸੰਡੇ ਦਾ ਤੇਲ ਲਗਾ ਭੈਣ ਦਿਆ ਲੋੜਾ ਮਾਲ ਖਾ ਕੇ ਤੇਰੇ ਘਰ ਦੇ ਅੰਦਰ ਵੜ ਜਾਵਾਂ ਤੇਰੀ ਮਾਂ ਭੈਣ ਤੇਰੇ ਰਿਸ਼ਤੇਦਾਰ ਸਾਰੇ ਚੋਦ ਕੇ ਛੱਡ ਦਵਾਂ ਪੁੱਦੀ ਦਿਆ ਤੂੰ ਬਕਵਾਸ ਕਰਦਾ ਫਿਰਦਾ ਤੇਰੀ ਮਾਂ ਦੀ ਭੂਜੀ ਭੈਣ ਚੋਦਾ ਕੁੱਟ ਭੈਣ ਚੋਦਾ ਫਲੋਰ ਬਣਾ ਦੇਵਾਂ ਉਹਦਾ ਮੈਂ ਬੁੱਧੇ ਦਾ ਤੇਰੀ ਮਾਂ ਦੇ ਦਾ ਉਹ ਵੀ ਕਹਿੰਦਾ ਭੈਣ ਦਿਆ ਲੋੜਿਆ ਬਕਵਾਸ ਕਰਦਾ ਫਿਰਦਾ ਤੂੰ ਇੱਥੇ ਬਹਿ ਕੇ ਪੁੱਦੀ ਦਾ ਉੱਥੇ ਆ ਤੂੰ ਮਾਂ ਚਦਾ ਆਪਣੀ ਤੇਰੀ ਮਾਂ ਚੋਦੀ ਆ ਗਏ ਭੈਣ ਚੋਦਾ ਦਿਨ ਰਾਤ ਨੂੰ ਗਾਲਾਂ ਕੱਢੀਆਂ ਭੈਣ ਦਿਆ ਲੋੜਿਆ ਆਪਣੀ ਮਾਂ ਘਰ ਸਾਡੇ ਵੱਲ ਨੂੰ ਇੱਕ ਵਾਰੀ ਬੰਨ ਲੈਣੀ ਦਿਆ ਦੱਫੇ ਲੈਣੀ ਦਿਆ ਦੱਫੇ ਲੈਂਦੀ ਥੱਕ ਗਈ ਨਹੀਂ ਭੈਣ ਚੋਦਾ ਮਾਂ ਤੇਰੀ ਭੈਣ ਚੋਦਾ ਪਿੰਡ ਚ ਆਟਾ ਮੰਗਦੀ ਫਿਰ ਤੂੰ ਇੱਥੇ ਭੈਣ ਦਿਆ ਯਾਰਾ ਤੂੰ ਭੈਣ ਚੋਦਾ ਘੋੜਦਾ ਫਿਰਦਾ ਪ੍ਰਧਾਨੀਆਂ ਤੂੰ ਫੁੱਦੀ ਦਿਆ ਆਪਣੀ ਮਾਂ ਭੈਣ ਨੂੰ ਸਾਂਭ ਪਹਿਲਾਂ ਭੈਣ ਚੋਦਾ ਜਾ ਕੇ ਭੈਣ ਦਿਆ ਲੋੜਾ ਤੇਰੇ ਮਗਰ ਮੈਂ ਉਨਾ ਚਿਰ ਤੱਕ ਨਹੀਂ ਹਟੂੰਗਾ ਜਿੰਨਾ ਚਿਰ ਤੱਕ ਤੂੰ ਮੈਨੂੰ ਟੱਕਰੂਗਾ ਨਹੀਂ ਤੇਰੀ ਮਾਂ ਚੋਦ ਕੇ ਛੱਡੂਗਾ ਮੈਂ ਤੂੰ ਮੈਨੂੰ ਨੰਬਰ ਭੇਜ ਭੈਣ ਚੋਦਾ ਇਨਬਾਕਸ ਚ ਤੈਨੂੰ ਮੈਂ ਟੱਕਰਦਾ ਭੋਸੜੀ ਦਿਆ ਕੱਲ ਨੂੰ ਹੀ ਆ ਕੇ ਮੇਰੇ ਬੰਦੇ ਬੈਠੇ ਹੋਣਗੇ ਭੈਣ ਦਿਆ ਲੋੜਾ ਮੇਰੇ ਲੰਨ ਨੂੰ ਭੈਣ ਚੋਦਾ ਜੱਫੇ ਪਾ ਕੇ ਝੂਠ ਤੂੰ ਮੇਰੇ ਬੰਦੇ ਬੈਠੇ ਹੋਣਗੇ ਨਾ ਉੱਤੇ ਬੈਠੇ ਲੱਗਾ ਭੋਸੜੀ ਦਾ ਬਕਵਾਸ ਕਰਨ ਦਿਖਾਊਗਾ ਨਾਲੇ ਹੋਰ ਭੈਣ ਦਿਆ ਲੋੜਿਆ ਤੇਰੇ ਮੂੰਹ ਚ ਲੰਨ ਪਾ ਕੇ ਗਰਾਰੇ ਕਰਾ ਦੂੰ ਤੈਨੂੰ ਫੁੱਦੀ ਦਿਆ ਲੰਨ ਭੈਣ ਚੋਦਾ ਤੇਰੇ ਮੂੰਹ ਚ ਪਾ ਕੇ ਪਿਸਤੌਲ ਰੱਖ ਨਾ ਤੇਰੇ ਮੂੰਹ ਦਾ ਭੈਣ ਚੋਦਾ ਤੈਨੂੰ ਕਬੂਲ ਕਰਾਉਂ ਖਾਲਿਸਤਾਨ ਫਿਰ ਮੈਂ ਤੇਰੇ ਮੂੰਹ ਦੇ ਵਿੱਚ ਲੰਨ ਪਾ ਕੇ ਤੇਰੇ ਸਿਰ ਤੇ ਪਿਸਤੌਲ ਰੱਖ ਕੇ ਭੈਣ ਚੋਦਾ ਤੂੰ ਕਬੂਲ ਕਰੂੰਗਾ ਮੈਂ ਖਾਲਿਸਤਾਨੀ ਆ ਹੋਵੇ ਤੂੰ ਭੈਣ ਚੋਦਾ ਜਿਹੜਾ ਬਣਿਆ ਫਿਰਦਾ ਤੂੰ ਅੱਜ ਭੈਣ ਦਾ ਲੋੜਾ ਸਿੱਖ ਆ ਯਾਰ ਪੰਜਾਬੋ ਸਾਰ ਉਹਦੇ ਬੜੀ ਕਨਫਿਊਜ਼ਨ ਹੋਈ ਸੀ ਲੱਗ ਨਹੀਂ ਸੀ ਰਿਹਾ ਸਿੱਖ ਆਪਾਂ ਹੈਗੇ ਆ ਖਾਲਿਸਤਾਨੀ ਤੇਰੇ ਵਰਗੇ ਦੀ ਬੁੰਡ ਮਾਰਨ ਨੂੰ ਬਣੇ ਹੋ ਅਸੀਂ ਖਾਲਿਸਤਾਨੀ ਹੋਣਾ ਕੀ ਮਾੜੀ ਗੱਲ ਆ ਖਾਲਿਸਤਾਨੀ ਹੋਣਾ ਕੀ ਮਾੜੀ ਗੱਲ ਆ ਅਸੀਂ ਇਹੀ ਮੰਗਦੇ ਆ ਕਿ ਸਾਨੂੰ ਜਿਹੜਾ ਭੈਣ ਚੋ ਗੁਲਾਮੀ ਸਾਨੂੰ ਫੀਲ ਕਰਾਈ ਜਾਂਦੀ ਇੰਡੀਆ ਵਰਗੇ ਮੁਲਕ 'ਚ ਭੈਣ ਚੋ ਦਾ ਉਦਾਂ ਸਾਨੂੰ ਨਹੀਂ ਚਾਹੀਦੀ ਤੈਨੂੰ ਭੈਣ ਚੋ ਦਾ ਗੁਲਾਮੀ ਮੁਬਾਰਕ ਹੋਵੇ ਸਾਨੂੰ ਨਹੀਂ ਹੈਗੀ ਸਾਨੂੰ ਨਹੀਂ ਭੈਣ ਚੋ ਦਾ ਚਾਹੀਦੀ ਏਦਾਂ ਦੀ ਗੁਲਾਮੀ ਅਸੀਂ ਭੈਣ ਦਾ ਲੋੜਾ ਚਾਰ ਪਰਚੇ ਪਾ ਕੇ ਆਇਆ ਆਪਣੇ ਤੇ ਇੰਡੀਆ ਤੋਂ ਤੂੰ ਪੁੱਤੀ ਦਿਆ ਭੈਣ ਚੋ ਦਾ ਕੁੱਤੇ ਦਾ ਡੰਡਾ ਨਹੀਂ ਮਾਰਿਆ ਤੇਰੀ ਮਾਂ ਦੀ ਲੰਨ ਤੇਰੀ ਦੀ ਭੈਣ ਦਾ ਲੋੜਿਆ ਚੱਕਿਆ ਤੂੰ ਬ੍ਰੇਨ ਡੈਡ ਦਾ ਕਲਾਨ ਹੁੰਦੇ ਖਾਲਿਸਤਾਨੀ ਹੋਰ ਕਲਾਨ ਤੇਰੀ ਮਾਂ ਫੁੱਦੀ ਦਿੰਦੀ ਖਾਲਿਸਤਾਨੀ ਜਾ ਕੇ ਤੇਰੀ ਮਾਂ ਵੀ ਗਸਤੌੜੇ ਹੀ ਆ ਭੈਣ ਚੋਦਾ ਫਿਰ ਖਾਲਿਸਤਾਨੀ ਕਲਾਨ ਹੁੰਦੇ ਆ ਭੈਣ ਚੋਦਾ ਤੇਰੇ ਅੰਦਰ ਵੀ ਕਿਸੇ ਨਾ ਕਿਸੇ ਖਾਲਿਸਤਾਨੀ ਦਾ ਹੀ ਬੀ ਆ ਬਸ ਕਰੋ ਤੂੰ ਵੀ ਕਿਸੇ ਖਾਲਿਸਤਾਨੀ ਦਾ ਬੀ ਚੋਂ ਹੀ ਭੈਣ ਚੋਦਾ ਨਿਕਲਿਆ ਆ ਹਰਾਮਜ਼ਾਦਿਆ ਉਹ 1-1 ਫੁੱਟ ਦੇ ਵਾਲ ਰੱਖੇ ਭੈਣ ਦਿਆ ਲੋੜਿਆ ਆਹੋ ਇਹ ਬੋਲੀ ਆ ਉਹੀ ਭੈਣ ਚੋ ਬਾਲਾਂ ਨਾਲ ਤੈਨੂੰ ਸਾਲਿਆ ਫਾਹਾ ਦੇਣਾ ਬੁੱਧੀ ਦੇ ਵਾਲ ਰੱਖੇ ਹੁੰਦੇ ਤੁਸੀਂ ਕੀ ਕਰੋਗੇ ਉਹੀ ਫਾਹਾ ਦੇਣਾ ਉਹਦੇ ਨਾਲ ਹੀ ਫਾਹਾ ਦੇਣਾ ਤੈਨੂੰ ਭੈਣ ਦਿਆ ਲੋੜਿਆ ਆ ਜਿਹੜੇ ਤੂੰ ਆਪਣੀ ਭੈਣ ਚੋ ਸਕਰੀਨ ਤੇ ਲਾਈਆਂ ਨਾ ਫੋਟੋਆਂ ਮੂੰਹ ਮਾਂ ਜਾਏ ਹੱਥ ਉੱਤੇ ਐਦਾਂ ਦੇ ਹੱਥ ਤੇਰੀ ਬੁੰਡ ਦੇ ਵਿੱਚ ਪਾ ਕੇ ਭੈਣ ਚੋ ਦਾ ਘਮਾਉਣੇ ਆ ਭੈਣ ਦਿਆ ਲੋੜਿਆ ਐਦਾਂ ਹੀ ਖੋਲਣੇ ਤੇਰੇ ਹੱਥ ਮੈਂ ਅੰਦਰ ਬਾੜ ਕੇ ਤੈਨੂੰ ਦੱਸਾਂਗੇ ਚੰਗੀ ਤਰ੍ਹਾਂ ਖਾਲਿਸਤਾਨੀ ਭੈਣ ਦਿਆ ਲੋੜਿਆ ਜੋ ਭੈਣ ਚੋਦਾ ਅਸੀਂ ਸਿੱਧਕ ਚੱਲਿਆ ਤੇਰੇ ਵਰਗਾ ਘੂਸਾ ਭੈਣ ਚੋਦ ਕੱਲ ਨੂੰ ਜੰਮ ਕੇ ਤਾਂ ਸਾਰਾ ਕੁਝ ਨਾਸ ਪੱਟਣ ਲੱਗਾ ਆ ਹਰ ਤੂੰ ਲਾਣਦੇ ਭੈਣ ਚੋਦਾ ਤੇਰੇ ਜੰਮਣ ਤੇ ਗਸਤੀ ਮਾਂ ਦੇ ਬੱਚਾ ਲਾਣਦਾ ਤੇਰੇ ਜੰਮਣ ਤੈਨੂੰ ਗਲ ਘੁੱਟ ਕੇ ਮਾਰ ਕਾ ਤੇ ਦਿੱਤਾ ਭੈਣ ਚੋਦਾ ਉਦੋਂ ਹੀ ਤੈਨੂੰ ਮਾਰਦਾ ਤੈਨੂੰ ਮਾਰ ਦੇਣਾ ਚਾਹੀਦਾ ਸੀ ਭੈਣ ਦਿਆ ਲੋੜਿਆ ਭੈਣ ਚੋਦਾ 10 ਦਿਨ ਦੇਖਣ ਨੂੰ ਮਿਲਦਾ ਹੀ ਨਾ ਲਾਣ ਤੂੰ ਭੈਣ ਚੋਦਾ ਲੱਕ ਦੀ ਲਾਣ ਦੋ ਤੇਰੇ ਘਰ ਦੇ ਕਿੱਥੇ ਤੇਰੀ ਮਾਂ ਭੈਣ ਚੋ ਕਿਤੇ ਸਰਪੰਚ ਕੋ ਜਾ ਕੇ ਪੁੱਦੀ ਦੇ ਆਈ ਭੈਣ ਚੋਦਾ ਪੱਟੀਆਂ ਦੀ ਕੱਖ ਮਗਰ ਪੱਟੀਆਂ ਦੀ ਪੰਡ ਮਗਰ ਪੁੱਦੀ ਦੇ ਆਈ ਤੂੰ ਜੰਮ ਗਿਆ ਭੈਣ ਚੋਦਾ ਮਗਰੋਂ ਭੈਣ ਦਿਆ ਲੋੜਿਆ ਤੂੰ ਇੱਥੇ ਬਹਿ ਕੇ ਬਕਵਾਸ ਕਰਨ ਲੱਗਾ ਆ ਬ੍ਰੇਨ ਡੈਡ ਹੁਣ ਗੱਲ ਭੈਣ ਦਾ ਯਾਰ ਸਾਲਾ ਕੀ ਹੋ ਗਿਆ ਤੁਹਾਨੂੰ ਕਿਸੇ ਨੇ ਮਾਫ ਕੀਤਾ ਬਖਸ਼ਿਆ ਤੁਹਾਨੂੰ ਕਿਸੇ ਨੇ ਯਾਰ ਬ੍ਰੇਨ ਡੈਡ ਭਾਜੀ ਤੁਹਾਡੇ ਕੋਲ ਗੱਲ ਹੈ ਨਹੀਂ ਕੋਈ ਓਏ ਭੈਣ ਚੋ ਸਿਰ ਦਾ ਕਮਾ ਆ ਨਾਸਰ ਭਾਜੀ ਗਾਂਡੂ ਬੰਦਾ ਹੈ ਭੈਣ ਚੋਦ ਇਹਦਾ ਕੋਈ ਵਜੂਦ ਨਹੀਂ ਹੈਗਾ ਭੈਣ ਚੋਦੇ ਦਾ ਇਹ ਨਾ ਮਰਦਵਾ ਨਾ ਜੰਮਿਆ ਬੰਦਾ ਭੈਣ ਚੋਦੇ ਆਪਣੀ ਕੌਮ ਭੈਣ ਦਾ ਯਾਰ ਬਕਵਾਸ ਕਰਦਾ ਫਿਰਦਾ ਭੈਣ ਦਾ ਲੋੜਿਆ ਲੱਤੇ ਲੱਤ ਰੱਖ ਕੇ ਪਾੜ ਦੂੰ ਵਿੱਚੋਂ ਤੈਨੂੰ ਫੁੱਦੀ ਦਿਆ ਚੱਲ ਤੇਰੇ ਵਰਗੇ ਘੂਸੇ ਭੈਣ ਦਾ ਚੱਲ ਤਾਂ ਤੇਰਾ ਕੱਢ ਦੂੰ ਭੈਣ ਚੋਦਾ ਜੇ ਤੂੰ ਆ ਗਿਆ ਮੋਰੇ ਤਾਂ ਅਸੀਂ ਇੱਦੀ ਕਰਦੇ ਹਾਂ ਤੇਰੀ ਬੁੰਡ ਪਾੜ ਦੂੰ ਭੈਣ ਚੋਦਾ ਮਿੰਟ ਚ ਮੈਂ ਬੈਠਾ ਤੂੰ ਬਕਵਾਸ ਕਰਨ ਲੱਗਾ ਤੂੰ ਹੈਗਾ ਵਾ ਨਹੀਂ ਜੇ ਚੱਲ ਠੀਕ ਆ ਤੂੰ ਹਿੰਦੁਸਤਾਨੀ ਆ ਤੂੰ ਦੇ ਭੈਣ ਚੋਦਾ ਮੈਨੂੰ ਲੋਕੇਸ਼ਨ ਸੈਂਡ ਕਰਨ ਵਾਲੇ ਦੇ ਆਪਣਾ ਨੰਬਰ ਤੈਨੂੰ ਮੈਂ ਟੱਕਰਦਾ ਆ ਕੇ ਭੈਣ ਚੋਦਾ ਉੱਥੇ ਫਿਰ ਤੇਰੀ ਮਾਂ ਦਾ ਘੂਸਾ ਤੇਰੀ ਦਾ ਭੈਣ ਚੋਦਾ ਤੇਰੀ ਮਾਂ ਦੇ ਘੂਸੇ ਤੇ ਭੈਣ ਚੋ ਡਾਂਗਾ ਮਾਰਾਂ ਭੈਣ ਚੋਦਾ ਮੈਂ ਮਾਰ ਭੈਣ ਚੋਦਾ ਚਪਲਾ ਤੇਰੀ ਮਾਂ ਦਾ ਘੂਸਾ ਸਜਾਵਾਂ ਪੁੱਦੀ ਦਿਆ ਭੋਸੜੀ ਜਾਣ ਦਿਆ ਤੈਨੂੰ ਜਿੱਥੋਂ ਤੂੰ ਨਿਕਲਿਆ ਤੈਨੂੰ ਉੱਥੇ ਬਾੜਾ ਭੈਣ ਚੋਦਾ ਮੈਂ ਤੇਲ ਲਾ ਕੇ ਭੈਣ ਦਿਆ ਲੋੜਿਆ ਗਾਡੂਆ ਭੈਣ ਚੋਦਾ 1 ਨੰਬਰ ਦਿਆ ਬੜਾ ਕੁਝ ਆ ਗਿਆ ਭੋਸੜੀ ਜਾਣ ਦਾ ਬਕਵਾਸ ਦਾ ਬੋਲ ਭੈਣ ਚੋਦਾ ਤੂੰ ਕੀ ਬੋਲਣ ਲੱਗਾ ਆ ਹੁਣ ਖਾਲਿਸਤਾਨੀ ਬੋਲੀ ਜਾਣ ਦਾ ਆ ਹੈਗਾ ਖਾਲਿਸਤਾਨੀ
ਤੇਰੀ ਮਾਂ ਦੇ ਫੁੱਦੇ ਤੇ ਭੈਣ ਚੋਦ ਝੰਡਾ ਲਾ ਕੇ ਬਣ ਕੇ ਖਾਲਿਸਤਾਨੀ ਤਾੜੀ ਮਾਰ ਕੇ ਭੱਜੇ ਸੀ ਉਹ ਵੀ ਵਿੱਚ ਹੀ ਆ ਆ ਗਏ। ਤਾੜੀ ਮਾਰ ਤੇਰੀ ਮਾਂ ਬਚਾ ਕੇ ਲਿਆਈ ਸੀ ਭੈਣ ਚੋਦਾ ਆਪਾਂ ਉਦੋਂ ਫਿਰ ਬੜਾ ਜਿੱਦਾਂ ਦਿੰਦੀ ਸੀ ਫੁੱਦੀਆਂ ਭੈਣ ਚੋਦ ਤੇਰੀ ਭੈਣ ਨੂੰ ਵੀ ਨਾਲੇ ਤੇਰੀਆਂ ਭਾਣਜੀਆਂ ਨੂੰ ਤੇਰੀਆਂ ਤਾਈਆਂ ਨੂੰ ਤੇਰੀਆਂ ਚਾਚੀਆਂ ਨੂੰ ਤੇਰੀਆਂ ਮਾਸੀਆਂ ਨੂੰ ਤੇਰੀਆਂ ਮਾਮੀਆਂ ਨੂੰ ਭੈਣ ਚੋਦਾ ਤੂੰ ਭੈਣ ਚੋਦਾ ਭੁੱਲ ਗਿਆ ਹੁਣ ਗਾਂਡੂਆ ਮਾਈ ਭਾਗੂ ਭੈਣ ਤਾਈ ਨਹੀਂ ਤੇਰੇ ਕੋ ਭੈਣ ਚੋਦਾ ਇੰਨਾ ਪੈ ਸਿੱਧਕ ਝੱਲ ਨਹੀਂ ਹੋਇਆ ਓਏ ਬਕਵਾਸ ਨਾ ਕਰੀ ਮਾਈ ਭਾਗੋ ਤੇ ਮੈਂ ਤੇਰੇ ਤੇਰੇ ਕੋ ਇੰਨਾ ਸਾਡਾ ਸਦਮਾ ਝੱਲ ਨਹੀਂ ਹੋਇਆ ਤਾਂ ਹੀ ਤੇਰਾ ਬ੍ਰੇਨ ਡੈਡ ਹੋ ਗਿਆ ਭੈਣ ਚੋਦਾ ਵੇ ਭੈਣ ਚੋਦਾ ਰੋਕਿਆ ਤਾਂ ਹੀ ਤੇਰਾ ਬ੍ਰੇਨ ਡੈਡ ਹੋ ਗਿਆ ਭੈਣ ਦੇ ਲੋੜਿਆ ਤੇਰੇ ਕੋ ਝੱਲ ਨਹੀਂ ਹੋਇਆ ਸਦਮਾ ਭੈਣ ਚੋਦਾ ਫਿਰ ਬਰੂਟੋ ਜ਼ਿਆਦਾ ਦੁੱਖ ਲੱਗ ਗਿਆ ਤੇਰਾ ਭਾਈ ਤੈਨੂੰ ਸਦਮਾ ਤੇਰੇ ਕੋ ਝੱਲ ਨਹੀਂ ਹੋਇਆ ਭੋਸੜੀ ਜਾਉਣ ਦਿਆ ਆਪਣੀ ਮਾਂ ਚੁੱਦ ਦੀ ਦੇਖ ਕੇ ਭੈਣ ਚੋਦ ਤੇਰਾ ਬ੍ਰੇਨ ਤਾਂ ਹੀ ਡੈਡ ਹੋ ਗਿਆ ਤੇਰਾ ਏਦਾਂ ਆਈ ਤੂੰ ਭੈਣ ਲਾ ਦੇ ਚੋਦਾ ਯਾਰ ਲੱਗੀ ਫਿਰਦਾ ਭੈਣ ਥੱਲੇ ਲਾ ਦੇ ਚੋਦਾ ਹੁਣ ਮਾਈ ਭਾਗੋ ਤੇ ਭੋਗਦਾ ਵੇ ਭੈਣ ਦਾ ਗੱਲ ਲੋੜਾ ਮਾੜੀ ਹੈ। ਭੈਣ ਦਾ ਯਾਰ ਘੂਸੇ ਘਟਾ ਭੈਣ ਚੋਦ ਚਲੋ ਐਂਬੋ ਇੱਕ ਮਿੰਟ ਕੋਲ ਐਦਾਂ ਦੇ ਭੈਣ ਚੋਦ ਗਾਂਡੂ ਬੰਡੇ ਨੂੰ ਭੈਣ ਚੋਦ ਨੂੰ ਚੱਕਣਾ ਨਹੀਂ ਚਾਹੀਦਾ ਤੁਹਾਨੂੰ ਗਾਲਾਂ ਕੱਢ ਰਿਹਾ ਲਿਆ ਭੈਣ ਦਾ ਯਾਰ ਇਹ ਅੱਛਾ ਅੱਛਾ ਇੱਕ ਮਿੰਟ ਕਲੋਜ਼ ਉਤਰ ਹੁਣ ਮੈਂ ਤੈਨੂੰ ਬ੍ਰੇਨ ਡੈਡ ਇਸ ਗੱਲ ਵਾਸਤੇ ਲਾਇਆ ਕਿ ਮੈਂ ਤੇ ਸੁਣਿਆ ਨਹੀਂ ਪਰ ਮੈਨੂੰ ਤੁਹਾਡੀ ਬੋਲੀ ਵੀ ਜ਼ਿਆਦਾ ਸਮਝ ਨਹੀਂ ਸੀ ਵੀ ਆਉਂਦੀ ਪਰ ਜਿਹੜਾ ਜੇ ਤੂੰ ਮਾਈ ਭਾਗੋ ਦਾ ਨਾਂ ਲੈ ਕੇ ਕੋਈ ਤੂੰ ਗੁਸਤਾਖੀ ਕੀਤੀ ਤੋਹੀਨ ਕੀਤੀ ਤੇ ਫਿਰ ਤੈਨੂੰ ਲਾਣਾ ਚਾਹੀਦਾ ਸੀ ਇਹਦੀ ਗਾਂਡ ਮਾਰ ਦੇਣੀ ਆ ਮੈਂ ਇਹਨੂੰ ਭੈਣ ਦੇ ਲੜੇ ਦਾ ਧੜ ਲਾ ਦੇਣਾ ਭੈਣ ਚੋਦੇ ਦਾ ਇਹਦਾ ਇਸ ਗੱਲੇ ਕਿ ਸਾਨੂੰ ਤੁਹਾਡੀ ਪੂਰੀ ਗੱਲ ਦਾ ਨਾਮ ਹੀ ਪਤਾ ਹੋਵੇ ਤੇ ਇੰਨਾ ਪਤਾ ਹੈ ਕਿ ਸਿੱਖ ਜਿਹੜੇ ਨੇ ਉਹ ਮਾਈ ਭਾਗੋ ਦਾ ਰਿਸਪੈਕਟ ਕਰਦੇ ਨੇ ਹੈ ਦੇਖ ਭੈਣ ਉਹ ਭੈਣ ਚੋਦਾ ਕੁੱਤੀ ਮਾਂ ਦੇ ਬੱਚਿਆ ਆਪਣੇ ਪਾਕਿਸਤਾਨ ਵਾਲੇ ਭਰਾ ਵੀ ਸਾਲੇ ਰਿਸਪੈਕਟ ਕਰਦੇ ਆ ਹੈ ਕਿਤੇ ਨਾ ਕਿਤੇ ਤਾਂ ਵਾਲਿਆ ਆਪਣੇ ਧਰਮ ਦੀ ਭੈਣ ਦਿਆ ਲੋੜਿਆ ਤੂੰ ਤਾਂ ਨਾ ਤਿੰਨਾਂ ਚੋਂ ਨਾ 13 ਚੋਂ ਨਾ ਪਲੇਅਰਾਂ ਚੋਂ ਨਾ ਸਪੇਰਾਂ ਚੋਂ ਭੋਸੜੀ ਦਿਆ ਤੂੰ ਤੇਰਾ ਭੈਣ ਚੋਦਾ ਵਜੂਦਾ ਹੀ ਆ ਨਹੀਂ ਕੋਈ ਕੁੱਤਿਆ ਨਾਲੀ ਦਿਆ ਕੀੜਿਆ ਭੈਣ ਦਾ ਯਾਰ ਕੁੱਤਾ ਇਹਨੂੰ ਚੱਕਿਓ ਨਾ ਅੱਗੇ ਤੋਂ ਇਹਨੂੰ ਕੁੱਤੇ ਨੂੰ ਇਹ ਕਿਹੜਾ ਸਿੱਖ ਹੋਇਆ ਜਿਹੜਾ ਮਾਈ ਭਾਗੋ ਤੇ ਭੌਂਕ ਗਿਆ ਮਤਲਬ ਇਹ ਹੈ ਹੀ ਨਹੀਂ ਭੈਣ ਚੋਦ ਸਿੱਖ ਇਹ ਹੈ ਹੀ ਨਹੀਂ ਸਿੱਖ ਇਹ- ਭੈਣ ਦਾ ਯਾਰ ਛੱਕਾ ਆ ਇਹ ਸਾਲਾ ਇਹ ਉਹ ਜਿਹੜੇ ਕਾਦੀਆਨੀ ਨੇ ਨਾ ਉਹਨਾਂ ਦੀ ਬਰਾੜ ਤੇ ਬਹਿ ਕੇ ਤੇ ਮੁਸਲਮਾਨਾਂ ਨਾਲ ਇਹ 313 ਨਾਲ ਕੋਈ ਮਾੜੀ ਚੰਗੀ ਗੱਲ ਕੀਤੀ ਤਾਂ ਮਗਰ ਆਇਆ ਵੇ ਇਹਨਾਂ ਦਾ ਭੈਣ ਚੋਦਾ ਦਾ ਵਜੂਦਾ ਹੀ ਹੈ ਨਹੀਂ ਕੋਈ ਜਿਸ ਤਰ੍ਹਾਂ ਦੇ ਇਹ ਨੇ ਨਾ ਉਹ ਬੁੱਚੜ ਦੇ ਫਾਲੋਅਰ ਤੇ ਬੁੱਚੜ ਨੂੰ ਚਾਹਣ ਵਾਲੇ ਇਸ ਤਰ੍ਹਾਂ ਦੇ ਹੀ ਇਹ ਮਰਜ਼ਈ ਨੇ ਸਾਡੇ ਕੋਈ ਕਾਦੀਆਨੀ ਨੇ ਜਿਹੜੇ ਆਪਣੇ ਮੁਲਕ ਦੇ ਤੇ ਆਪਣੀ ਕੌਮ ਦੇ ਦੁਸ਼ਮਣ ਬਣੇ ਤੇ ਆਪਣੇ ਆਸਤੀਨ ਦੇ ਸੱਪ ਬਣੇ ਨੇ ਇਹ ਵੀ ਕੋਈ ਬੰਦਾ ਇਸੇ ਤਰ੍ਹਾਂ ਦਾ ਹੀ ਹੈ ਬਜਾਏ ਇਸ ਤੇ ਕਿ ਆਪਣੀ ਸਲਾਹ ਕਰੇ ਔਰ ਆਪਣੀ ਕੌਮ ਨਾਲ ਗੱਦਾਰੀ ਨਾ ਕਰੇ ਉਹ ਪਤਾ ਨਹੀਂ ਲੀਡਰ ਬਣਨਾ ਚਾਹੁੰਦਾ ਹੈ ਜਾਂ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਹੈ ਭਾਸ਼ਣ ਦੇਣਾ ਚਾਹੁੰਦਾ ਹੈ ਬਈ ਦੇਖੋ ਜੀ ਇਹ ਖਾਲਿਸਤਾਨ ਨਹੀਂ ਹੋਣਾ ਚਾਹੀਦਾ ਜਾਂ ਕੌਮ ਜਿਹੜੀ ਹੈ ਗਲਤ ਰਾਹ ਤੇ ਵੀ ਟੁਰਦੀ ਤੇ ਮੈਂ ਵਿੱਚੋਂ ਰਿਫਾਰਮਰ ਸਹੀ ਜੰਮ ਪਿਆ ਵਾਂ ਇਹ ਗਲਤ ਗੱਲ ਹੈ ਔਰ ਦੂਜਾ ਉਹਨੇ ਝੂਠ ਬੋਲਿਆ ਕਿ ਇੱਥੇ ਇਹ ਛੜੇ ਖਾਲਿਸਤਾਨੀ ਟਿਕਟਾਕ ਤੇ ਨੇ ਔਨ ਦੀ ਗਰਾਊਂਡ ਕੋਈ ਨਹੀਂ ਬਈ ਔਨ ਦੀ ਗਰਾਊਂਡ ਨਾ ਹੁੰਦੇ ਇਹ ਤੇ ਪਿਛਲੇ ਸਾਲ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕੋਈ ਭਾਜੀ ਨਾਜ਼ਰ ਭਾਜੀ ਤੁਸੀਂ ਇੱਕ ਗੱਲ ਦੱਸੋ ਜਿਹੜਾ ਰੈਫਰੈਂਡਮ ਚੱਲ ਰਿਹਾ ਆ ਉਹ ਕਦ ਲਈ ਚੱਲ ਰਿਹਾ ਆ ਇਹਦੇ ਮਾਂ ਦੇ ਘੂਸੇ 'ਚ ਭੈਣ ਚੋਂ ਬਾੜਾਂਗੇ ਅਸੀਂ ਉਹ ਰੈਫਰੈਂਡਮ ਬਾਅਦ ਦੇ ਵਿੱਚ ਜਿਹੜਾ ਇੱਕ ਤਾਂ ਟਿਕਟ ਪਾਉਂਦੇ ਆ ਮੰਗੈਂਬੋ ਭਾਈ ਹੁਣ 1 to 1 ਗੱਲ ਹੈ ਹੁਣ ਗੱਲ ਉਹ ਗੁੱਸੇ ਵਾਲੀ ਨਹੀਂ ਹੈ ਗੱਲ ਕੰਪਲੀਟ ਹੋਣ ਦੇ ਫਿਰ ਤੁਸੀਂ ਗੱਲ ਕਰ ਲਵੇ ਅਸੀਂ ਇਹ ਯਾਦ ਕਰਨੇ ਆ ਅਸੀਂ ਸਿੱਖੀ ਤੁਸੀਂ ਥੋੜਾ ਜਿਹਾ ਨਾ ਹੁਣ ਥੋੜਾ ਜਿਹਾ ਗਾਲਾਂ ਦੇ ਥੋੜਾ ਕੰਟਰੋਲ ਬਹੁਤ ਬਹੁਤ ਥੈਂਕ ਯੂ ਭਾਜੀ ਥੈਂਕ ਯੂ ਰਿਸਪੈਕਟ ਇਹੋ ਜਿਹਾ ਬੰਦਾ ਜਿਹੜਾ ਆਪਣੀ ਕੌਮ ਦਾ ਵੀ ਨਾਲ ਗੱਦਾਰ ਹੋਵੇ ਨਾ ਉਹ ਬੰਦਾ ਸਾਨੂੰ ਵੀ ਪਸੰਦ ਨਹੀਂ ਹੈ ਲੇਕਿਨ ਅਸੀਂ ਉਹਦੇ ਨਾਲ ਕੋਈ ਜ਼ਿਆਦਤੀ ਕਰਨਾ ਨਹੀਂ ਸੀ ਚਾਹੁੰਦੇ ਸਾਨੂੰ ਵੀ ਪਤਾ ਹੈ ਕਿ ਉਹ ਆਇਆ ਮਗਰ ਇਹ 313 ਬਹਿਰੇਨ ਦੇ ਗੱਲ ਕਰਨ ਵਾਸਤੇ ਆਖਿਆ ਵੀ ਬੋ ਗੱਲ ਕਰ ਬੇਸ਼ੱਕ ਤੈਨੂੰ ਥੱਲੇ ਵੀ ਨਹੀਂ ਲਾਣ ਲੱਗਿਆ ਲੇਕਿਨ ਹੁਣ ਜੇ ਉਹ ਮਾਈ ਭਾਗੋ ਦਾ ਨਾਂ ਲਵੇਗਾ ਤੇ ਲਾ ਮਹੱਲਾ ਸਾਨੂੰ ਲਾਣਾ ਪਵੇਗਾ ਤੇ ਮਜਬੂਰੀ ਬਣ ਗਈ ਵਰਨਾ ਉਹ ਬੰਦਾ ਸਾਨੂੰ ਪਸੰਦ ਨਹੀਂ ਹੈ ਇਸ ਗੱਲ ਭਾਜੀ ਤੇ ਲਿਆ ਨਾਜ਼ਰ ਭਾਜੀ ਇਦਾਂ ਦੇ ਬੰਦਿਆਂ ਨੇ ਆਪਣੀ ਜ਼ਿੰਦਗੀ 'ਚ ਕੁਝ ਨਹੀਂ ਕੀਤਾ ਹੁੰਦਾ ਠੀਕ ਆ ਇਦਾਂ ਦੇ ਬੰਦੇ ਪਿੱਛੇ ਖੜ ਕੇ ਬਸ ਤਮਾਸ਼ਾ ਦੇਖਣ ਵਾਲੇ ਆ ਤੇ ਇਦਾਂ ਦੇ ਬੰਦੇ ਆ ਸਾਡੇ ਲਾਗੇ ਤਾਗੇ ਅਸੀਂ ਨਹੀਂ ਚਾਹੁੰਦੇ ਕਿ ਖੜਨ ਵੀ ਸਾਲੇ ਜਿਹੜਾ ਬੰਦੇ ਦਾ ਜ਼ਮੀਰ ਨਹੀਂ ਹੈਗਾ ਮੈਂ ਤਾਂ ਕਹਿਣਾ ਚਲੋ ਇਹ ਤਮਾਸ਼ਾ ਹੀ ਦੇਖ ਲੈਣ ਖੜ ਕੇ ਇਹ ਜਿਹੜੀ ਗੱਦਾਰੀ ਕਰਦੇ ਨੇ ਆਪਣੇ ਬੰਦਿਆਂ ਨੂੰ ਉਹ ਨਾ ਕਰਨ ਪਿੱਛੇ ਹਟ ਕੇ ਬੈਠ ਕੇ ਤਮਾਸ਼ਾ ਹੀ ਦੇਖ ਲੈਣ ਕਿਸੇ ਪਾਸੇ ਦਾ ਹੋ ਜਾਵੋ ਕਿਸੇ ਪਾਸੇ ਤੁਸੀਂ ਕਿਸੇ ਬੰਨੇ ਦਾ ਆਪਣਾ ਬੇੜਾ ਲਾ ਲਓ ਤੁਸੀਂ ਬੇੜਾ ਭੈਣ ਚੋਦੋ ਆਪਣਾ ਤੁਸੀਂ ਤਾਰਿਆ ਪਿਆ ਚੰਗੀ ਤਰ੍ਹਾਂ ਯਾਰ ਜਰਨੈਲ ਸਿੰਘ ਪਿੰਡਰਾਂ ਯਾਰ ਬੰਦਾ ਦਲੇਰ ਬੰਦਾ ਪਾਇਆ ਗਿਆ ਯਕੀਨ ਕਰੋਗੇ ਉਹਨਾਂ ਦੀ ਇਸ ਤੋਂ ਕਰੀ ਦੀ ਕਿ ਉਹਨਾਂ ਦੀ ਦਲੇਰੀ ਦੀ ਵਜ੍ਹਾ ਕਿ ਉਹਨਾਂ ਖਲੋ ਕੇ ਇੱਕ ਪੂਰੀ ਫੌਜ ਦਾ ਮੁਕਾਬਲਾ ਕੀਤਾ ਜਿਹੜੇ ਬੰਦੇ ਉਸ ਬੰਦੇ ਦੇ ਵੀ ਨਹੀਂ ਹੋ ਸਕੇ ਉਸ ਦਲੇਰੀ ਦੇ ਵੀ ਨਹੀਂ ਹੋ ਸਕੇ ਇਹਦੇ ਕੋਲ ਤੇ ਅਥਾਰਟੀ ਸੀ ਬੁੱਚੜ ਕੋਲ ਗਿੱਲ ਜਿਹੜਾ ਸੀ ਭਾਜੀ ਤੁਸੀਂ ਇਹ ਦੱਸੋ ਜਿਹੜੇ ਬੰਦੇ ਪੰਜਾਬ 'ਚ ਜੰਮ ਕੇ ਪੰਜਾਬ ਦੇ ਸਖੇ ਨਹੀਂ ਹੈਗੇ ਪੰਜਾਬ ਦੀ ਮਿੱਟੀ ਲਈ ਉਹ ਬੰਦੇ ਸਾਲੇ ਕੀ ਕਿੱਦਾਂ ਦੀ ਉਹਨਾਂ ਦੀ ਸਾਲਿਆਂ ਦੀ ਹੈਸੀਅਤ ਲਾ ਛੜਿਆ ਜੀ ਉਹਨੂੰ ਯਾਰ ਉਹ ਬਦਤਮੀਜ਼ੀ ਗੁਸਤਾਖੀ ਕਰਨ ਲੱਗ ਪਿਆ ਸੀ
ਗੁਸਤਾਖੀ ਤੇ ਇਹੀ ਹੈ ਨਾ ਦੇਖੋ, ਇਹ ਬੰਦਾ ਇਹ ਗੁਰੂਆਂ ਨੂੰ ਗਾਲਾਂ ਕੱਢਦਾ, ਇਸ ਤਰ੍ਹਾਂ ਮੈਨੂੰ ਦੇਖੋ, ਤਾਂ ਨਹੀਂ ਇਹ ਚੰਗਾ ਲੱਗਦਾ ਬੰਦਾ ਇਹ। ਉਹੀ ਮੈਂ ਕਹਿਣਾ ਨਾ, ਦੇਖੋ ਇੱਕ ਸਾਈਡ ਤੇ ਉਹ ਆਪਣੇ ਆਪ ਨੂੰ ਸਰਦਾਰ ਕਹਿੰਦਾ, ਸਿੱਖ ਕਹਿੰਦਾ, ਤੇ ਨਾਲ ਉਹ ਤੁਹਾਡੇ ਗੁਰੂ ਨੂੰ ਇਸ ਬੰਦੇ ਨੇ ਗਾਲ ਕੱਢੀ, ਉਹਦੀ ਵੀ ਨਾਲ ਬਗਲਾ ਵਜਾਉਂਦਾ। ਇਹ ਲਾਈਵ ਠੀਕ ਹੈ ਨਾ, ਦੂਜੀਆਂ ਤੇ ਲਾਈਵਾਂ ਤੇ ਆ ਕੇ ਵੀ ਗਾਲਾਂ ਕੱਢਦਾ ਹੈ ਇਹ ਕੱਲੀ ਇੱਥੇ ਨਹੀਂ ਇਹ। ਅਸੀਂ ਕਿਸੇ ਸਿੱਖ ਭਰਾ ਦਾ ਠੀਕ ਹੋ ਗਿਆ, ਲਾਂਭਾ ਲੇਕਿਨ ਨਹੀਂ ਅਸੀਂ ਲੈਣਾ ਦੁਨੀਆ ਨੂੰ ਖਾਲੀ ਇਹ ਚਾਹੁੰਦੇ, ਵਿਖਾਣਾ, ਉਹ ਕਮਾ- ਦੁਨੀਆ ਨੂੰ ਅਸੀਂ ਇਹ ਵਿਖਾਣਾ ਸੀ ਕਿ ਜਿਸ ਤਰ੍ਹਾਂ ਲੋਕਾਂ ਨੂੰ ਤਕਲੀਫ ਹੁੰਦੀ ਹੈ ਨਾ, ਕਿ ਜਿਹੜਾ ਉਹਨਾਂ ਦੇ ਅੰਦਰੋਂ ਨਿਕਲ ਕੇ ਉਹਨਾਂ ਦੇ ਨਾਲ ਹੀ ਵੈਰੀ ਨੇ ਔਰ ਉਹਨਾਂ ਦੇ ਮਜ਼ਹਬ ਦੇ ਨਾਲ ਹੀ ਕਾਣੇ ਨੇ, ਠੀਕ ਹੈ ਨਾ, ਇਸ ਤਰ੍ਹਾਂ ਮੁਸਲਮਾਨਾਂ ਨੂੰ ਵੀ ਹੁੰਦੀ ਹੈ। ਜਿਸ ਤਰ੍ਹਾਂ ਹੁਣ ਤੁਹਾਡੇ ਜਜ਼ਬਾਤ ਨੇ ਨਾ, ਇਸ ਤੋਂ ਕਈ ਜ਼ਿਆਦਾ ਜਜ਼ਬਾਤ ਸਾਡੇ ਵੀ ਮਜਰੂ ਹੁੰਦੇ ਨੇ, ਹਾਂਜੀ ਜਿਹਦੀ ਬਗੈਰਤ ਮਰਜ਼ ਹੈ। ਲੇਕਿਨ ਤੁਸੀਂ ਇਹ ਮੈਂ ਕਰਾਂਗਾ ਕਿ ਤੁਸੀਂ ਜਿਹੜਾ ਨਾ ਦਲੀਲ ਰੱਖੋ ਤੇ ਦੁਨੀਆ ਨੂੰ ਵਿਖਾਓ ਕਿ ਇਹ ਜਿਹੜੇ ਨੇ ਨਾ ਆਪਣੇ ਨਹੀਂ ਬਣੇ, ਤੇ ਜਿਹਨੂੰ ਖੁਸ਼ ਕਰਨਾ ਜਾ ਰਹੇ ਨੇ ਉਹਨਾਂ ਨੇ ਵੀ ਇਹਨਾਂ ਨੂੰ ਭਕਾਨਿਆਂ ਦਾ ਇਸਤੇਮਾਲ ਕਰਕੇ ਤੇ ਸੁੱਟਣਾ ਹੀ। ਇਹ ਆਪਣੇ ਘਰਦਿਆਂ ਦੇ ਨਹੀਂ ਸਕੇ ਹੈਗੇ ਭਾਜੀ, ਇਹਨਾਂ ਨੇ ਕੌਮ ਦਾ ਤਾਂ ਕੀ ਚਲੋ ਬਣਨਾ ਹਨਾ। ਉਹ ਭਰਾਵਾ ਤੁਹਾਡੀ ਹਿਸਟਰੀ ਹੈ, ਹਿਸਟਰੀ ਦੇ ਨਾਲ ਜੋੜ ਕੇ ਰਹੋ ਔਰ ਉਸ ਹਿਸਟਰੀ ਦੀ ਤਾਰੀਫ ਕਰੋ। ਕੋਈ ਨਹੀਂ ਹੈ। ਅਮਰ ਭਾਈ ਤੁਹਾਡੀ ਆਵਾਜ਼ ਕੱਟ ਰਹੀ ਹੈ। ਦਲੀਲ ਨਾਲ ਗੱਲ ਉਹਨਾਂ ਨੂੰ ਨਹੀਂ ਕਰਨੀ ਆਉਂਦੀ। ਅੱਛਾ ਮੇਰੇ ਸਿਗਨਲ ਥੋੜੇ ਘੱਟ ਨੇ ਤੇ ਮੈਂ ਉੱਤੇ ਆਉਣਾ ਤਾਂ ਠੀਕ ਹੋ ਜਾਣਾ। ਚਲੋ ਭਾਜੀ ਸਾਰੇ ਮੇਰੇ ਭਰਾਵਾਂ ਨੂੰ ਨਾਲ ਗੱਲ ਨਹੀਂ ਕਰਨਾ। ਹਾਂਜੀ ਹਾਂਜੀ ਠੀਕ ਹੈ ਜੀ, ਥੈਂਕ ਯੂ। ਮੈਂ ਇਹ ਬੰਦਾ ਮੈਨੂੰ ਲੱਭਿਆ ਸੀ, ਮੈਂ ਤਾਂ ਲੁੱਲ ਫੇਰਨਾ ਸੀ, ਮੈਂ ਫੇਰਤਾ ਚੱਜ ਨਾਲ ਤੇ ਠੀਕ ਹੈ ਜੀ। ਮੈਂ ਤੁਹਾਨੂੰ ਦੱਸਾਂ ਇੱਕ ਗੱਲ ਸੁਣਦੇ ਜਾਇਓ। ਇਹ ਮਰਦਈਆਂ ਦੀ ਬਰਾੜ ਤੇ ਬੈਠਾ ਸੀ। ਮਰਦਈਆਂ ਦਾ ਇੱਕ ਨਾ ਬੰਦਾ ਹੋਇਆ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ, ਉੱਥੇ ਬਟਾਲੇ ਉੱਥੇ ਬਟਾਲੇ ਅੰਮ੍ਰਿਤਸਰ ਨਾ ਕਾਦੀਆਂ ਇੱਕ ਪਿੰਡ ਹੈ ਤੁਹਾਡੇ, ਤੁਸੀਂ ਸ਼ਾਇਦ ਜਾਣਦੇ ਹੋ ਬਟਾਲੇ ਕੋਲ। ਹਾਂਜੀ 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 ਅੰਮ੍ਰਿਤਸਰ। ਹਾਂਜੀ 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 ਠੀਕ ਹੈ। ਉੱਥੇ ਇੱਕ ਮਿਰਜ਼ਾ ਆਇਆ, ਉਹਨੇ ਕਿਸੇ ਬੰਦੇ ਨੂੰ ਨਹੀਂ ਬਖਸ਼ਿਆ। ਮਤਲਬ ਹਰ ਸਾਡੇ ਪੈਗੰਬਰਾਂ ਨੂੰ ਗਾਲਾਂ, ਫਿਰ ਮਤਲਬ ਮੁਸਲਮਾਨਾਂ ਦੇ ਪੈਗੰਬਰਾਂ ਨੂੰ ਗਾਲਾਂ, ਔਰ ਚਾਵਾ ਆਏ ਕਿ ਉਹ ਮੁਸਲਮਾਨ। ਠੀਕ ਹੈ। ਉਹਨੇ ਇੱਕ ਕਿਤਾਬ ਲਿਖੀ ਸੀ ਕਿ 7 ਵਚਨ ਕਿਤਾਬ ਲਿਖ ਕੇ ਉਹਨੇ ਬਾਬਾ ਗੁਰੂ ਨਾਨਕ ਜੀ ਨਾਲ ਬੜੀ ਤੁਹੀਨ ਹੀ ਕੀਤੀ। ਤੁਹੀਨ ਸਮਝਦੇ ਹੋ ਕੀ ਵਰਡ ਹੈ? ਹਾਂਜੀ ਤੋਂ ਬੇਇੱਜ਼ਤੀ ਹੋ ਗਿਆ ਮਤਲਬ। ਹਾਂਜੀ ਹਾਂਜੀ ਬੇਅਦਬੀ ਥੋੜਾ ਹਾਂਜੀ ਉਹ ਇਹਨਾਂ ਨੂੰ ਪਤਾ ਹੀ ਹੋਏਗਾ ਕਿ ਜਿਹੜਾ ਗੁਰਦਾਸਪੁਰ ਜ਼ਿਲ੍ਹੇ 'ਚ ਬਟਾਲੇ ਦੇ ਕੋਲ ਪਿੰਡ ਨੇ ਕਾਦੀਆਂ, ਉੱਥੇ ਦਾ ਉਹ ਬੰਦਾ ਸੀ, 1908 'ਚ ਮਰ ਗਿਆ ਤੇ ਉਹਦੇ ਫਾਲੋਅਰ ਨੇ ਉੱਥੇ ਜਾਂਦੇ ਨੇ, ਮੇਲਾ ਮੂਲਾ ਲੱਗਦਾ ਦਸੰਬਰ 'ਚ, ਸਾਰੇ ਤੁਹਾਡੇ ਇੰਡੀਅਨ ਸਿੱਖ ਮੁੰਡੇ ਜਾਣਦੇ ਨੇ। ਠੀਕ ਹੈ ਜੀ। ਉਹਨਾਂ ਕੋਲ ਬੈਠਾ ਹੁੰਦਾ ਹੈ ਬ੍ਰੇਨ ਡੈਡ, ਤੇ ਉਹ ਜਿਹੜਾ ਮੈਂ ਅਗਲੇ ਦਿਨ ਕਿਹਾ, ਮੈਂ ਕਿਹਾ ਜਿਹਦੇ ਕੋਲ ਤੂੰ ਬੈਠਾ ਹੈ ਇਹਨਾਂ ਦੇ ਗੁਰੂ ਨੇ ਤੇ ਗੁਰੂ ਨਾਨਕ ਦੀ ਇੰਨੀ ਬੇਅਦਬੀ ਕੀਤੀ, ਆਪਣੀ ਕਿਤਾਬ ਹੀ ਉੱਥੇ ਬੈਨ ਹੈ ਪੰਜਾਬ ਤੁਹਾਡੇ 'ਚ, ਤੁਹਾਨੂੰ ਪਤਾ ਹੀ ਨਹੀਂ ਹੈ। ਤੇ ਜਿਨ੍ਹਾਂ ਦੀ ਝੋਲੀ ਤੂੰ ਬੈਠਾ, ਤੈਨੂੰ ਅਗਰ ਗੁਰੂ ਨਾਲ ਵੀ ਪਿਆਰ ਨਹੀਂ, ਉਹ ਲੇਕਿਨ ਉਹ ਬੰਦਾ ਜਿਹੜਾ ਉਹ ਕਹਿੰਦਾ ਕਿ ਧਰਮ ਜਿਹੜਾ ਨਾ ਹੁੰਦਾ ਹੀ ਨਹੀਂ ਚੰਗਾ, ਕਹਿੰਦਾ ਧਰਮ ਦੁਨੀਆ ਦੇ ਉੱਤੇ ਫਸਾਦ ਬਰਪਾ ਕਰਦਾ ਹੈ। ਕਿਹੜਾ ਕਹਿੰਦਾ ਧਰਮ ਜਿਹੜਾ ਜੋੜ ਕੇ ਰੱਖਦਾ ਹਰ ਇੱਕ ਨੂੰ, ਧਰਮ ਕਿੱਦਾਂ ਮਾੜਾ ਹੋ ਗਿਆ ਹੈ? ਜਿੰਨੇ ਵੀ ਧਰਮ ਆ ਉਹ ਸਾਰੀਆਂ ਇੱਕ ਨਦੀਆਂ ਆ, ਨਹਿਰਾਂ ਆ, ਉਹ ਨਹਿਰਾਂ ਦਾ ਕੰਮ ਕਰਦੇ ਧਰਮ। ਤਾਂ ਜਾਂਦੇ ਸਿਰਫ ਡਿੱਗਦੇ ਇੱਕ ਸਮੁੰਦਰ ਵਿੱਚ ਆ ਜਾ ਕੇ, ਜਿੱਥੇ ਜਿਹਨੂੰ ਕਿਹਾ ਜਾਂਦਾ ਇੱਕ ਪਰਮਾਤਮਾ ਇੱਕ ਵਾ। ਉਹ ਸਾਰੇ ਧਰਮ ਉਹ ਮੈਸੇਜ ਦਿੰਦੇ ਆ ਸਭ ਨੂੰ। ਤੇ ਇਹਦੇ ਵਰਗੇ ਭੜਵੇ ਆ ਉੱਠ ਕੇ ਕੱਲੂ ਕਹਿੰਦੇ ਆ ਕਿ ਧਰਮ ਜਿਹੜਾ ਮਾੜੀ ਚੀਜ਼ ਵਾ। ਇਹਨੂੰ ਪਤਾ ਹੀ ਨਹੀਂ ਕੁਝ ਵੀ ਸਾਲੇ ਨੂੰ। ਇਹ ਗੱਲ ਸੁਣ ਲਵੋ ਅਮਰ ਭਾਈ ਦੀ, ਤੁਹਾਨੂੰ ਦੱਸ ਦੇਣ। ਕਹਿੰਦਾ ਮਤਲਬ ਕਿ ਉਹਨੂੰ ਕਿਸੇ ਧਰਮ ਦਾ ਕੋਈ ਰਿਸਪੈਕਟ ਨਹੀਂ, ਤੇ ਉਹਨੂੰ ਇੰਨਾ ਪਤਾ ਹੈ ਕਿ ਸਿਰਫ ਇੰਡੀਆ ਦਾ ਮੈਂ ਕਰਨਾ ਹੈ, ਇੰਡੀਆ ਸਟੇਟ ਦੇ ਵਾਸਤੇ ਮੈਂ ਆਸਤੀਨ ਦਾ ਸੱਪ ਬਣ ਕੇ ਆਪਣੀ ਕੌਮ ਨੂੰ ਡੰਗ ਮਾਰਨਾ ਹੈ। ਲੇਕਿਨ ਨਾ ਗੁਰੂ ਦਾ ਇਤਰਾਮ ਕਰਨਾ ਹੈ, ਨਾ ਕਿਸੇ ਦੂਜੇ ਮੁਸਲਮਾਨ ਦਾ ਇਤਰਾਮ ਕਰਨਾ ਹੈ, ਨਾ ਆਪਣੇ ਜਿਹੜੇ ਜਿਸ ਤਰ੍ਹਾਂ ਮਾਈ ਭਾਗੋ ਦਾ ਨਾਮ ਲੈਣ ਲੱਗਿਆ ਸੀ, ਕਿਸੇ ਦਾ ਉਹ ਇਤਰਾਮ ਉਹਦੇ ਦਿਲ 'ਚ ਨਹੀਂ ਹੈ। ਲੇਕਿਨ ਇੰਡੀਆ ਦਾ ਉਹਨੂੰ ਐਡਾ ਪਹਾੜ ਹੈ ਤੇ ਐਡਾ ਸਾੜ ਆਉਂਦਾ ਹੈ ਕਿ ਇਹ ਜਿਹੜੇ ਕੀ ਨਾਂ ਨੇ ਖਾਲਿਸਤਾਨੀ ਨੇ, ਇਹ ਇੰਡੀਆ ਦੇ ਖਿਲਾਫ ਕਰਨ ਤੇ ਫਿਰ ਉਹਨੂੰ ਬੜੀ ਤਕਲੀਫ ਹੁੰਦੀ ਹੈ। ਇਹ ਕੋਈ ਏਜੰਸੀ ਦਾ ਬੰਦਾ ਲੱਗਦਾ ਹੈ ਜਾਂ ਉਹਨੂੰ ਕੋਈ ਇੰਡੀਆ ਦੀ ਏਜੰਸੀ ਦੀ ਤਰਫੋਂ ਕੋਈ ਇਹਦੇ ਮਗਰ ਤਾਂ ਭਾਜੀ ਇਹਦੇ ਮਗਰ ਤਾਂ ਪਏ ਰਵਾਂਗੇ, ਇਹਨੂੰ ਸਾਲੇ ਨੂੰ ਐ ਨਹੀਂ ਛੱਡਦੇ। ਇਹਦਾ ਲੱਭਦੇ ਇਹਦਾ ਕੋਈ ਨਾ ਕੋਈ ਦਾ ਟਿਕਾਣਾ। ਤੁਸੀਂ ਇਹ ਦੇਖੋ, ਜਿਹੜਾ ਵੀ ਅਕਾਲ ਤਖਤ ਦੇ ਉੱਤੇ ਬਲੂ ਸਟਾਰ ਆਪਰੇਸ਼ਨ ਹੋਇਆ, ਅੱਜ ਤੱਕ ਕੀ ਸਰਦਾਰਾਂ ਦੇ ਦਿਲ ਦੇ ਅੰਦਰੋਂ ਉਹਦੀ ਤਕਲੀਫ ਜਾ ਸਕੀ? ਬਿਲਕੁਲ ਵੀ ਨਹੀਂ ਜੀ, ਕਦੀ ਵੀ ਨਹੀਂ ਜਾਣੀ ਉਹ। ਹਾਂ, ਇਹ ਇਹੋ ਜਿਹਾ ਰਾਮਦਾ ਇਹਨੂੰ, ਇਹ ਕਹਿ ਰਹੇ ਬਈ ਉਹਨਾਂ ਨੇ ਬਿਲਕੁਲ ਸਹੀ ਕੰਮ ਕੀਤਾ ਯਾਰ। ਬੁੱਢੀਆਂ ਦਾ ਕੀ ਕੰਮ ਸੀ, ਬੱਚਿਆਂ ਦਾ ਕੀ ਕੰਮ ਸੀ, ਪਿਆਸੇ ਬੱਚੇ ਕਿੰਨੇ ਦਿਨ ਅੰਦਰ ਰਹੇ ਨੇ, ਠੀਕ ਹੈ ਨਾ। ਔਰ ਸਮਝੋ ਬਾਰੇ ਕਿ ਇਹ ਬਗੈਰਤ ਬੰਦਾ ਹੈ ਜੀ, ਇਹ ਬਗੈਰਤ ਬੰਦਾ ਹੈ, ਤੇ ਗੈਰਤ ਨਹੀਂ ਹੈਗੀ ਇਹਦੇ ਅੰਦਰ। ਬਿਲਕੁਲ ਸਾਲਾ
ਜ਼ੀਰੋ ਹੁੰਦਾ, ਜ਼ੀਰੋ ਤੋਂ ਵੀ ਥੱਲੇ ਆ ਭੈਣ ਦੀ ਆ ਆਰਾਮ ਜਿਆਦਾ ਇਹ ਇੱਕ ਨੰਬਰ। ਠੀਕ ਹੋ ਗਿਆ। ਸਾਡੀ ਮੈਂ ਸਾਡੀ ਕਹਿੰਦਾ ਸਾਡੀ ਜੀ ਕਿ team ਹੁਣ ਚਲੋ ਮੈਂ ਸੌਰੀ, ਮੈਂ ਮੇਰੀ ਸ਼ਬਦਾਵਲੀ ਲਈ ਮੈਨੂੰ ਮਾਫ ਕਰਿਓ ਮੇਰੇ ਭਰਾ ਸਾਰੇ, ਪਰ ਮੈਂ ਇੱਕ ਗੱਲ ਕਹਿਣਾ, ਤੁਹਾਡੇ ਚੋਂ ਜਿੱਥੇ ਵੀ ਆ, ਤੁਹਾਨੂੰ ਕਿਸੇ ਨੂੰ ਜਿਹਦੇ ਨਾਲ ਇਹਦਾ ਲੁੱਲ ਫੇਰੋ ਜਾ ਕੇ ਉੱਤੇ ਟਕਾ ਕੇ ਫੇਰ ਉਹਦਾ ਸਾਲੇ ਦੇ ਨੂੰ ਮੁੰਦਾ ਕਰਕੇ। ਹਾਂ ਠੀਕ ਹੋ ਗਿਆ ਜਨਾਬ, ਖੁਸ਼ ਰਹੋ। ਔਰ ਹਮੇਸ਼ਾ ਸਾਡੀ ਦੇਖੋ ਪੰਜਾਬ ਸਾਂਝਾ, ਹਮੇਸ਼ਾ ਸਰਦਾਰਾਂ ਨੇ ਜਿੰਨੀ ਮੁਹੱਬਤ ਪਾਕਿਸਤਾਨ ਲਹਿੰਦੇ ਪੰਜਾਬ ਨਾਲ ਕੀਤੀ ਹੈ, ਸ਼ਾਇਦ ਹੀ ਕੋਈ ਇੰਡੀਆ ਦਾ ਕੋਈ ਦੂਸਰਾ ਸਟੇਟ ਹੋ ਜਿਹੜਾ ਦੇਖੋ ਜੀ, ਪਾਕਿਸਤਾਨ ਨਾਲ ਕਰਦਾ ਹੋਵੇ। ਸਾਰੇ ਜਿੰਨੇ ਵੀ ਅਸੀਂ ਆ ਸਾਰੇ ਜਿਹੜੀ ਹਵਾ ਜਿਹੜੀ ਆ ਇੱਕੋ ਹੀ ਅਸੀਂ ਸਾਰੇ ਬਰੀਥ ਕਰਦੇ ਆ ਨਾ, ਇੱਕੋ ਹੀ ਅੰਦਰ ਲੈ ਕੇ ਜਾਣਾ, ਇੱਕੋ ਹੀ ਬਾਹਰ ਕੱਢਦੇ ਆ। ਇਹ ਸਰਕਾਰਾਂ ਦੇ ਘਪਲੇ ਆ, ਸਰਕਾਰਾਂ ਨੇ ਘਟਾਲੇ ਆ, ਨਹੀਂ ਤਾਂ ਅੰਦਰੋਂ ਤਾਂ ਦਿਲ ਸਾਰਿਆਂ ਦੇ ਜੁੜੇ ਹੋਈ ਆ। ਅੰਦਰੋਂ ਥੋੜੀ ਕੋਈ ਇੱਕ ਦੂਜੇ ਨੂੰ ਮਾੜਾ ਕਹਿੰਦਾ। ਬੇਸ਼ੱਕ ਬੇਸ਼ੱਕ। ਸਹੀ ਗੱਲ ਨਹੀਂ ਜੀ? ਇਹ ਸਰਕਾਰਾਂ ਨੇ ਵਿੱਚ ਕੰਧਾਂ ਪਵਾਈਆਂ, ਵਿੱਚ ਤਾਰਾਂ ਪਵਾਈਆਂ, ਦਿਲ ਤਾਂ ਸਾਡੇ ਵੀ ਹਾਲੇ ਜੁੜੇ ਹੋਏ ਆ ਤੁਹਾਡੇ ਨਾਲ ਸਾਰਿਆਂ ਨਾਲ, ਤੁਹਾਡੇ ਵੀ ਸਾਰਿਆਂ ਨਾਲ ਜੁੜੇ ਹੋ ਆ ਹੈ। ਬਸ ਸਾਨੂੰ ਇਹ ਪ੍ਰੂਫ ਚਾਹੀਦਾ ਸੀ, ਆ ਜਿਹੜਾ ਮਰਦਈਆਂ ਦੇ ਕੋਲ ਬਹਿ ਕੇ ਆਪਣੇ ਆਪ ਨੂੰ ਸਰਦਾਰ ਹਵਾਂਦਾ, ਇਹ ਸਰਦਾਰੀ ਦੇ ਬਿਲਕੁਲ ਲਾਇਕ ਨਹੀਂ ਹੈ। ਜਿਹੜਾ ਆਪਣੇ ਗੁਰੂਆਂ ਇਹ ਸਾਲਾ ਥੱਲੇੋਂ ਸਰਦਾਰ ਵਾ, ਇਹ ਉੱਪਰੋਂ ਨਹੀਂ ਹੈਗਾ। ਇਹ ਲਾਹਣਤੀਆ ਬੰਦਾ, ਇਹਨੂੰ ਜਿੰਨੀ ਲਾਹਣਤ ਪਾਓ ਉਨੀ ਥੋੜੀ ਆ, ਦਿਨ ਰਾਤ ਇਹਨੂੰ ਪਾਓ ਸਾਲੇ ਨੂੰ। ਉਹ ਤੇ ਭਰਾ ਜੀ ਬਸ ਇਹ ਪ੍ਰੂਫ ਚਾਹੀਦਾ ਸੀ। ਇਹ ਹਰਾਮ ਜ਼ਿਆਦਾ ਆ, ਇਹ ਟੱਕਰ ਗਿਆ ਮੈਨੂੰ, ਵਧੀਆ ਹੋਇਆ ਅੱਜ ਤੇ ਸਵਾਰ ਕੇ ਇਹਦੇ ਫੇਰੇ ਅੱਜ ਮੈਂ ਇਹਦੇ ਚੰਗੀ ਗਰੀਸ ਕੀਤੀ ਇਹਦੀ ਬਾਸ਼ਲ ਤੇ ਅੱਜ। ਟੈਨਸ਼ਨ ਹੀ ਨਾ ਲਓ, ਟੈਨਸ਼ਨ ਹੀ ਨਾ, ਬਸ ਇਹ ਪ੍ਰੂਫ ਚਾਹੀਦਾ ਸੀ। ਮਰਦਈਆਂ ਨੇ ਆਖਿਆ ਜੀ ਸਰਦਾਰ ਨੂੰ ਜਵਾਬ ਨਹੀਂ ਦੇ ਸਕਦੇ, ਅਸੀਂ ਜਵਾਬ ਬੜੇ ਭਰ ਕੇ ਦੇ ਸਕਦੇ ਆ। ਸਾਨੂੰ ਇੱਕ ਕੋਤਰਾ ਵੀ ਟੱਕਰਿਆ ਸੀ। ਅੱਛਾ ਜੀ। ਜਿਹੜਾ ਨਾਰਾਇਣ ਉਹ ਜਿਹੜੇ ਇੰਜ ਕਰਦੇ ਨੇ ਕੀ ਉਹ ਵੀ ਟੱਕਰਿਆ ਸੀ, ਤੇ ਪੱਗ ਸ਼ੱਗ ਉਹਨੇ ਬੰਨੀ ਸੀ। ਕੋਤਰੇ ਤਾਂ ਪੰਜਾਬੀ ਹੁੰਦੇ ਆ, ਕੋਤਰੇ ਤਾਂ ਆਪਣੇ ਕੋਤਰੇ ਚੱਲ ਕਈ ਹੁਣ ਸਰਨੇਮ ਤਾਂ ਕੋਈ ਜਿਹੜਾ ਮਰਜ਼ੀ ਲਾ ਲਵੇ, ਪਰ ਹੁੰਦੇ ਤਾਂ ਜੱਟਾਂ ਦੇ ਵਿੱਚ ਹੀ ਆ ਇਹ ਵੀ। ਲੇਕਿਨ ਉਹ ਕੋਈ ਹੋਰ ਹੀ ਟਾਈਪ ਦਾ, ਤੇ ਆਪਣੇ ਆਪ ਨੂੰ ਉਹ ਵੀ ਸਰਦਾਰ ਆਦਾ ਸੀ। ਤੇ ਉਹ ਜੀ ਜੀ ਅਮਰ ਭਾਈ, ਉਹ ਵੀ ਇਹਦੀ ਕੈਟਾਗਰੀ ਦਾ ਹੋਣਾ ਜੀ ਬੰਦਾ ਕੋਈ। ਮੈਂ ਇਹਦੀ ਕੈਟਾਗਰੀ ਦਾ ਹੈ। ਟਿਕਟੌਕ ਦੇ ਉੱਤੇ ਨਾ ਬਰਾਡ ਆ ਜਾਂਦੀ ਹੈ, ਤੁਸੀਂ ਮੈਨੂੰ ਫਾਲੋ ਕਰ ਲਓ ਤੇ ਮੈਂ ਤੁਹਾਨੂੰ ਕਿਤੇ ਉਹਦੀ ਬਰਾਡ ਵਹਾ ਦੇਵਾਂਗਾ। ਤੇ ਉਹ ਵੀ ਇੰਝ ਹੀ ਕਰਦਾ ਹੈ ਬਈ ਇਹ ਜਿਹੜੇ ਖਾਲਿਸਤਾਨੀ ਨੇ, ਇਹ ਟੈਰਰਿਸਟ ਨੇ, ਇਹ ਇੰਡੀਆ ਸਟੇਟ ਦੇ ਖਿਲਾਫ ਲੜਦੇ ਨੇ, ਇਹ ਬੰਦੇ ਚੰਗੇ ਨਹੀਂ। ਆਪੋ ਜੀ ਪੱਗ ਉਹਨੇ ਬੰਨੀ ਹੈ, ਇਹ ਨਹੀਂ ਕਿ ਉਹ ਸਹੀ ਜੋੜੇ ਵਾਲਾ ਸਿੱਖ ਹੈ। ਤੇ ਇਹ ਜਿਹੜਾ ਇਹਦਾ ਤੇ ਪਤਾ ਹੀ ਨਹੀਂ ਇਹਨੂੰ। ਮੈਂ ਅਗਲੇ ਦਿਨ ਕੈਮਰਾ ਆਪਣਾ ਆਨ ਕਰਕੇ ਮੈਂ ਕਿਹਾ ਤੂੰ ਵੀ ਕੈਮਰਾ ਆਨ ਕਰ, ਮੈਂ ਤੈਨੂੰ ਵੇਖਾਂ ਤੇ ਸਹੀ ਤੂੰ ਸਿੱਖ ਹੈ ਨਹੀਂ ਹੈ ਕਿ ਨਹੀਂ। ਬ੍ਰੇਨ ਡੈਡ ਦਾ ਐਡਰੈਸ, ਕਿਸੇ ਨੇ ਬ੍ਰੇਨ ਡੈਡ ਦਾ ਐਡਰੈਸ ਪਾਇਆ ਜੀ ਥੱਲੇ। ਆਲ ਗੋਡਿਆ ਬਹੁਤ ਬਹੁਤ ਥੈਂਕ, ਬਹੁਤ ਬਹੁਤ ਥੈਂਕ ਯੂ ਤੁਹਾਡਾ ਐਡਰੈਸ ਪਾਉਣ ਲਈ। ਮੈਂ ਮਾੜਾ ਜਿਹਾ ਇਹਦਾ ਸਕਰੀਨ ਕਰਦੇ ਆ, ਇਹਦੇ ਨਾਲ ਸਾਲੇ ਨਾਲ ਟੱਕਰਦੇ ਆ ਇਹਨੂੰ, ਜੇ ਇਹੀ ਐਡਰੈਸ ਵਾ ਸਹੀ। ਇਹ ਤੇ ਅੱਗੇ ਉਹ ਜਿਹੜਾ ਹਰਨੇਕ ਸਿੰਘ ਨੇਕੀ, ਉਹ ਵੀ ਸਿਡਨੀ ਸੀ ਕਿ ਮੈਲਬਰਨ ਸੀ, ਕਿੱਥੇ ਸੀ ਜਿਹਨੂੰ ਮਾਰਿਆ ਸਿੱਖਾਂ ਨੇ? ਉਹ ਭਾਈ ਮੈਨੂੰ ਲੱਗਦਾ ਨਿਊਜ਼ੀਲੈਂਡ ਸੀ ਸ਼ਾਇਦ। ਹਾਂ ਨਿਊਜ਼ੀਲੈਂਡ ਸੀ, ਆਸਟ੍ਰੇਲੀਆ ਨਹੀਂ ਸੀ। ਬਿਲਕੁਲ ਬਿਲਕੁਲ। ਦੇਖੋ ਨਾ, ਜਿਹੜੇ ਵੀ ਆਪਣੀ ਕੌਮ ਦੇ ਖਿਲਾਫ ਗੱਦਾਰੀ ਕਰਦੇ ਨੇ, ਫਿਰ ਕੌਮ ਉਹਨਾਂ ਨੂੰ ਸੋਧਾ ਲਾਉਂਦੀ ਹੈ, ਫਿਰ ਉਹਨਾਂ ਨੂੰ ਸਬਕ ਸਿਖਾਉਂਦੀ ਹੈ। ਕੌਮ ਦੇ ਯੋਧੇ ਜਾ ਕੇ ਉਹਨਾਂ ਨੂੰ ਪੁੱਛ ਲੈਂਦੇ ਨੇ, ਪਰ ਇਹੋ ਜਿਹੇ ਬੰਦੇ ਫਿਰ ਵੀ ਉੱਠ ਕੇ ਹੁਣ ਜਾ ਕੇ ਕਾਦੀਆਨੀ ਦੀ ਬਰਾੜ ਤੇ ਬੈਠਾ ਹੋਵੇਗਾ ਤੇ ਆਖੇਗਾ ਤੁਸੀਂ ਵੀ ਸਾਡੇ ਆ ਰਹੇ। ਤੁਹਾਡੇ ਚੋਂ ਕੋਈ ਮੈਨੂੰ ਲਾਈਵ ਸ਼ੇਅਰ ਕਰਿਓ ਜੀ, ਜਿੱਥੇ ਜਾਂਦਾ ਹੈ ਇਹਦੇ ਉੱਤੇ ਵੀ ਜਾ ਕੇ ਫੇਰੂੰਗਾ ਹੁਣ ਮੈਂ। ਉੱਥੇ ਵੀ ਜਾਣਾ ਚੁੱਕਣਾ ਨਹੀਂ ਨਾ, ਉਹ ਜਿਹੜਾ ਕਾਦੀਆਨੀ ਉਹਨੇ ਤੁਹਾਨੂੰ ਚੁੱਕਣਾ ਨਹੀਂ। ਅਸੀਂ ਤੁਹਾਨੂੰ ਕੋਈ ਨਹੀਂ, ਆਪਣੇ ਭਰਾ ਵੀ ਹੈਗੇ ਆ ਜੀ ਪਿੱਛੇ, ਉਹ ਹੀ ਜਾਊਗੇ, ਕਿਸੇ ਨੂੰ ਚੱਕੂਗੇ। ਉਹ ਵਰਿਆਮ ਦੀ ਬਰਾੜ ਹੈ, ਉਹ ਮੈਂ ਤੁਹਾਨੂੰ ਵਿਖਾ ਦਿਆਂਗਾ ਜਦੋਂ ਆਉਣਾ ਜਾਂਦਾ। ਉੱਥੇ ਬੈਠਾ ਹੁੰਦਾ ਸਾਰਾ ਦਿਨ। ਜੇ ਤੁਸੀਂ ਇਹਨੂੰ ਫਾਲੋ ਕੀਤਾ ਤੇ ਤੁਹਾਨੂੰ ਨਜ਼ਰ ਆ ਜਾਂਦਾ ਜਿੱਥੇ ਬੈਠਾ ਹੁੰਦਾ, ਵਰਿਆਮ ਦੀ ਬਰਾੜ ਤੇ ਬੈਠਾ ਹੁੰਦਾ ਹੈ। ਹਾਂ ਫੋਲੋ ਦਾ ਇਹਦਾ ਮੈਂ ਹੁਣ ਇਹਨੂੰ ਇਹਦੀ ਪ੍ਰੋਫਾਈਲ ਦੇਖ ਕੇ ਆਇਆ, ਆਨਲਾਈਨ ਬੈਠਾ ਜੀ ਹੈ ਜੀ। ਠੀਕ ਹੈ ਜੀ, ਤੇ ਕੋਈ ਨਹੀਂ ਜੀ, ਥੈਂਕ ਯੂ ਸਾਰਿਆਂ ਦਾ ਜੀ। ਮੇਰੀ ਖੈਰ ਹੋਏ ਕੋਈ ਹੁਣ। ਹਾਂਜੀ ਹਾਂਜੀ, ਤੇ ਕੋਈ ਗੱਲ ਨਹੀਂ, ਮੁੜ ਘਿੜ ਕੇ ਮੈਂ ਇਹੀ ਕਹਿੰਦਾ ਜਿੱਥੇ ਵੀ ਟੱਕਰਦਾ ਇਹਦੇ ਚਾੜ ਦੋ ਇਹਦੇ ਬਸ ਪਾਟਾ। ਤੁਹਾਡਾ ਗੁੱਸਾ ਦੱਸ ਰਿਹਾ ਤੁਸੀਂ, ਦੇ ਸਹੀ ਹੈ। ਨਹੀਂ ਹੁਣ ਨਹੀਂ ਇਹਦਾ ਇਲਾਜ ਲੱਭ ਰਿਹਾ ਕਾਦੀਆਨੀ ਦੀ ਬਰਾੜ ਤੇ। ਇਹ ਆਖੇ ਤਾਂ ਸਹੀ ਸਰਦਾਰ ਹੈ, ਰਿਕਾਰਡਿੰਗ ਰੱਖੇ ਜਿਹੜਾ ਮਾਈ ਭਾਗੋ ਦੇ ਉੱਤੇ ਪਾਉਂ। ਮੈਂ ਬਰਾੜ ਸ਼ੇਅਰ ਕਰਨਾ ਆਖੋ ਵੀ ਆ। ਉਹ ਨਹੀਂ ਜੀ, ਇਹ ਸਾਲਾ ਕੋਈ ਸਰਦਾਰ ਨਹੀਂ, ਇਹਦਾ ਪਤਾ ਹੀ ਨਹੀਂ ਕੁਝ ਕੀ ਹੈਗਾ ਕੀ ਨਹੀਂ, ਸਲੇਡਾ ਆ ਸਾਲਾ ਇਹ।
ਸਲੇਡੇ ਦਾ ਕੀ ਮਤਲਬ ਹੁੰਦਾ ਉਸਤਾਦ ਜੀ? ਇਹਦਾ ਤਰਜਮਾ ਸਾਨੂੰ ਕਰਕੇ ਦੇਣਾ। ਛਲਾਵਾ ਛਲਾਵਾ ਪਤਾ ਛਲਾਵਾ ਹਾਂਜੀ, ਜਿਹੜਾ ਰੂਪ ਧਾਰਦਾ ਰਹਿੰਦਾ। ਅੱਛਾ ਛਲਾਵਾ, ਠੀਕ ਹੋ ਹਾਂਜੀ ਹਾਂਜੀ ਠੀਕ। ਚਲੋ ਜੀ ਠੀਕ ਹੈ ਜੀ। ਇਹ ਤਾਂ ਠੀਕ ਹੋ ਗਿਆ ਜੀ, ਮੈਨੂੰ ਮੁਕੰਮਲ ਸਰ। ਹਾਂਜੀ ਓਕੇ ਜੀ, ਥੈਂਕ ਯੂ। ਇਹ ਤਸਵੀਰਾਤ ਮੁਸਲਮਾਨਾਂ ਦੇ ਹੁੰਦੇ ਨੇ ਕਿ ਜਦੋਂ ਮਰਜ਼ਈ ਆਪਣੇ ਆਪ ਨੂੰ ਕਹਿੰਦੇ ਨੇ ਕਿ ਬਈ ਅਹਿਮਦੀ ਮੁਸਲਮਾਨ ਹੈ ਤੇ ਹਾਂਜੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਗਾਲਾਂ ਦੇਣੀਆਂ, ਨਬੀ ਦੇ ਅਹਿਲੇ ਬੈਤ ਨੂੰ ਗਾਲਾਂ ਦੇਣੀਆਂ, ਉਮਹਾਤੁਲ ਮੋਮਿਨੀਨ ਨੂੰ ਗਾਲਾਂ ਦੇਣੀਆਂ, ਹਜ਼ਰਤ ਈਸਾ ਅਲੈਹਿ ਸਲਾਮ ਨੂੰ ਗਾਲਾਂ ਕਰਕੇ ਕਹਿਣਾ ਬਈ ਬਾਈਬਲ ਦਾ ਫਰਜ਼ੀ ਯਿਸੂ ਦੇ ਬਾਰੇ ਦਿੱਤਾ। ਤੇ ਫਿਰ ਆਪ ਲਿਖਣਾ ਬਈ ਅਸੀਂ ਤੇ ਜਿਹੜੇ ਗੱਲ ਕੀਤੀ ਹੈ ਹਜ਼ਰਤ ਈਸਾ ਅਲੈਹਿ ਸਲਾਮ ਦੇ ਹਵਾਲੇ ਦੇ ਨਾਲ, ਉਹ ਤੇ ਅਸੀਂ ਯਹੂਦੀਆਂ ਦੀ ਗੱਲ ਕੋਟ ਕੀਤੀ। ਇਹਨੀ ਐਸੀ ਬੇਸ਼ਰਮੀ ਪੈਦਾ ਕਰਨੀ ਕਿ ਜਿਹਦਾ ਹੱਦ ਹੀ ਕੋਈ ਨਹੀਂ। ਲੇਕਿਨ ਇਨਸਾਨ ਕਵੇ ਤੇ ਕਵੇ ਕੀ, ਆਖੇ ਤੇ ਆਖੇ ਕੀ? ਜਿਹੜਾ ਬੰਦੇ ਦੇ ਅੰਦਰ ਜ਼ਮੀਰ ਹੋਏ ਉਹਨੂੰ ਹੀ ਬੰਦਾ ਕਹਿ ਸਕਦਾ। ਬਿਲਕੁਲ ਸਹੀ ਹੈ ਜੀ। ਬੱਲੇ ਯੋਯੋ ਹਨੀ ਸਿੰਘ ਆ ਰਿਹਾ ਵੀ 6 ਫਰਵਰੀ ਨੂੰ ਦੁਬਈ। ਲੋ ਵੀ ਮਰਦਈਓ, ਐ ਪਿਆ ਜੇ ਤੁਹਾਡਾ ਸਿੱਖ ਤੇ ਸਰਦਾਰ, ਸਿੱਖ ਭਰਾ ਤੇ ਸਾਡਾ ਉਹ ਰੁਤਲਸ ਜੋਈਆ ਕਿੱਥੇ ਗਿਆ ਬਈ, ਜਿਹੜਾ ਉਧਰ ਬੋਲਣ ਆ ਗਿਆ ਸੀ, ਜਿਹਦਾ ਪਿਛੋਕੜ ਹੀ ਨਾ ਪਤਾ ਹੋਵੇ, ਉਹਦੇ ਨਾਲ ਗੱਲ ਕੀ ਕਰਨੀ ਹੈ? ਮਤਲਬ ਐਡਾ ਕੋ ਹਰਾਮ ਜ਼ਿਆਦਾ ਇੱਥੇ ਬੈਠਾ ਮਾਈ ਭਾਗੋ ਦੇ, ਐਸੇ ਹੱਸ ਰਹੇ ਹਨ, ਮਾਈ ਲੇਕਿਨ ਭਾਗੋ ਤੇ ਭੌਂ ਗਿਆ। ਉਹਨੂੰ ਤਕਲੀਫ ਵੇਖ ਕਿਸ ਤਰ੍ਹਾਂ ਹੋਈ, ਉਹਨੇ ਵੇਖ ਕਿਸ ਤਰ੍ਹਾਂ ਇਜ਼ਹਾਰ ਕੀਤਾ। ਠੀਕ ਹੈ, ਇਸ ਤੋਂ ਇਹ ਜਜ਼ਬਾਤ ਅਸੀਂ ਵੀ ਉਹ ਇਨਸਾਨ, ਅਸੀਂ ਵੀ ਆਪਣੇ ਨਬੀ ਨਾਲ ਉਨੀ ਮੁਹੱਬਤ ਕਰਨੀ। ਠੀਕ ਹੈ ਨਾ? ਤੇ ਕੋਈ ਕਹੇ ਜੀ ਅਸੀਂ ਤੁਹਾਡੇ ਨਬੀ ਨੂੰ ਮੰਨਿਆ ਤੇ ਤੌਬਾ ਇਸਤਗਫਾਰ, ਨਬੀ ਦੇ ਕਲਮੇ ਦੇ ਅੰਦਰ ਉਸ ਰਾਮਜ਼ਾਦੇ ਨੂੰ ਸ਼ਾਮਿਲ ਕਰਨੇ, ਤੇ ਫਿਰ ਮੁਮਕਿਨ ਨਹੀਂ ਨਾ ਕਿ ਤੁਸੀਂ ਸਾਡੇ ਨਾਲ ਚੱਲ ਸਕੋ। ਤੁਸੀਂ ਉਹ ਪੈਰਲਲ ਦੀਨ ਕੀਤਾ ਜਿਹੜੀਆਂ ਦੋ ਲਾਈਨਾਂ ਆਮਣੇ ਸਾਹਮਣੇ ਚਿਹਰੇ ਲੇਕਿਨ ਕਦੀ ਮਿਲਣਗੀ ਨਹੀਂ। ਬਿਲਕੁਲ, ਮਤਲਬ ਯਾਰ ਜਿਹੜੀ ਚੀਜ਼ ਹੈ ਨਾ, ਹੁਣ ਜਰਨੈਲ ਸਿੰਘ ਪਿੰਡਾਂ ਵਾਲਾ ਜਿਹੜਾ ਜੋ ਤੁਸੀਂ ਬਲੂ ਆਪਰੇਸ਼ਨ ਕਹਿ ਰਹੇ ਸੋ, ਉਹਦੇ ਵਿੱਚ ਗੋਲਡਨ ਟੈਂਪਲ ਦੇ ਉੱਤੇ ਬਕਾਇਦਾ ਤੌਰ ਤੇ ਬੰਬਾਰੀ ਕੀਤੀ ਇਸ ਇਹਨਾਂ ਦੀ। ਅਗਰ ਉਹ ਬੰਬਾਰੀ ਨਾ ਕੀਤੀ ਹੁੰਦੀ, ਸ਼ਾਇਦ ਇਹਨਾਂ ਦੇ ਦਿਲਾਂ ਦੇ ਵਿੱਚ ਇੰਨੇ ਨਫ਼ਸ, ਛੋਟੇ ਬੱਚੇ, ਔਰਤਾਂ ਇਹਨਾਂ ਨੇ ਮਾਰ ਸੜੀਆਂ ਹੈ। ਇੱਕ ਹਰਾਮਜ਼ਾਦੇ ਨੂੰ ਇੰਨਾ ਵੀ ਖਿਆਲ ਨਹੀਂ ਹੋ ਸਕਦਾ ਇਹਦੀ ਕੋਈ ਦਾਦੀ ਹੋਵੇ, ਕੋਈ ਨਾਨੀ ਹੋਵੇ, ਕਿਸੇ ਪਿੰਡ ਦੀ ਹੋਵੇ, ਜਿਹਨੂੰ ਇੰਨਾ ਖਿਆਲ ਨਹੀਂ ਹੈ ਤੇ ਉਹਨੇ ਸਾਡੇ ਨਾਲ ਕਟਾਰ ਚੱਲਣਾ। ਹੁਣ ਉਹ ਜਿੰਨਾ ਕੀ ਨਾਂ ਹੈ, ਇੰਦਰਾ ਗਾਂਧੀ ਨੂੰ ਮਾਰਿਆ ਸੀ, ਕੀ ਨਾਂ ਸੀ, ਸੰਤਾ ਦੇ ਬੰਤਾ ਸੀ ਮੇਰੇ ਖਿਆਲ ਨਾਲ ਨਾਂ ਉਹਨਾਂ ਦਾ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨਾਲ ਕੀ ਸਲੂਕ ਹੋਇਆ? ਉਹ ਵੀ ਦੋ ਸਰਦਾਰ ਸਨ। अस्सलाम वालेकुम रहमतुल्लाहि वबरकातुहू। बड़े टाइम ਨਾਲ ਤੁਹਾਨੂੰ ਯਾਦ ਆਇਆ शुरू हो गई है। ਇਹ ਆਦਮ ਭਾਈ ਲੱਗ ਰਿਹਾ ਵੀਜ਼ਾ ਲੱਗ ਰਿਹਾ, ਲੇਕਿਨ ਉਹ ਥੋੜਾ ਜਿਹਾ ਸ਼ੁਰੂ ਹੋ ਗਈ ਹੈ। कल वाली स्टार्ट हो गई। ਅਸੀਂ ਉਹਦਾ ਬਾਈਕਾਟ ਕਰਕੇ ਤੇ ਇਸੇ ਗੱਲ ਭਾਜੀ ਆਪਣੀ ਬਰਾੜ ਤੇ ਬੈਠੇ ਆ, ਵੇ ਸਾਨੂੰ ਉਹਦੇ 'ਚ ਦਿਲਚਸਪੀ ਨਹੀਂ। ਇਹਦੇ ਤੋਂ ਬਾਅਦ ਅਸੀਂ ਕੁਝ ਕਹਿਣਾ ਨਹੀਂ ਚਾਹੁੰਦੇ। ਮੁਸਲਮਾਨਾਂ ਦੇ ਵਿੱਚ ਤਫਰੀਕ ਜ਼ਿਆਦਤੀ ਹੈ ਵੇ, ਆਪਣੇ ਆਪ ਸੋਚਣਾ ਚਾਹੀਦਾ। ਚੰਗੇ ਸਮਝਦਾਰ ਲੋਕ ਹੋ ਤੁਸੀਂ। ਯਾਰ ਜੀ ਕੋਈ ਨਾ ਬਾਬਰ ਭਾਈ ਸਮਝੇ ਤੇ ਮੈਂ ਤੁਹਾਨੂੰ ਕੱਲ ਕਰਨ ਲੱਗਾ ਸੀ ਮੈਸੇਜ, ਫਿਰ ਮੈਂ ਨਹੀਂ ਕੀਤਾ। ਬਈ ਗੱਲ ਨਾਲ ਇੱਕ ਦੋ ਵਾਰੀ ਆਖਿਆ ਬਈ ਇਹ ਸਾਰਾ ਗਲਤ ਕੰਮ ਆ, ਇਹਦਾ ਕੋਈ ਫਾਇਦੇ ਦੀ ਬਜਾਏ ਨੁਕਸਾਨ ਹੀ ਹੈ। ਲੇਕਿਨ ਜੇ ਅਗਲਾ ਬੰਦਾ ਸਮਝੇ ਕਿ ਨਹੀਂ ਮੈਂ ਸਹੀ ਸਿਆਣਾ ਮੈਂ ਤੂੰ ਬੇਵਕੂਫ ਹੈ, ਤੇ ਫਿਰ ਠੀਕ ਹੈ, ਫਿਰ ਅਗਲੇ ਬੰਦੇ ਨੂੰ ਕਰਨ ਦੋ, ਜਿਹੜਾ ਸਿਆਣਾ ਹੈ ਉਹਨੂੰ ਕਰਨ। ਠੀਕ ਹੈ, ਇਸ ਕਰਨੇ ਧੱਕਾ ਤੇ ਨਹੀਂ ਨਾ ਅੱਗੇ ਐਸੇ ਗੱਲ ਤੋਂ ਤੇ ਪਿੱਛੇ ਹਟੇ ਆ ਕਿ ਯਾਰ ਮੁਸਲਮਾਨ ਆਪਸ ਚ ਲੜਨੇ ਸ਼ੁਰੂ ਹੋ ਜਾਂਦੇ ਨੇ, ਫਿਰ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਜਾਂਦੇ ਨੇ। ਅਸੀਂ ਆਪਸ ਚ ਗੱਪ ਲਾ ਲਾਂਗੇ, ਅਸੀਂ ਇੱਥੇ ਬਵਾਂਗੇ, ਸਾਨੂੰ ਕੋਈ ਦਿਲਚਸਪੀ ਨਹੀਂ ਇਹੋ ਜਿਹੀ ਗੱਲ ਵਿੱਚ ਜਿਹੜੀ ਨੌਨਸੈਂਸ ਜਿਹਦਾ ਫਾਇਦੇ ਤੋਂ ਜ਼ਿਆਦਾ ਨੁਕਸਾਨ ਹੈ। ਫਿਰ ਦੂਜਾ ਇਹ ਕਿ ਮੁਖਾਲਿਫ ਨੂੰ ਬੰਦਾ ਜੱਜ ਕਰਦਾ ਹੈ, ਅਵੈਲੂਏਟ ਕਰਦਾ ਹੈ ਕਿ ਮੇਰੀ ਗੱਲ ਜਿਹੜੀ ਹੈ, ਮੇਰੀ ਗੁਫ਼ਤਗੂ ਜਿਹੜੀ ਹੈ, ਇਹਦਾ ਫਾਇਦਾ ਹੈ ਕਿ ਨੁਕਸਾਨ ਹੈ। ਇਹਦਾ ਪਤਾ ਕਿੱਥੋਂ ਲੱਗਦਾ ਹੈ? ਇਹਦਾ ਪਤਾ ਇੱਥੋਂ ਲੱਗਦਾ ਹੈ ਕਿ ਜਿਹੜੀ ਗੱਲ ਉਹ ਨਹੀਂ ਕਰਨਾ ਚਾਹੁੰਦਾ ਉਹਦਾ ਉਹਨੂੰ ਨੁਕਸਾਨ ਹੁੰਦਾ ਤੇ ਨਹੀਂ ਕਰਨਾ ਚਾਹੁੰਦਾ ਨਾ, ਤੇ ਜਿਹੜੀ ਗੱਲ ਉਹ ਬਾਰ-ਬਾਰ ਆਪ ਕਹਿੰਦਾ ਮੈਂ ਕਰਨਾ ਚਾਹੁੰਦਾ, ਇਹਦਾ ਮਤਲਬ ਉਹਨੂੰ ਅਹਿਸਾਸ ਹੁੰਦਾ ਕਿ ਇਹਦੇ 'ਚ ਮੈਂ ਕੰਫਰਟੇਬਲ ਹਾਂ, ਇਹਦੇ 'ਚ ਮੇਰਾ ਕੋਈ ਨੁਕਸਾਨ ਨਹੀਂ ਹੋ ਰਿਹਾ, ਟਾਈਮ ਹੀ ਜ਼ਾਇਆ ਹੋ ਰਿਹਾ, ਟਾਈਮ ਗੇਨ ਕਰ ਰਹੇ ਹਾਂ ਜਾਂ ਕੁਝ ਵੀ ਕਰ ਰਹੇ ਹਾਂ, ਲੇਕਿਨ ਇਹਦਾ ਮੈਨੂੰ ਨੁਕਸਾਨ ਨਹੀਂ। ਉਹ ਖੁਦ ਜਿਹੜੇ ਆਪਣੇ ਪਸੰਦੀਦਾ ਮੌਜ਼ੂਆਤ ਨੇ, ਅਗਰ ਉਹ ਤੁਹਾਨੂੰ ਉਧਰ ਖਿੱਚਦੇ ਨੇ ਤੇ ਤੁਹਾਨੂੰ ਵੀ ਚੀਜ਼ਾਂ ਨੂੰ ਅਵੈਲੂਏਟ ਕਰਨਾ ਚਾਹੀਦਾ ਹੈ ਕਿ ਕਿਹੜੀ ਗੱਲ ਕਰਨ ਵਾਲੀ ਹੈ ਤੇ ਕਿਹੜੀ ਜਿਹੜੀ ਉਹਦਾ ਕੋਈ ਫਾਇਦਾ ਨਹੀਂ ਹੈ ਕਰਨ ਦਾ।
ਬੇਫਾਇਦਾ ਕਰਨੀ ਕਰਦੇ ਰਹੋ, ਸਾਨੂੰ ਦਿਲਚਸਪੀ ਕੋਈ ਨਹੀਂ, ਅਸੀਂ ਲੜਨਾ ਨਹੀਂ ਚਾਹੁੰਦੇ ਕਿਸੇ ਨਾਲ, ਕਰਨ ਦੋ ਜਿਹੜਾ ਲੱਗਾ ਰਹਿਣਾ। ਤੁਸੀਂ ਆਪਣੀ ਗੱਪ ਲਾਓ ਤੇ ਉਹਦੇ ਬਾਅਦ ਛੁੱਟੀ ਕਰਨਾ। ਮੈਨੂੰ ਇੱਥੇ ਬਾਰਿਸ਼ ਨੇ ਅੱਜ ਫਿਰ ਸਵੇਰ ਦਾ ਨਾ ਮੱਤ ਮਾਰੀ, ਇੰਨੀ ਬਾਰਿਸ਼ ਸਵੇਰ ਦੀ ਸ਼ੁਰੂ ਹੋ ਗਈ, ਇੰਨੀ ਬਾਰਿਸ਼ ਹੋ ਰਹੀ ਹੈ, ਇਹ ਬੜੀ ਮੁਸ਼ਕਿਲ ਨਾਲ ਲੋਡ ਮੈਂ ਲਿਆ ਤੇ ਉਹ ਬੰਦੇ ਨਾਲ ਗੱਲ ਵੀ ਪੇ ਕਰਦੇ ਸੀ ਤੇ ਮੁਸ਼ਕਿਲ ਅਮਰ ਨਾਲ। ਭਾਈ ਗੁੱਸਾ ਚੜਦਾ, ਦੇਖੋ ਨਾ ਸਾਰੀ ਸਾਡੀ ਜਿਹੜੀ ਕਾਜ਼ ਹੈ ਉਹਨੂੰ ਨੁਕਸਾਨ ਪਹੁੰਚਦਾ। ਕੋਈ ਇੰਡੀਵਿਜੂਅਲ ਇੱਕ ਬੰਦੇ ਦਾ ਤੇ ਹੈਗਾ ਨਹੀਂ ਨਾ ਕਿ ਬਈ ਠੀਕ ਉਹਦੇ ਤੇ ਕਰ ਰਵੇ ਗੱਲ, ਉਹ ਸਾਰਿਆਂ ਤੇ ਆਉਂਦੀ ਹੈ। ਬਾਬਰ ਭਾਈ ਫਿਰ ਗੁੱਸੇ ਨੂੰ ਜੇ ਕੰਟਰੋਲ ਨਾ ਕਰਾਂਗੇ ਤਾਂ ਉਹਦਾ ਨੁਕਸਾਨ ਹੋਏਗਾ। ਗੁੱਸਾ ਤਾਂ ਮੈਨੂੰ ਵੀ ਇੰਨਾ ਚੜਿਆ, ਮੈਂ ਸੁਣ ਕੇ ਅੱਧਾ ਘੰਟਾ ਤੇ ਛੋੜ ਦਿੱਤੀ ਗੱਲਬਾਤ। ਫਿਰ ਮੈਂ ਬੜਾ ਹੀ ਆਊਟ ਆਫ ਕੰਟਰੋਲ ਹੋ ਕੇ 2-3 ਮੈਸੇਜ ਵੀ ਕੀਤੇ ਨੇ, ਦੋਵਾਂ ਬੰਦਿਆਂ ਨੂੰ ਪ੍ਰਵਾਨ ਕੀਤੇ ਨੇ ਕਿ ਬਈ ਇਹ ਕੋਈ ਇਹਦੇ 'ਚ ਕੋਈ ਫਾਇਦਾ ਹੈ ਨਹੀਂ, ਛੱਡੋ ਪਰ ਇਹਨੂੰ ਫੋਲ ਕਰੋ। ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਇਹਦੇ ਬਜਾਏ ਤੁਸੀਂ ਆਪਣੀ ਬਰਾਡ ਲਾਓ, ਉੱਥੇ ਲੋਕਾਂ ਨੂੰ ਬਾਸ਼ਊਰ ਕਰੋ ਮਿਰਜ਼ਾਈਅਤ ਦੇ ਬਾਰੇ। ਬਿਲਕੁਲ ਜਿੰਨਾ ਤੁਸੀਂ એનર્ਜੀ ਤੇ ਟਾਈਮ ਇਹਦੇ ਤੇ ਲਾਉਂਦੇ ਹੋ ਨਾ, ਇਹਦੀ ਬਜਾਏ ਤੁਸੀਂ ਆਪਣੀ એનર્ਜੀ ਨੂੰ ਔਰ ਟਾਈਮ ਨੂੰ ਸਹੀ ਡਾਇਰੈਕਸ਼ਨ ਵਿੱਚ ਲਾਓਗੇ ਤੇ ਉਹਦਾ ਫਾਇਦਾ ਹੋਏਗਾ ਕਿਸੇ ਨੂੰ। ਤੇ ਇਸ ਤੋਂ ਜ਼ਿਆਦਾ ਕੋਈ ਅਗਾਂਹ ਗੁੰਜਾਇਸ਼ ਨਹੀਂ ਨਾ ਹੁੰਦੀ, ਕਿਸੇ ਨਾਲ ਸਖਤੀ ਨਹੀਂ ਕਰਨੀ ਚਾਹੀਦੀ। ਐਵੇਂ ਖਾਮਖਾ ਆਪਣੇ ਗੁੱਸੇ ਨੂੰ ਕੰਟਰੋਲ ਕਰੋ, ਪਿੱਛੇ ਰਹੋ, ਨਾ ਜਾਓ। ਜਿਹੜਾ ਸਾਥੀ ਜਾਂਦਾ ਉਹਨੂੰ ਪਿੱਛੇ ਰੱਖੋ ਤੇ ਉਹਨਾਂ ਨੂੰ ਕਹੋ ਵੀ ਉੱਥੇ ਫਾਇਦਾ ਨਹੀਂ ਹੈ, ਕੁਝ ਵੀ ਨੌਨਸੈਂਸ ਗੁਫ਼ਤਗੂ। ਆਪਣੇ ਬਰਾਡ ਤੇ ਪਵੋ, ਲੋਕਾਂ ਨੂੰ ਮਿਰਜ਼ਾਈਅਤ ਦੇ ਬਾਰੇ ਦੱਸੋ, ਕਾਦੀਆਨੀਆਂ ਦੇ ਬਾਰੇ ਦੱਸੋ, ਲੋਕਾਂ ਦਾ ਨੌਲੇਜ ਵਧਾਓ, ਐਕਸਪੈਂਡ ਕਰੋ। ਇਹ ਵੀ ਇਹ ਜਿਸ ਵੇਲੇ ਗੱਲ ਕਰਦੇ ਨੇ ਸਾਡੇ ਕਈ ਨੌਜਵਾਨ ਸਾਥੀ, ਤੇ ਉਹਨਾਂ ਦੇ ਵਿੱਚ ਇੰਨੀਆਂ ਗਲਤੀਆਂ ਹੁੰਦੀਆਂ ਨੇ ਗੱਲਬਾਤ ਦੇ ਵਿੱਚ, ਉਹਨਾਂ ਨੂੰ ਰੋਕਦਿਆਂ ਰਵੀਦਾ ਤੇ ਆਖਦਿਆਂ ਰਵੀਦਾ ਵੀ ਨਹੀਂ ਇੰਝ ਨਾ ਕਰੋ, ਇੰਝ ਕਰੋ, ਇੰਝ ਨਾ ਕਰੋ, ਇੰਝ ਕਰੋ। ਇਹ ਪਿੱਛੇ ਲਿਟਰੇਚਰ ਇੰਨਾ ਜਿਹੜਾ ਸ਼ੇਅਰ ਕਰਨ ਵਾਲਾ ਹੈ, ਹਵਾਲੇ ਨੇ ਇੰਨੇ ਜਿਹੜੇ ਸ਼ੇਅਰ ਕਰਨ ਵਾਲੇ ਨੇ, ਉਹਦੇ ਨਾਲ ਸ਼ੇਅਰਿੰਗ ਨਾਲ ਲੋਕਾਂ ਦੇ ਇਲਮ 'ਚ ਇਜ਼ਾਫਾ ਹੁੰਦਾ। ਇਹਦੀ ਬਜਾਏ ਤੁਸੀਂ 4 ਘੰਟੇ ਜਾਂ 6 ਘੰਟੇ ਇੱਕ ਲੱਤਾਂ 'ਚ ਲੱਤਾਂ ਪਾ ਕੇ ਬਹਿ ਰਹੋ, ਤੇ ਨਾ ਤੁਹਾਡਾ ਕੁਝ ਗੁਮਿਆ ਤੇ ਨਾ ਉਹਦਾ ਕੁਝ ਗੁਮਿਆ, ਤੇ ਆਪਣੀ એનર્ਜੀ ਵੀ ਲਾਈ ਤੇ ਨਾਲ ਤੁਸੀਂ 100 ਬੰਦੇ ਦੀ એનર્ਜੀ ਵੀ ਉੱਥੇ ਜ਼ਾਇਆ ਕਰਵਾਈ। ਉਹਦੀ ਬਜਾਏ ਤੁਸੀਂ ਤੇ ਇਹ ਤੇ ਉਸਤਾਦ ਜੀ ਮੁਖਾਲਿਫ ਚਾਹੁੰਦਾ ਤੇ ਇਹ ਜਿਹੜੀ ਸੁੱਕੀ ਰੇਤ ਹੈ ਨਾ, ਮੈਂ ਤੇ ਕਹਿਣਾ ਕਿ ਅੱਲਾ ਹੀ ਕਰੇ ਕੋਈ ਬਾਰਿਸ਼ ਹੋ ਜਾਵੇ ਤੇ ਸਾਡੇ ਮਗਰੂ ਲਵੇ। ਕੋਈ ਨਹੀਂ ਗੱਲ। ਹੈਲੋ, ਇਹ ਰੇਤ ਦਾ ਨਾਂ ਲਿਆ ਤੇ ਥੱਲੇ ਪੱਪੂ ਮਲਿਕ ਨੇ ਕਾਲ ਪਾ ਲਈ, ਚੁੱਕਣਾ ਜੀ? ਨਹੀਂ ਮੇਰੇ ਤੋਂ ਇਹ ਤਗੜਾ ਭਾਈ, ਹਾਏ 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 ਹਾਏ। ਲੈ ਗਿਆ ਜੋੜੋ। ਕਿੰਨੇ ਚੁੱਕਿਆ ਨੂੰ ਉੱਥੇ ਕੋਤਰੇ ਦੀ ਬਰਾਤ ਤੋਰੋ। ਇਹ ਜਿਹੜਾ ਆਇਆ ਨਹੀਂ ਬ੍ਰੇਨ ਡੈਡ ਨੂੰ, ਤੇ ਇਹਨੂੰ ਕਹੋ ਉੱਥੇ ਕਿੱਥੇ ਮੈਂ ਜੋ ਬਰਿਆਮ ਦੀ ਬਰਾਤ। ਉਹ ਗੱਲ ਸੁਣਾ ਪੱਪੂ, ਆ ਚੁੱਕੋ ਯਾਰ। ਇਹ ਬ੍ਰੇਨ ਡੈਡ ਦੀ ਤੇ ਤੂੰ ਦੋਏ ਇਕੱਠੇ ਜਾ ਕੇ ਬਰਾੜ ਲਾਓ ਆਪਣੀ। ਬ੍ਰੇਨ ਡੈਡ ਤੇ ਤੂੰ ਦੋਏ ਇਕੱਠੀ ਬਰਾੜ ਲਾਓ ਤੇ ਆਪਣੀ ਕੌਮ ਦੀ ਜਿਹੜੀਆਂ ਨੇ ਨਾ ਉਹਨਾਂ ਦੇ ਅੰਦਰ ਰਿਫਾਰਮਸ ਕਰੋ। ਰਿਫਾਰਮਰ ਹੋ ਤੁਸੀਂ, ਸਹੀ ਮੈਨੇ ਤੁਸੀਂ ਮੁਸਲਿਮ ਮਊਦ ਹੋ, ਤੁਸੀਂ ਇਸਲਾਹ ਫਰਮਾਓ ਕੌਮ ਦੀ, ਲੇਕਿਨ ਉਧਰ ਪਰ ਅਮਰ ਭਾਈ ਐਸੇ ਕਰਕੇ ਤੇ ਕਹਿੰਦੇ ਨੇ ਇਹਨੂੰ ਨਹੀਂ ਚੁੱਕਣਾ, ਅਸੀਂ ਇਹਨੂੰ ਨਹੀਂ, ਇਹਨੂੰ ਬਲਾਕ ਕਰ ਦਿੱਤਾ, ਇਹਨੂੰ ਇੰਝ ਕਰਤਾ, ਇਹਨੂੰ ਨਹੀਂ ਉੱਤੇ ਲਿਆਉਣਾ, ਐਸੇ ਗੱਲਾਂ ਤੋਂ ਕਿ ਇਹਦੇ ਕਾਬੂ ਨਹੀਂ ਆਉਂਦਾ। ਕਾਬੂ ਆਉਂਦੇ ਉਹਨਾਂ ਨੂੰ ਫੜ ਲਿਆ। ਹੱਕ ਭਾਈ ਉਹਨਾਂ ਦੀ ਬਰਾੜ ਤੇ ਗਿਆ ਨਾ ਰਹੀਲ, ਉਹਨਾਂ ਚੁੱਕ ਕੇ ਥੱਲੇ ਮਾਰਿਆ। ਮੁਫਤੀ ਸਾਹਿਬ ਲੱਗੇ ਗੱਲ ਕਰਨ ਦੇ ਵਿੱਚ ਆਪਣੀ ਪੰਗੇ ਦੇਣ ਲਾ, ਮੈਨੂੰ ਚੁੱਕ ਕੇ ਮਾਰਿਆ ਥੱਲੇ ਨੂੰ, ਕਿਹਾ ਮਾਮਾ ਤੂੰ ਤੇ ਸੋਸਾ ਕਰ, ਜਿਹੜੀ ਵਾਮ ਦੂਜੀ ਆਈ ਤੈਨੂੰ ਬਹੁਤੀ ਗਾਲ ਪੈ ਗਈ ਹੈ। ਅਸੀਂ ਗਾਲੀਬਾਜ਼ ਹਾਂ, ਅਸੀਂ ਬਾਬਿਆਂ ਦੇ ਪੁਜਾਰੀ ਹਾਂ ਪੱਪੂ ਮਲਕ, ਤੇ ਤੂੰ ਬ੍ਰੇਨ ਡੈਡ ਨਾਲ ਜਾ ਕੇ ਬਰਾਡ ਲਾ ਲੈ ਤੇ ਦੋਏ ਭਰਾ ਬਹਿ ਕੇ ਤੇ ਰਿਫਾਰਮਸ ਕਰੋ। ਉਹ ਆਪਣੀ ਕੌਮ ਦੀ ਅੰਦਰ ਇਸਲਾਹਾਤ ਦਾ ਨਫਾਜ਼ ਫਰਮਾਏ ਤੇ ਤੁਸੀਂ ਆਪਣੀ ਕੌਮ ਦੇ ਅੰਦਰ ਇਸਲਾਹਾਤ ਦਾ ਨਫਾਜ਼ ਫਰਮਾਓ। ਸਾਨੂੰ ਮਾਫ ਕਰ ਦਿਓ। ਨਹੀਂ ਆਸਾ ਆ ਰਿਹਾ ਉਸਤਾਦ ਜੀ, ਕੌਮ ਅਸੇ ਕੋ 2-3 ਬੰਦੇ ਹੋਣੇ ਚਾਹੀਦੇ ਨੇ। ਇਹ ਇੱਥੋਂ ਕੱਲਾ ਹੈ, ਉਹ ਉੱਥੋਂ ਕੱਲਾ। ਅੱਛਾ ਅਮਰ ਭਾਈ, ਕੁੱਤੀ ਦੇ ਬੱਚੇ ਵੀ ਨਾ 7 ਦਿਨਾਂ ਬਾਅਦ ਅੱਖਾਂ ਖੋਲ ਲੈਂਦੇ ਨੇ, ਤਾਂ ਪੱਪੂ ਦੀ ਹਜੇ ਤੱਕ ਨਹੀਂ ਖੁੱਲੀਆਂ। ਪਰ ਜਿੰਨਾ ਜਿਹੜੀ ਤੁਸੀਂ ਗੱਲ ਪੇ ਕਰਦੇ ਹੋ ਨਾ, ਇਹ ਵੀ ਇੱਕ ਐਸਾ ਫਨ ਹੈ, ਇੱਕ ਐਸਾ ਹੁਨਰ ਹੈ ਕਿ ਜਿਹੜਾ ਸਾਰਿਆਂ ਬੰਦਿਆਂ ਕੋਲ ਨਹੀਂ ਹੁੰਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਸਾਰੇ ਭਰਾ ਇਸ ਹੁਨਰ ਨੂੰ ਸਿੱਖੋ। ਅਗਰ ਇੱਕ ਬੰਦਾ ਗਲਤ ਪਿਆ ਕਰਦਾ ਹੈ ਤੇ ਉਹਦੀ ਗਲਤੀ ਦੀ ਵਜ੍ਹਾ ਤੋਂ ਉਹਦੇ ਨਾਲ ਲੜਨ ਦੀ ਬਜਾਏ ਤੁਸੀਂ ਆਪ ਕਰਕੇ ਵਹਾਓ। ਅੱਛਾ, ਕਿਸ ਤਰ੍ਹਾਂ? ਮੇਰੇ ਬਾਰੇ ਮਰਜ਼ਾਈ ਡਰਦੇ ਨੇ ਕਿ ਗੱਲ ਕਿਰੇ ਦੀ ਵੀ ਛੇੜੀ ਹੈ ਨਾ, ਇਹਨੇ ਭੁਆ ਕੇ ਸਾਡੇ ਘਰੋਂ ਕੋਈ ਨਾ ਕੋਈ ਗੱਲ ਕੱਢ ਲੈਣੀ ਹੈ। ਇਹ ਹੁਨਰ ਸਾਰਿਆਂ ਕੋਲ ਹੋਣਾ ਚਾਹੀਦਾ, ਇਹ ਨਹੀਂ ਕਿ ਮੇਰੇ ਇਕੱਲੇ ਕੋਲ ਕੋਈ ਮੇਰਾ ਕੋਈ ਵੱਡਾ ਸਿਰ ਉੱਚਾ ਹੋਣਾ ਚਾਹੀਦਾ ਹੈ। ਸਾਰਿਆਂ ਭਰਾਵਾਂ ਕੋਲ ਇਹ ਹੁਨਰ ਹੋਣਾ ਚਾਹੀਦਾ ਹੈ।
ਕਿ ਗੱਲ ਉਹ ਜਿੱਥੋਂ ਮਰਜ਼ੀ ਕਰਨ, ਸਵਾਲ ਉਹ ਤੁਹਾਨੂੰ ਜਿੱਥੋਂ ਮਰਜ਼ੀ ਪਾਉਣ, ਜਵਾਬ ਉਹਨਾਂ ਨੂੰ ਉਹਨਾਂ ਦੇ ਮੁਸਲਮਾਤ ਚੋਂ, ਉਹਨਾਂ ਦੀਆਂ ਕਿਤਾਬਾਂ ਚੋਂ, ਮਿਰਜ਼ੇ ਕਾਦੀਆਨੀ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਅੱਗੇ ਧਰੋਗੇ ਤੇ ਤੁਹਾਡੇ ਬਾਰੇ ਵੀ ਇਹ ਆਖਣਗੇ नहीं नहीं ये तो गालियां देता है हमारे मसीह मौद, किससे हमने बात नहीं करनी, इसको ब्लॉक किया हुआ है करनी। ਉਸਤਾਦ ਜੀ ਲੇਕਿਨ ਦੇਖੋ ਜਿੰਨਾ ਟਾਈਮ ਤੁਸੀਂ ਇਹ ਜ਼ਿੰਦਗੀ ਵਕਤ ਕੀਤੀ ਹੈ, ਠੀਕ ਹੈ ਨਾ, ਉਸ ਮਿਆਰ ਤੇ ਆਉਣ ਸੇ ਤੇ ਘੱਟ ਘੱਟ ਇੰਨਾ ਟਾਈਮ ਤੇ ਚਾਹੀਦਾ ਹੋਏਗਾ। ਕੋਸ਼ਿਸ਼ ਪੂਰੀ ਹੈ ਲੇਕਿਨ ਕੀ ਕਹਿੰਦਾ ਅੱਲਾ ਦਾ ਫਜ਼ਲ ਹੋਏ ਤੇ ਹੋ ਸਕਦਾ, ਲੇਕਿਨ ਮਜ਼ਾਕ ਨਹੀਂ। ਜਿੰਨਾ ਟਾਈਮ ਤੁਸੀਂ ਦੇ ਰਹੇ ਹੋ ਨਾ, ਜਿੰਨੀ ਜ਼ਿੰਦਗੀ ਤੁਸੀਂ ਵਕਤ ਕੀਤੀ ਹੈ, ਹੁਣ 5 ਨੰਬਰ ਦਾ ਚਸ਼ਮਾ ਲੱਗ ਗਿਆ ਤੁਹਾਨੂੰ ਇਹ ਕਿਤਾਬਾਂ ਪੜ੍ਹ ਕੇ ਵਿੱਚੋਂ ਹਵਾਲੇ ਕੱਢ ਕੇ। ਹਰ ਬੰਦੇ ਦੇ ਵੱਸ ਦਾ ਰੋਗ ਨਹੀਂ, ਇਹ ਖੁਦਾ ਦਾ ਫਜ਼ਲ ਹੋਵੇ ਤੇ ਹੋ ਸਕਦਾ, ਲੇਕਿਨ ਕੋਸ਼ਿਸ਼ ਜ਼ਰੂਰ। ਲੇਕਿਨ ਜਿਹੜੀ ਮਿਹਨਤ ਤੁਸੀਂ ਕੀਤੀ ਹੈ ਨਾ, ਉਸ ਮਿਹਨਤ ਨੂੰ ਇਨਸ਼ਾ ਅੱਲਾਹ ਤਾਲਾ ਮੇਰੀ ਤਾਂ ਇਹ ਕੋਸ਼ਿਸ਼ ਰਹੇਗੀ ਕਿ ਜ਼ਾਇਆ ਨਾ ਹੁੰਦਾ। ਉਹ ਜਿਸ ਤਰ੍ਹਾਂ ਤੁਹਾਨੂੰ ਤਮਗਾ ਇਮਤਿਆਜ਼ ਲੱਭਦਾ ਹੈ, ਇਹ ਵੇਖੋ ਇਹ ਐਡੀ ਕਾਣੀ ਟਿੰਗਣੀ ਦਾ ਬੱਚਾ ਹੈ, ਜਿਹੜੀ ਗੱਲ ਕਰੋ ਇਹ ਚੁੱਕ ਕੇ ਮਿਰਜ਼ਾ ਸਾਹਿਬ 2 ਮਿੰਟ ਨਹੀਂ ਬੋਲ ਰਹਿੰਦਾ ਮਿਰਜ਼ਾ ਸਾਹਿਬ ਤੋਂ। मिर्जा साहब वो मूसा टेंडर होने लग गया, आप अहमदी लिटरेचर को यूज़ करते हैं, आप अहमदी हैं, शर्म आपको नहीं आती, जो सवाल पूछो हमारे लिटरेचर खोल लेते हैं। इंशाल्लाह ताला कोशिश मेरी यही रहेगी कि 1.5 साल के अंदर जिन्ना हो सके सीखे, लेकिन इस तो भी बेहतर तो बेहतरीन करेंगे इंशाल्लाह ताला। ਅੱਲਾਹ ਤਾਲਾ ਬਰਕਤ ਪਾਵੇ ਤੁਹਾਡੀ ਇਹ ਸੋਚ ਦੇ ਵਿੱਚ। ਅਸਦ ਭਾਈ, ਹੋ ਸਕਦਾ ਅਮਰ ਭਾਈ ਤੋਂ ਪਹਿਲੇ ਵੀ ਹੋਣਗੇ ਲੋਕ, ਲੇਕਿਨ ਮੇਰੀ ਜ਼ਿੰਦਗੀ ਦੇ ਵਿੱਚ ਤੇ ਮੇਰੀਆਂ ਅੱਖਾਂ ਸਾਹਮਣੇ ਹਰ ਕੋਈ ਕੋਸ਼ਿਸ਼ ਕਰਦਾ ਹੈ ਕਿ ਉਹਦੇ ਕੋਲ ਹੋਵੇ ਇਹ ਫਨ ਅਮਰ ਭਾਈ ਤੋਂ ਇਲਾਵਾ ਮੈਂ ਕਿਸੇ ਕੋਲ ਨਹੀਂ ਦੇਖਿਆ। ਭਾਵੇਂ ਨਾ ਤਾਂ ਕੋਈ ਪੁਰਾਣੇ ਵੀ ਹੈਗੇ ਨੇ ਨਾ, ਮੈਂ ਨਹੀਂ ਕਿਸੇ ਹੋਰ ਕੋ ਦੇਖਿਆ। ਤੇ ਇਹ ਅੱਲਾਹ ਤਾਲਾ ਦੀ ਖਾਸ ਦੇਣ ਹੈ, ਅੱਲਾਹ ਤਾਲਾ ਸਭ ਨੂੰ ਦੇਵੇ ਮੁਸਲਮਾਨਾਂ ਨੂੰ। ਤੇ ਮਾਸ਼ਾਅੱਲਾ ਇਹੀ ਗੱਲ ਹੈ ਅਮਰ ਭਾਈ ਦੀ ਜਿਹੜੀ ਸਭ ਤੋਂ ਨੰਬਰ 1 ਤੇ ਮੈਨੂੰ ਚੰਗੀ ਲੱਗਦੀ ਹੈ। ਅਗਲਾ ਮਰਜ਼ੀ ਗੱਲ ਜਿੱਥੇ ਜਿਹੜੀ ਮਰਜ਼ੀ ਕਰੇ, ਜਵਾਬ ਉਹਦੇ ਘਰੋਂ ਆਣਾ ਜਾਂ ਵੇਟ। बिल्कुल बिल्कुल मैं ही कहना ना कि वो देखो वाटर आया एक दिन पूछना भाई ਹਾਲੇ ਇੱਕ ਵਜ੍ਹਾ ਵੀ ਤੇ ਹੈ ਨਾ ਅਸਦ ਭਾਈ, ਵਜ੍ਹਾ ਹੈ ਵੀ ਕਿ ਗੱਲ ਤੁਹਾਂ ਮਰਜ਼ਈਆਂ ਨਾਲ ਕਰਨੀ ਤੇ ਫਿਰ ਮਰਜ਼ਈਆਂ ਨੂੰ ਵੀ ਤਾਂ ਕੀ ਦੇਣੀ। ਅਮਰ ਭਾਈ ਖਸਮੇ ਦਲੀਲ ਕੀ ਕਹਿੰਦੇ ਹੋ, ਦਲੀਲੇ ਖਸਮ, ਫਿਰ ਦਲੀਲੇ ਖਸਮ ਵੀ ਤੇ ਦੇਣੀ ਉਹਦੀ ਅਗਲੇ ਘਰ ਦੇਣੀ ਜਿਹੜੀ। चलो वो पिछों क्या था मनो तो वो जलालपुर वाली वो टूमा याद आ जानी ने डन 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 चलती और रुक दिया संत बंदर लगता यार दुनिया ते वापस आए। किसी भाई ने कोई गल करनी कर लो, फिर हिकमत पढ़ लेंगे। प्यार करया करो अली नाल। अल्लाह दे नबी ने फरमाया अल कासिब हबीबुल्लाह, जेड़ा हथ नाल काम करने वाला बंदा है ना, वो अल्लाह दा प्यारा है। ਉਹ ਮਿਹਨਤ ਮਜ਼ਦੂਰੀ ਪੇ ਕਰਦੇ ਅਸੀਂ ਕਦੀ ਵੀ ਇਹੋ ਜਿਹੀ ਗੱਲ ਨਹੀਂ ਸੋਚੀ, ਲੇਕਿਨ ਤੁਸੀਂ ਕਹਿ ਰਹੇ ਹੋ ਕਿ ਮਾਸ਼ਾਅੱਲਾ ਜਲਾਲਪੁਰ ਦੀ ਯਾਦ ਆਉਂਦੀ ਹੈ। ਹਲਾਲ ਕਮਾਏ ਭਾਵੇਂ ਜਿਹੜਾ ਮਰਜ਼ੀ ਕੰਮ ਕਰੇ, ਲੇਕਿਨ ਬੰਦਾ ਹਲਾਲ ਕਮਾਵੇ, ਹਰਾਮ ਦੀ ਤਰਫ ਅੱਲਾਹ ਤਾਲਾ ਨਾ ਰੱਖੇ। ਮਸ਼ੀਨਾਂ ਦੀ ਆਵਾਜ਼ ਪਿੱਛੋਂ ਆਉਂਦੀ ਹੈ, ਥੋੜੀ ਜਿਹੀ ਡਿਸਟਰਬੈਂਸ ਹੁੰਦੀ, ਲੇਕਿਨ ਉਹਦੇ ਤੇ ਆਪਣੇ ਆਪ ਨੂੰ ਰੋਕ ਕੇ ਰੱਖਣਾ ਚਾਹੀਦਾ, ਸਬਰ ਕਰਨਾ ਚਾਹੀਦਾ ਕਿ ਚਲੋ ਭਰਾ ਹੈ ਅੱਗੇ ਗੱਲ ਪਿਆ ਕਰਦਾ ਤੇ ਕਰ ਲੈਣ ਤਾਂ ਕੋਈ ਗੱਲ ਨਹੀਂ। ਮਾੜੀ ਵੀ ਦੁਆਲੇ ਸਹੀ ਹੋਏ ਆ, ਮਾੜੀ ਵੀ ਕਰਦਾ ਤੁਹਾਡੇ ਨਾਲ ਤੇ ਨਹੀਂ ਨਾ ਲੜਦਾ ਪਿਆ। ਇੱਕ ਗੱਲ ਉਹ ਐਸੀ ਪਿਆ ਕਰਦਾ ਜਿਹੜੀ ਕੋਈ ਐਡੀ ਖੂਬਸੂਰਤ ਨਹੀਂ, ਸਾਈਡ ਤੇ ਕਰ ਦੋ, ਲੇਕਿਨ ਲੜੋ ਕੋ ਨਾ ਕਦੀ ਵੀ। ਚਲੋ ਉਸਤਾਦ हिकमत पढ़ने खली वाली करो उस्ताद ने क्या पुर करा उन्होंने ਇਹਨਾਂ ਨੂੰ ਅਸੀਂ हिकमत ही दे सकते हैं। आज भी हिकमत नंबर 260 नहज बलागा। कितने ही लोग ऐसे हैं जिन्हें नेमतें देकर रफ्ता रफ्ता अजाब का मुस्तहिक बनाया जा रहा है, और कितने ही लोग ऐसे हैं जो अल्लाह की पर्दापोशी से धोखा खाए हुए हैं और अपने बारे में अच्छे अल्फाज सुनकर फरेब में पड़ गए। और मोहलत देने से ज़्यादा अल्लाह की जानब से कोई बड़ी आजमाइश नहीं। आखिर दावन अल्हम्दुलिल्लाह रब्बिल आलमीन। अल्लाह ताला आपको भी अपने भी हर आजमाइश में मदद अता फरमाए। सल्लल्लाहु अलैहि मुहम्मद व आले मुहम्मद सल्लल्लाहु अलैहि मुहम्मद व आले। ਆਮਨ ਭਾਈ ਉਹ ਕਿਹੜਾ ਹਵਾਲਾ ਵੇ ਜਿਹਦੇ ਚ ਮਿਰਜ਼ਾ ਸਾਹਿਬ ਨੇ ਆਖਿਆ ਕਿ ਜਿਹੜਾ ਹਜ਼ਰਤ ਈਸਾ ਨੂੰ ਬਗੈਰ ਬਾਪ ਤੋਂ ਨਹੀਂ ਮੰਨਦਾ। ਇਹ ਗੱਲ ਹੋ ਰਹੀ ਸੀ ਜਿੱਥੇ ਅਲੀ ਅਕਬਰ ਬੈਠੇ ਸੀ ਸਿੱਸੀ ਦੀ ਬਰਾੜ ਤੇ। ਮੈਂ ਕਿਹਾ ਮੇਰੀ ਗੱਲ ਸੁਣੋ, ਜੇ ਹਵਾਲੇ ਦਾ ਤੁਹਾਨੂੰ ਨਹੀਂ ਪਤਾ ਤੇ ਮਿਹਰਬਾਨੀ ਕਰੋ ਅਮਨ ਨਜ਼ੀਰ ਕੋ ਟੁੱਟ ਜਿਓ, ਬੇਸ਼ੱਕ ਤੁਹਾਡਾ ਮਹਾਲਾ ਫਿਰ ਉਹਨੂੰ ਤੁਹਾਡੀ ਹਰ ਕਿਤਾਬ ਦਾ ਪਤਾ ਹੈ, ਨਾਲ ਹੀ ਗਾਲਾਂ ਕੱਢਣ ਲੱਗ ਪਿਆ। ਕਹਿੰਦਾ ਇਹ ਹਵਾਲਾ ਕੋਈ ਨਹੀਂ ਹੈ। ਹਵਾਲਾ ਹੈ ਨਾ ਅਮਰ ਭਾਈ ਕਿ ਜਿਹੜਾ ਬੰਦਾ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਬਿਨ ਬਾਪ ਨਹੀਂ ਮੰਨਦਾ, ਉਹਦੇ ਬਾਰੇ ਚ ਹਵਾਲਾ ਸੀ। ਤੇ ਮੈਂ ਉਹਨੂੰ ਆਖਿਆ ਕਿ ਤੂੰ ਅਮਨ ਨਜ਼ੀਰ ਕੋ ਟੁੱਟ ਜਾ, ਤੇ ਅਮਨ ਨਜ਼ੀਰ ਕੋ ਤੈਨੂੰ ਹਵਾਲਾ ਲੱਭ ਜੇਗਾ। ਕਿਤਾਬਾਂ ਤੁਹਾਡੀਆਂ ਨੇ ਲੇਕਿਨ ਹਿਫਜ਼ ਅਮਨ ਨਜ਼ੀਰ ਨੇ ਕੀਤੀ ਹੈ।
ਮਿਰਜ਼ਾ ਕਾਦੀਆਨੀ ਨੇ ਕਿਹਾ ਹੈ ਕਿ ਉਹ ਮੁਸਲਮਾਨ ਹੀ ਨਹੀਂ, ਜਿਹੜਾ ਈਸਾ ਅਲੈਹਿਸਲਾਮ ਨੂੰ ਬਿਨ ਬਾਪ ਨਹੀਂ ਮੰਨਦਾ, ਉਹ ਮੁਸਲਮਾਨ ਹੀ ਨਹੀਂ ਹੈ, ਉਹ ਮੁਰਦਾ। ਉਸਤਾਦ ਜੀ ਕਿੰਨੀ ਉਮਰ ਤੋਂ ਸ਼ੁਰੂ ਕੀਤਾ ਜੇ ਰੱਦ ਦਾ ਕੰਮ? 30 ਸਾਲ ਹੋ ਗਏ, ਯਾਨੀ 20 ਸਾਲ ਦੀ ਉਮਰ 'ਚ, 25 ਸਾਲ ਦੀ ਉਮਰ 'ਚ ਸ਼ੁਰੂ ਕੀਤਾ। ਤੇ ਇਹ ਅਮਰ ਭਾਈ ਇਹ ਦੂਜੇ ਤੀਜੇ ਬੰਦੇ ਨੇ ਨਾ ਕੋਈ ਐਂ ਦੀ ਗੱਲ ਹੁੰਦੀ ਨਾ ਉੱਤੇ ਜਾ ਕੇ ਇੰਨਾ ਵੀ ਨਹੀਂ ਤੁਹਾਡਾ ਨਾਂ ਲੈ ਸਕਦੇ, ਜੇ ਹਵਾਲਾ ਨਹੀਂ ਲੱਭਦਾ ਤੇ ਅਮਨ ਨਜ਼ੀਰ ਕੋ ਟੁੱਟ ਜਾਊਗਾ ਨਾ, ਕਿਉਂਕਿ ਘੱਟੋ ਘੱਟ ਉੱਤੇ ਜਾ ਕੇ ਐਨੀ ਲਫ਼ਜ਼ ਬੋਲਣਾ ਕਿ ਅਮਨ ਨਜ਼ੀਰ ਦਾ ਨਾਂ ਵੱਜਣਾ ਚਾਹੀਦਾ ਮਹਾਲਫੀਨ ਦੀ ਬਰਾੜ ਦੇ ਉੱਤੇ, ਜੇ ਨਹੀਂ ਆ ਗਾਲਾਂ ਗੁਲਾਂ ਪੈਣੀਆਂ ਚਾਹੀਦੀਆਂ। ਤਾਂ ਕੀ ਕੋਈ ਮਸਲਾ ਨਹੀਂ ਅਬੂ ਬਕਰ ਭਾਈ, ਅਸੀਂ ਆਪਸ ਅੱਛਾ ਅਮਰ ਭਾਈ, ਇਹਨਾਂ ਦੀਆਂ ਕਿਤਾਬਾਂ ਨਾਲੋਂ ਜਿਹੜੇ ਇਹਨਾਂ ਦੇ ਅਖਬਾਰਾਤ ਨੇ ਉਹ ਜ਼ਿਆਦਾ ਅਥੈਂਟਿਕ ਨਹੀਂ ਹੈਗੇ, ਕਿਉਂਕਿ ਉਹਦੇ ਤੇ ਤਬਦੀਲੀ ਨਹੀਂ ਕਰ ਸਕਦੇ। ਕਿਤਾਬਾਂ 'ਚ ਤੇ ਇਹਨਾਂ ਨੇ ਬੜੀਆਂ ਤਬਦੀਲੀਆਂ ਕੀਤੀਆਂ ਨੇ। ਅੱਛਾ ਉਸਤਾਦ ਜੀ, ਥੋੜੇ ਦਿਨ ਪਹਿਲੇ ਇੱਕ ਤੁਸੀਂ ਇਕਤਬਾਸ ਕਰਿਆ ਸੀ, ਮੈਨੂੰ ਹਲੇ ਤੱਕ ਸਮਝ ਨਹੀਂ ਆਈ ਉਹਦੀ। ਸਵਾਲ ਕਰਨਾ ਹੋ ਸਕਦਾ ਮੇਰੇ ਸਵਾਲ ਦੇ ਨਾਲ ਮੈਨੂੰ ਆਪ ਹੀ ਜਵਾਬ ਲੱਗ ਜਾਏ ਕਿ ਮਿਰਜ਼ਾ ਸਾਹਿਬ ਨੇ हज़रत ईसा अलैहिस्सलाम पहले तो हमेशा है कि जी ये दो मुख्तलिफ शख्सियत ने, और बाइबल का यीशु और ने और हज़रत ईसा अलैहिस्सलाम और ने। फिर आशिद थले आप ही लिखा भाई हज़रत ईसा अलैहिस्सलाम ने असीं ਜਿਹੜੀ ਗੱਲ ਕਹੀ ਹੈ ਉਹ ਤਾਂ ਅਸੀਂ ਯਹੂਦੀਆਂ ਦੇ ਲਫ਼ਜ਼ ਕੋਟ ਕੀਤੇ ਨੇ। ਦਾਵਾ ਹੁੰਦਾ ਉਮਤੀ ਨਬੀ ਹੁੰਦਾ, ਉਮਤ ਮੁਹੰਮਦੀ ਦੇ ਨਾਮ ਹੁੰਦਾ, ਤੇ ਗੱਲ ਕੋਡ ਕਰ ਰਹੇ ਨੇ ਯਹੂਦੀਆਂ ਦੀ। ਕੀ ਹੈ ਅਮਲ ਦਰੁਸਤ ਹੈ ਕਿਸੇ ਮੁਖਾਲਿਫ ਦੇ ਸਾਹਮਣੇ ਰੱਖਣੇ ਕਿ ਬਈ ਉਹ ਫਲਾਣਾ ਮੁਖਾਲਿਫ ਤੇ ਵੇਖ ਤੈਨੂੰ ਇਹ ਕਹਿੰਦਾ, ਤੇ ਦਾਵਾ ਮੇਰਾ ਇਹ ਵੇ ਕਿ ਮੈਂ ਉਹਦੀ ਮਸੀਹ ਹਾਂ। ਸਮਝ ਨਹੀਂ ਮੈਨੂੰ, ਮੇਰੇ ਜਿਸ ਦਿਨ ਤੁਸੀਂ ਸਵਾਲ ਪੁੱਛਿਆ ਮੇਰੇ ਦਿਮਾਗ ਦਾ ਜਾਲਾ ਬਣ ਗਿਆ, ਇਹਨੂੰ ਥੋੜਾ ਜਿਹਾ ਕਲੀਅਰ ਕਰ ਦਿਓ। ਅਸਲ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਨੇ ਨਾ, ਇੱਕ ਝੂਠ ਨੂੰ ਛੁਪਾਉਣ ਵਾਸਤੇ ਇਨਸਾਨ ਨੂੰ 100 ਝੂਠ ਬੋਲਣੇ ਪੈਂਦੇ। ਮਿਰਜ਼ਾ ਕਾਦੀਆਨੀ ਇੱਕ ਜਨੂਨੀ ਆਦਮੀ ਸੀ, ਗਾਲਾਂ ਕੱਢਣ 'ਚ ਜਾਂ ਕਿਸੇ ਗੱਲ ਦੇ ਵਿੱਚ ਜਜ਼ਬਾਤ ਵਿੱਚ ਅੜ ਜਾਣ ਵਿੱਚ ਜ਼ਿੱਦੀ ਸੀ, ਅੱਖੜ ਸੀ, ਜਨੂਨੀ ਸੀ। ਉਹਨੇ ਈਸਾ ਅਲੈਹਿਸਲਾਮ ਦੀ ਤੋਹੀਨ ਕਰਨ ਲੱਗਿਆ ਕੋਈ ਪਿੱਛੇ ਕਸਰ ਛੱਡੀ ਨਹੀਂ। ਖੁਦ ਜਿਸ ਵੇਲੇ ਉਹਨੂੰ ਆਪ ਅਹਿਸਾਸ ਹੋਇਆ ਜਾਂ ਲੋਕਾਂ ਨੇ ਰੋਲਾ ਪਾਇਆ ਨਾ, ਜਿਸ ਵੇਲੇ ਜ਼ਾਹਿਰ ਹੈ ਲੋਕ ਵੀ ਦੇਖਦੇ ਨੇ ਤੇ ਪ੍ਰੋਪੇਗੈਂਡਾ ਕਰਦੇ ਨੇ ਕਿ ਬਈ ਕੈਸਾ ਗੰਦਾ ਆਦਮੀ ਹੈ, ਵੇਖੋ ਇਹਨੇ ਇੰਨੀਆਂ ਗੰਦੀਆਂ ਗਾਲਾਂ ਈਸਾ ਅਲੈਹਿਸਲਾਮ ਨੂੰ ਕੱਢ ਦਿੱਤੀਆਂ, ਐਸੇ ਲਫ਼ਜ਼ ਬੋਲ ਦਿੱਤੇ। ਫਿਰ ਉਹਨੇ ਉਸ ਝੂਠ ਨੂੰ ਛੁਪਾਉਣ ਵਾਸਤੇ ਨਾ ਅੱਗੋਂ 100 ਝੂਠ ਬੋਲੇ ਨੇ। ਇੱਕ ਵਾਰੀ ਆਖਿਆ ਈਸਾ ਅਲੈਹਿਸਲਾਮ ਮੁਰਾਦ ਨਹੀਂ, ਈਸਾਈਆਂ ਦਾ ਫਰਜ਼ੀ ਯਸੂ ਮੁਰਾਦ ਹੈ। ਦੂਜੀ ਵਾਰੀ ਆਖਿਆ ਕਿ ਜੋ ਕੁਝ ਮੈਂ ਲਿਖਿਆ ਹੈ ਅਸਲ ਦੇ ਵਿੱਚ ਮੈਂ ਤੇ ਉਹ ਯਹੂਦੀਆਂ ਦੇ ਕੋਲ ਹੀ ਕੋਡ ਕੀਤੇ ਨੇ, ਮੈਂ ਆਪਣੇ ਕੋਲੋਂ ਤੇ ਕੋਈ ਲਫ਼ਜ਼ ਨਹੀਂ ਬੋਲਿਆ। ਤੀਜੀ ਵਾਰੀ ਆਖਿਆ ਨਹੀਂ ਮੈਂ ਜੋ ਕੁਝ ਲਿਖਿਆ ਹੈ ਮੈਂ ਉਹਨਾਂ ਦੀਆਂ ਕਿਤਾਬਾਂ ਤੋਂ ਇਲਾਵਾ ਇੱਕ ਲਫ਼ਜ਼ ਵੀ ਆਪਣੀ ਜ਼ੁਬਾਨ ਨਾਲ। ਚੌਥੀ ਵਾਰੀ ਲਿਖਿਆ ਵੀ ਉਹਨਾਂ ਦੀ ਸ਼ਾਨ ਦੇ ਖਿਲਾਫ ਤੇ ਮੈਂ ਕੋਈ ਇੱਕ ਲਫ਼ਜ਼ ਵੀ ਬੋਲਿਆ ਹੋਵੇ ਤੇ ਤੁਸੀਂ ਮੈਨੂੰ ਪੇਸ਼ ਕਰ ਦਿਓ, ਕਿਤਾਬਾਂ ਜੋ ਲਿਖਿਆ ਮੈਂ ਉਹ ਪੇਸ਼। ਇਹ ਸਾਰੇ ਉਹ ਝੂਠ ਨੇ ਜਿਹੜੇ ਇੱਕ ਝੂਠ ਨੂੰ ਛੁਪਾਉਣ ਵਾਸਤੇ ਬੋਲੇ ਜਾ ਰਹੇ ਨੇ। ਹਕੀਕਤ ਇਹ ਹੀ ਹੈ ਕਿ ਉਹਨੇ ਜ਼ੁਬਾਨ ਦਰਾਜ਼ੀ ਕਰਨ ਵਿੱਚ ਪਿੱਛੇ ਕੋਈ ਗੁੰਜਾਇਸ਼ ਛੱਡੀ ਨਹੀਂ, ਤੇ ਜਿਸ ਵੇਲੇ ਅਹਿਸਾਸ ਹੋਇਆ ਉਸ ਵੇਲੇ ਪੁਲਾਂ ਦੇ ਥੱਲੋਂ ਪਾਣੀ ਬਹੁਤ ਜ਼ਿਆਦਾ ਲੰਘ ਗਿਆ। ਮਿਸਾਲ ਦੇ ਤੌਰ ਤੇ ਮੈਂ ਉਹਦੀ ਇੱਕ ਹੋਰ ਮਿਸਾਲ ਦੇਣਾ। ਮੌਲਾਨਾ ਸਾਦੁੱਲਾ ਲੁਧਿਆਣਵੀ 9 ਮੁਸਲਮ ਸਨ, ਉਹਨਾਂ ਇਸਲਾਮ ਕਬੂਲ ਕੀਤਾ। ਉਹ ਹਿੰਦੂਆਂ ਦੇ ਘਰ ਪੈਦਾ ਹੋਏ ਸੀ, ਵਾਲਦਾ ਤੇ ਵਾਲਦ ਉਹਨਾਂ ਦੇ ਹਿੰਦੂ ਸੀ, ਲੇਕਿਨ ਉਹਨਾਂ ਇਸਲਾਮ ਕਬੂਲ ਕੀਤਾ ਤੇ ਉਹਨਾਂ ਨੂੰ ਪਤਾ ਲੱਗਾ ਵੀ ਮਿਰਜ਼ਾ ਕਾਦੀਆਨੀ ਨੇ ਇਸ ਤਰ੍ਹਾਂ ਝੂਠਾ ਨਬੂਵਤ ਦਾ ਦਾਅਵਾ ਕੀਤਾ। ਉਹਨਾਂ ਨੇ ਵੀ ਇਹਨਾਂ ਦਾ ਕਾਫੀ ਰੱਦ ਕੀਤਾ। ਉਹਨਾਂ ਜ਼ਿਆਦਾ ਲਿਟਰੇਚਰ ਇਸਲਾਮਿਕ ਉਹਦੇ ਤੋਂ ਜ਼ਾਹਿਰ ਵਾਕਿਫ ਨਹੀਂ ਸਨ, 9 ਮੁਸਲਮ ਸਨ, ਲੇਕਿਨ ਉਹਨਾਂ ਦਾ ਇੱਕ ਹੁਨਰ ਸੀ, ਉਹ ਸ਼ਾਇਰ ਸਨ, ਸ਼ੇਰ ਬੜੇ ਪਿਆਰੇ ਲਿਖਦੇ ਸਨ। ਉਹਨਾਂ ਦਾ ਕਲਾਮ ਬੜਾ ਮੇਰੇ ਕੋਲ ਪਿਆ ਹੈ ਕਿਤਾਬ ਦੇ ਵਿੱਚ, ਕਿਸੇ ਵੇਲੇ ਆਖੋਗੇ ਤਾਂ ਸੁਣਾ ਦਿਆਂਗੇ। ਮੌਲਾਨਾ ਸਾਦੁੱਲਾ ਲੁਧਿਆਣਵੀ ਦੇ ਸ਼ੇਰਾਂ ਤੋਂ ਮਿਰਜ਼ਾ ਕਾਦੀਆਨੀ ਬੜਾ ਤੰਗ ਸੀ ਕਿ ਬਈ ਇਹਨੇ ਮੇਰੀ ਬੜੀ ਤੋਹੀਨ ਕੀਤੀ ਹੈ, ਮੇਰੇ ਬਾਰੇ ਐਸੇ ਸ਼ੇਰ ਲਿਖੇ ਨੇ। ਮਿਰਜ਼ਾ ਕਾਦੀਆਨੀ ਨੇ ਉਹਨਾਂ ਦੇ ਬਾਰੇ ਬੜੀਆਂ ਵੀ ਨਜਾਇਜ਼ ਗੱਲਾਂ ਲਿਖੀਆਂ ਨੇ, ਮੌਲਾਨਾ ਸਾਦੁੱਲਾ ਲੁਧਿਆਣਵੀ ਦੇ ਬਾਰੇ ਵੀ। ਇੱਕ ਜਗ੍ਹਾ ਦੇ ਉੱਤੇ ਅਰਬੀ ਦੇ ਵਿੱਚ ਅੰਜਾਮੇ ਆਤਮ ਦੇ ਵਿੱਚ ਇਹ ਲਿਖ ਦਿੱਤਾ ਹੈ, ਆ ਜ਼ਾਇਤਨੀ ਖੁਬਸਨ ਫਲਸਤ ਬਿਸਾਦਿਕਿਨ ਇਲਮ ਤਮੁਤ ਬਿਲ ਖਿਜ਼ਯ ਯਾ ਇਬਨ ਬਗਾ, ਯਾਨੀ ਐ ਇਬਨ ਬਗਾ ਤੂੰ ਮੈਨੂੰ ਬਹੁਤ ਅਜ਼ੀਅਤ ਦਿੱਤੀ ਹੈ ਆਪਣੀ ਖਬਾਸਤ ਨਾਲ, ਤੇ ਮੈਂ ਸੱਚਾ ਹੀ ਨਹੀਂ। ਡੰਡੀ ਮਾਰ ਕੇ
ਕਿ ਅਗਰ ਇਬਨ ਬਗਾ ਹੈ ਤੇ ਉਹਦਾ ਉਰਦੂ ਦੇ ਅੰਦਰ ਉਹ ਤਰਜਮਾ ਕਰੋ ਜਿਹੜਾ ਮਕਸੂਦ ਹੈ ਵੇ, ਔਰ ਜਿਹੜਾ ਹਾਂ ਮਿਰਜ਼ਾ ਕਾਦੀਆਨੀ ਇਹ ਕੰਜਰੀ ਦਾ ਬੱਚਾ, ਹਾਂਜੀ ਇਹ ਹੀ ਰੰਡੀ ਮਾਂ ਦਾ ਬੱਚਾ, ਤੂੰ ਮੈਨੂੰ ਬਹੁਤ ਤਕਲੀਫ ਦਿੱਤੀ ਹੈ ਆਪਣੀ ਖਬਾਸਤ ਨਾਲ। ਨਹੀਂ ਮੈਂ ਦੁਹਰਾਣਾ ਨਹੀਂ ਸੀ ਚਾਹੁੰਦਾ, ਕਿਉਂਕਿ ਉਹ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਇੱਕ ਜੰਨਤੀ ਆਦਮੀ ਸੀ ਤੇ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਉਹਨਾਂ ਦੇ ਦਿੱਤੀ ਗਾਲ ਨੂੰ ਮੈਂ ਦੁਹਰਾਣਾ ਨਹੀਂ ਸੀ ਕਹਿ ਰਿਹਾ ਚਾਹੁੰਦਾ। ਨਾ ਕਿ ਉਹਨਾਂ ਦਾ ਜਿਹੜਾ ਜਿਹਾਦ ਸੀ, ਜਿਹਾਦ ਬਿਲ ਕਲਮ ਅਗਰ ਉਹਨਾਂ ਨੇ ਕੀਤਾ ਹੈ ਤੇ ਕਿੰਨੀ ਤਕਲੀਫ ਉਸ ਲਾਂਤੀ ਨੂੰ ਹੋਈ ਹੈ ਕਿ ਉਹਨੇ ਉਹਦੀ ਮਾਂ ਨੂੰ ਗਾਲ ਕੱਢੀ। ਹਾਂਜੀ ਉਹਨੇ ਲਿਖੇ ਵੀ ਸ਼ੇਰ ਨੇ, ਬਲਕਿ ਅਗਰ ਤੁਹਾਡੇ ਕੋਲ ਇੱਕ ਅੱਧਾ ਕੋਈ ਸ਼ੇਰ ਹੈ ਵੇ ਤੇ ਪੜ੍ਹ ਕੇ ਸੁਣਾਓ, ਅਸੀਂ ਵੀ ਮੁਸਤਫੀਦ ਹੋਈ। ਹੁਣ ਬਾਰਿਸ਼ ਵੀ ਲੱਗੀ ਤੇ ਰੋਡ ਦੇ ਉੱਤੇ ਨਾ ਬੜੀ ਸਲਿਪਰੀ ਰੋਡ ਹੈ ਤੇ ਗੱਡੀ ਲੋਡ ਹੋ ਗਈ ਹੈ, ਫਿਰ ਬਾਅਦ ਚ ਸੁਣਾ ਦਿਆਂਗਾ। ਮੈਂ ਕਹਿ ਰਿਹਾ ਕਿ ਜਦੋਂ ਇਹਨੇ ਹੋਰ ਵੀ ਗੰਦੀਆਂ ਗੱਲਾਂ ਉਹਨਾਂ ਦੇ ਬਾਰੇ ਲਿਖੀਆਂ ਨੇ, ਉਹਨਾਂ ਨੂੰ ਬੁਰਾ ਭਲਾ ਕਿਹਾ, ਝੂਠੀਆਂ ਪੇਸ਼ਗੋਈਆਂ ਕੀਤੀਆਂ ਨੇ, ਤੇ ਇਹ ਜਿਹੜਾ ਸ਼ੇਰ ਜਿਸ ਵੇਲੇ ਲਿਖਿਆ ਨਾ ਤੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਆਖਿਆ ਕਿ ਮਿਰਜ਼ਾ ਕਾਦੀਆਨੀ ਕਿਆਮਤ ਵਾਲੇ ਦਿਨ ਤੂੰ ਇਹਦਾ ਕਿਸ ਤਰ੍ਹਾਂ ਜਵਾਬ ਦੇਂਗਾ, ਤੇਰਾ ਗਿਰਬਾਨ ਹੋਏਗਾ ਤੇ ਮੌਲਾਨਾ ਸਾਦੁੱਲਾ ਲੁਧਿਆਨਵੀ ਦੀ ਵਾਲਦਾ ਦਾ ਹੱਥ ਹੋਏਗਾ, ਉੱਥੇ ਕਿਆਮਤ ਵਾਲੇ ਦਿਨ ਕੀ ਜਵਾਬ ਦੇਂਗਾ। ਉਹਨੇ ਉਸ ਗੱਲ ਨੇ ਮਿਰਜ਼ਾ ਕਾਦੀਆਨੀ ਨੂੰ ਬੜਾ ਝਟਕਾ ਲਾਇਆ ਕਿ ਮੈਂ ਹੁਣ ਕੀ ਕਰਾਂ, ਗਾਲ ਤੇ ਕੱਢ ਬੈਠਾ, ਬਲਕਿ ਗਾਲਾਂ ਕੱਢ ਬੈਠਾ ਵਾਂ। ਤੇ ਮਿਰਜ਼ਾ ਕਾਦੀਆਨੀ ਉੱਥੇ ਤੇ ਕੋਈ ਤਵੀਲ ਨਹੀਂ ਸੀ ਕਰ ਸਕਦਾ ਜਿਹੜੀ ਈਸਾ ਅਲੈਹਿਸਲਾਮ ਦੇ ਬਾਰੇ ਕੀਤੀ ਵੀ ਮੈਂ ਉਹ ਈਸਾਈਆਂ ਦਾ ਯਸੂ ਮੁਰਾਦ ਲਿਆ ਤੇ ਫਲਾਣਾ ਕੀਤਾ। ਮਿਰਜ਼ਾ ਕਾਦੀਆਨੀ ਨੇ ਹਕੀਕਤੁਲ ਵਹੀ ਚ ਉਹ ਹੀ ਸ਼ੇਰ ਲਿਖਿਆ, ਥੱਲੇ ਤਰਜਮਾ ਕਰਦਿਆਂ ਇਬनुल ਬਗਾ ਦਾ ਤਰਜਮਾ ਹੀ ਨਹੀਂ ਕੀਤਾ, ਜਾਓ ਜਾ ਕੇ ਦੇਖ ਲਓ, ਮੇਰੇ ਕੋਲ ਸਕੈਨ ਮੌਜੂਦ ਹੈ। ਇਹ ਵੀ ਹਕੀਕਤੁਲ ਵਹੀ ਖੋਲੋ, ਉਹਦੇ ਸਰਚ ਇੰਜਨ ਚ ਜਾ ਕੇ ਜਿਹੜਾ ਉੱਤੇ ਹੁੰਦਾ ਨਹੀਂ ਉਹ ਸਰਚ ਵਾਲਾ ਆਪਸ਼ਨ ਆਨਲਾਈਨ ਵਿੱਚ, ਉੱਥੇ ਇਬਨ ਇੱਕ ਜਗ੍ਹਾ ਕੀਤਾ ਹੈ ਤੇ ਇੱਕ ਜਗ੍ਹਾ ਦਾ ਤਰਜਮਾ ਹੀ ਨਹੀਂ ਹੈ ਤੇ ਖਾਲਿਦ ਉੱਥੇ ਤਰਜਮਾ ਤਾਂ ਹੀ ਨਹੀਂ ਕੀਤਾ, ਉੱਥੇ ਤਰਜਮਾ ਤਾਂ ਹੀ ਨਹੀਂ ਕੀਤਾ ਕਿਉਂਕਿ ਜੁੱਤੀਆਂ ਫਿਰੀਆਂ ਮੁਸਲਮਾਨਾਂ ਦੀ ਤਰਫੋਂ ਕਿ ਐਸਾ ਗਾਲੀਬਾਜ਼ ਆਦਮੀ ਹੈ। ਦੇਖੋ ਇੱਕ ਸ਼ਰੀਫ ਆਦਮੀ ਦੀ ਸ਼ਰੀਫ ਮਾਂ ਨੂੰ ਗਾਲ ਕੱਢੀ, ਭਾਵੇਂ ਉਹ ਹਿੰਦੂ ਸੀ, ਉਹਨੂੰ ਗਾਲ ਕੱਢਣ ਦਾ ਕੀ ਮਤਲਬ। ਕਿਸੇ ਦੀ ਮਾਂ ਨੂੰ, ਉਹਦੇ ਵਾਸਤੇ ਤਾਂ ਉਹਦੀ ਮਾਂ ਹੀ ਸੀ ਨਾ, ਉਹਦੀ ਮਾਂ ਨੂੰ ਗਾਲ ਕੱਢਣਾ। ਤੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਛਿੱਤਰ ਭੇ ਕੇ ਫੇਰਿਆ ਨਾ ਜਿਸ ਵੇਲੇ ਵੀ ਕੱਲ ਨੂੰ ਕਿਆਮਤ ਵਾਲੇ ਦਿਨ ਤੂੰ ਕੀ ਜਵਾਬ ਦੇਂਗਾ, ਇਹਨੇ ਤਰਜਮਾ ਹੀ ਨਹੀਂ ਕੀਤਾ। ਉੱਥੇ ਹਕੀਕਤੁਲ ਵਹੀ ਆਖਰੀ ਕਿਤਾਬਾਂ 1907 ਵਿੱਚ ਮਈ 'ਚ ਛਪੀ ਹੈ, ਮਰਨ ਤੋਂ 1 ਸਾਲ ਪਹਿਲੇ 13 ਮਹੀਨੇ ਪਹਿਲੇ ਛਪ, ਉਹਦੇ 'ਚ ਇਹਨੇ ਜਾ ਕੇ ਤਰਜਮਾ ਹੀ ਨਹੀਂ ਫਿਰ ਕੀਤਾ। ਜਿਹੜੀ ਗਾਲ ਕੱਢੀ 1896 'ਚ ਕੱਢੀ ਹੈ ਅੰਜਾਮੇ ਆਤਮ ਵਿੱਚ, ਤੇ 10 ਸਾਲ ਬਾਅਦ ਜਦੋਂ ਕਿਤਾਬ ਵਿੱਚ ਉਹ ਦੁਬਾਰਾ ਗੱਲ ਕੋਡ ਕੀਤੀ ਹੈ ਤੇ ਉਹ ਫਿਰ ਉਹਦੇ ਤੇ ਕੱਪੜਾ ਪਾਉਣ ਦੀ ਕੋਸ਼ਿਸ਼ ਕੀਤੀ। ਸੋ ਮੇਰਾ ਮਿਸਾਲ ਦੇਣ ਦਾ ਮਤਲਬ ਹੈ ਵੇ ਕਿ ਹੈ ਤੇ ਗਾਲੀਬਾਜ਼ ਔਰ ਬਦ ਇਖਲਾਕ ਔਰ ਅੱਖੜ ਔਰ ਜ਼ਿੱਦੀ ਔਰ ਬਦ ਕਲਾਮ ਆਦਮੀ ਸੀ, ਲੇਕਿਨ ਜਿਸ ਵੇਲੇ ਦੁਆਲਿਓਂ ਜੁੱਤੀਆਂ ਫਿਰਦੀਆਂ ਸੀ ਨਾ, ਫਿਰ ਉਹਨਾਂ ਗੱਲਾਂ ਦੀਆਂ ਤਵੀਲਾਂ ਕਰਦਾ ਸੀ। नहीं हमारी मुराद ये है, हमने ये कहा, हमने वो कहा, हमारे करने का ये मतलब था वो। ये ਜਿਹੜਾ ਈਸਾ ਅਲੈਹਿਸਲਾਮ ਦੇ ਬਾਰੇ ਉਹਨੇ ਜਿੰਨੇ ਪੰਚਰ ਲਾਏ ਨੇ ਨਾ, ਉਹ ਇੱਕ ਝੂਠ ਨੂੰ ਛੁਪਾਉਣ ਵਾਸਤੇ ਫਿਰ ਉਹਨੇ 100 ਝੂਠ ਬੋਲੇ। ਇਹ ਤੁਹਾਡੀ ਗੱਲ ਹੈ। ਹੁਣ ਮਾਈਕ ਫ੍ਰੀ ਜਿਹਨੇ ਕਰਨੀ ਕਰ ਲਓ। अच्छा खालिद बिन वलीद ने पूछा कि इत्थे तर्जुमा क्यों नहीं होया इब्न बगा दा, ते कहंदा है क्योंकि मुतरजम दे नजदीक जेड़ा ना वो इब्न बगा जलील भी है, ते वे जलील लिखे है ना। मैं कहता अच्छा जलील दा भी जलील हो गया ते इब्न बगा दा भी जलील हो गया। कहंदा हां मुश्किल एक ही तर्जुमे दे नाल चल जांदा काम। ये नहीं कि वो एक बंदा गाल देन दा बाद नहीं आ रहा तो अगू मरजोटे जेड़े ने वो तवील करना चाह रहे हैं। आसा तां से आउंदा ਇਹ ਤੇ ਬਿਲਕੁਲ ਸਫੇਦ ਝੂਠ ਹੈ। ਪਹਿਲੀ ਗੱਲ ਹੈ ਇਬਨ ਬਗਾ ਦਾ ਮਤਲਬ ਜ਼ਲੀਲ ਆਦਮੀ ਨਹੀਂ ਹੈ। ਬਿਲ ਖਿਜ਼ੀਏ ਦਾ ਮਤਲਬ ਹੈ ਜ਼ਿਲਤ ਨਾਲ। ਇਲਮ ਤਮੁਤ ਬਿਲ ਖਿਜ਼ੀਏ, ਤਮੁਤ ਦਾ ਹੁੰਦਾ ਹੈ ਤੈਨੂੰ ਮੌਤ ਨਾ ਆਈ। ਅਗਰ ਤੈਨੂੰ ਜ਼ਿਲਤ ਵਾਲੀ ਮੌਤ ਨਾ ਆਈ ਤੇ ਜੇ ਤੂੰ ਜ਼ਲੀਲ ਹੋ ਕੇ ਨਾ ਮਰਿਆ ਤੇ ਫਿਰ ਫਲਸਤਾ ਬਸਾਦਕਿਨ, ਮੈਂ ਫਿਰ ਸੱਚਾ ਹੀ ਨਹੀਂ ਹੈ। ਇਹ ਉਹਦਾ ਕਹਿਣ ਦਾ ਮਤਲਬ ਸੀ। ਤੇ ਉਹਦੇ ਵਿੱਚ ਇਬਨ ਬਗਾ ਦਾ ਤਰਜਮਾ ਨਾ ਕਰਨ ਦੀ ਇਹ ਜਸਟੀਫਿਕੇਸ਼ਨ ਜਿਹੜੀ ਖਾਲਿਦ ਬਿਨ ਵਲੀਦ ਨੇ ਦਿੱਤੀ, ਇਹਨੂੰ ਕੋਈ ਵੀ ਬੰਦਾ ਨਹੀਂ ਦਰੁਸਤ ਮੰਨਣ ਲੱਗਾ। ਦੇਖੋ ਮਿਰਜ਼ਾਈ ਇਹ ਕਹਿੰਦੇ ਨੇ, ਇਹ ਗੱਲਾਂ ਨੋਟ ਕਰਿਆ ਕਰੋ, ਜ਼ਿਹਨ ਚ ਪਾਇਆ ਕਰੋ। ਮਿਰਜ਼ਾਈ ਇਹ ਕਹਿੰਦੇ ਨੇ ਕਿ ਸਾਡੇ ਲਿਟਰੇਚਰ 'ਚ ਜੋ ਕੁਝ ਲਿਖਿਆ ਨਾ
ਉਹਦਾ ਜੋ ਅਸੀਂ ਸੂਤਰ ਵੱਟਾਂ ਦੇ, ਜਿਸ ਤਰ੍ਹਾਂ ਦੀ ਅਸੀਂ ਉਹਦੀ ਜਲੇਬੀ ਬਣਾਉਂਦੇ, ਜੋ ਕੋਈ ਅਸੀਂ ਉਹਦੀ ਬਾਤਲ ਤਵੀਲ ਕਰਾਂਗੇ, ਅਸੀਂ ਕਿਉਂਕਿ ਉਹਦੇ ਪੈਰੋਕਾਰ ਹਾਂ ਤੇ ਤੁਸੀਂ ਉਹ ਮੰਨਣਾ ਹੈ। ਇਹਦਾ ਜਵਾਬ ਇਹ ਵੇ ਕਿ ਤੁਸੀਂ ਆਪਣੇ ਲਿਟਰੇਚਰ ਦੀ ਜਿਹੜੀ ਜਲੇਬੀ ਬਣਾਣੀ ਹੈ, ਜਿਹੜਾ ਸੂਤਰ ਵੱਟਣਾ ਹੈ, ਵੱਟ ਲਓ। ਜਿਉਂ ਦਾ ਤੁਸੀਂ ਉਹਦੀ ਬਾਤਲ ਤਵੀਲ ਕਰਨੀ ਕਰ ਲਓ, ਤੁਹਾਡੇ ਮੂੰਹ ਨੂੰ ਅਸੀਂ ਰੋਕ ਨਹੀਂ ਸਕਦੇ, ਲੇਕਿਨ ਉਹਨੂੰ ਮੰਨਣ ਦੇ ਅਸੀਂ ਪਾਬੰਦ ਨਹੀਂ ਹਾਂ। ਅਸੀਂ ਉਹ ਮੰਨਾਂਗੇ ਜੋ ਹੱਕ ਹੋਏਗਾ। ਜੇ ਤੁਹਾਡੀ ਤਵੀਲ ਜਾਇਜ਼ ਹੋਵੇਗੀ ਅਸੀਂ ਤਸਲੀਮ ਕਰ ਲਾਂਗੇ, ਹਾਂ ਇਹਦੀ ਤਵੀਲ ਹੋ ਸਕਦੀ, ਇਹਦਾ ਗਹਿਰੀ ਮਾਨੀ ਹੋ ਸਕਦਾ ਹੈ, ਸ਼ਾਇਦ ਮੁਤਕੱਲਮ ਇਹਦੇ ਤੋਂ ਇਹ ਮੁਰਾਦ ਲੈਣਾ ਚਾਹੁੰਦਾ ਹੈ। ਲੇਕਿਨ ਅਗਰ ਕੋਈ ਬਾਤਲ ਤਵੀਲ ਹੋਏਗੀ ਉਹਨੂੰ ਅਸੀਂ ਪੰਚਰ ਕਵਾਂਗੇ, ਉਹਨੂੰ ਚੁੱਕ ਕੇ ਜੁੱਤੀ ਦੀ ਨੋਕ ਤੇ ਰੱਖਾਂਗੇ। ਤੁਸੀਂ ਜੋ ਕਹਿਣਾ ਕਹਿ ਲਓ। ਇਹ ਨਹੀਂ ਕਿ ਵੀ ਤੁਸੀਂ ਫਾਲੋਅਰ ਹੋ ਤੇ ਜੋ ਤੁਸੀਂ ਕਹਿ ਦਿੱਤਾ ਉਹ ਦੁਨੀਆ ਦਾ ਆਖਰੀ ਸੱਚ ਹੈ। ਇਹੋ ਹੀ ਅਸੂਲ ਸਾਡੇ ਘਰ ਵੀ ਹੈ, ਇਹ ਅਸੂਲ ਸਾਡੇ ਵਾਸਤੇ ਵੀ ਹੈ ਕਿ ਅਗਰ ਕੋਈ ਹਿੰਦੂ, ਕੋਈ ਸਿੱਖ, ਕੋਈ ਯਹੂਦੀ, ਕੋਈ ਈਸਾਈ, ਕੋਈ ਮੁਸਲਮਾਨ ਦੀ ਕੁਰਾਨ ਕਰੀਮ ਕਿਤਾਬ ਦੇ ਉੱਤੇ ਇਤਰਾਜ਼ ਕਰਦਾ ਹੈ ਜਾਂ ਹਦੀਸ ਦੇ ਉੱਤੇ ਕੋਈ ਇਤਰਾਜ਼ ਕਰਦਾ ਹੈ, ਅਸੀਂ ਉਹਦੇ ਅੱਗੋਂ ਤਵੀਲ ਪੇਸ਼ ਕਰਨੇ ਆ। ਤਵੀਲ ਅਸਲ ਦੇ ਵਿੱਚ ਹੁੰਦਾ ਹੀ ਹੈ ਵੇ ਉਹਦੇ ਡੀਪ ਮੀਨਿੰਗ, ਗਹਿਰਾਈ ਵਿੱਚ ਛੁਪਿਆ ਉਹਦਾ ਮਾਨੀ, ਜਿਹੜੇ ਜ਼ਾਹਰੀ ਮਾਨੀ ਤੋਂ ਹਟ ਕੇ ਹੁੰਦਾ। ਅਗਰ ਅਸੀਂ ਉਹਦੀ ਕੋਈ ਤਵੀਲ ਪੇਸ਼ ਕਰਨੇ ਆ ਤੇ ਅਸੀਂ ਇਹ ਦਾਵਾ ਨਹੀਂ ਕਰ ਸਕਦੇ ਕਿ ਜੋ ਅਸੀਂ ਕਰ ਦਿੱਤਾ ਹੈ ਉਹ ਮੰਨ ਲਵੇ। ਅਸੀਂ ਉਹਨੂੰ ਇੰਜ ਸਮਝਨੇ ਆ, ਉਹਦੇ ਬਾਅਦ ਉਹਨੂੰ ਛੋੜ ਦਿੰਦੇ ਆ ਸੁਣਨ ਵਾਲੇ ਤੇ। ਪਸੰਦ ਆਉਂਦਾ ਕਬੂਲ ਕਰ ਲਓ, ਨਹੀਂ ਪਸੰਦ ਆਉਂਦਾ ਨਾ ਕਬੂਲ ਕਰੋ, ਦੈਟਸ ਇਟ। ਲੇਕਿਨ ਇਹ ਅਸੂਲ ਦੁਨੀਆ ਦੇ ਉੱਤੇ ਕਿਸੇ ਕੌਮ ਦੇ ਕੋਲ ਕੋਈ ਨਹੀਂ। ਅਸੀਂ ਫਾਲੋਅਰ ਹਾਂ ਤੇ ਅਸੀਂ ਉਹਦਾ ਮੈਨੇ ਬਿਆਨ ਕਰਾਂਗੇ। ਭਾਈ ਤੁਸੀਂ ਬਿਆਨ ਕਰ ਲਓ, ਲੇਕਿਨ ਅਗਰ ਤੁਸੀਂ ਗਲਤ ਕਰੋਗੇ ਮਾਨੀ ਉਹਦਾ ਬਿਆਨ, ਉਹਨੂੰ ਗਲਤ ਹੀ ਕਿਹਾ ਜਾਏਗਾ ਨਾ ਕਿ ਸਹੀ ਕਿਹਾ ਜਾਏਗਾ। ਤੁਸੀਂ ਕਹਿਣਾ ਕਰ ਲਓ। ਜੋ ਉਸਤਾਦ ਜੀ ਇੱਕ ਸਵਾਲ ਹੈ ਨਾ, ਦੇਖੋ ਇੱਕ ਮਾਇਨੀ ਇਹ ਕਿ ਜਿਹੜਾ ਅੱਜ ਮਰਜ਼ਾ ਹੀ ਤੁਹਾਨੂੰ ਬਣਾ ਕੇ ਦੇਣ ਲੱਗਾ, ਔਰ ਇੱਕ ਤਰਜਮਾ ਉਹ ਹੈ ਜਿਹੜਾ ਮੁਤਰਜਮ ਨੇ ਆਪ ਕੀਤਾ ਹੈ, ਕਿਤਾਬਾਂ ਦੇ ਅੰਦਰ ਦਰਜ ਹੈ। ਹੁਣ ਜ਼ਿਆਦਾ ਵਜ਼ਨੀ ਕਿਹੜਾ ਤਰਜਮਾ, ਜਿਹੜਾ ਜਮਾਤ ਦੇ ਲਿਟਰੇਚਰ 'ਚ ਦਰਜ ਹੈ, ਮਿਰਜ਼ਾ ਕਾਦੀਆਨੀ ਨੇ ਆਪ ਕੀਤਾ ਹੈ, ਜਾਂ ਇਹ ਮਿਰਜ਼ਾ ਕਾਦੀਆਨੀ ਤੋਂ ਇੱਕ ਹੱਥ ਅੱਗੇ ਹੋ ਗਏ ਨੇ, ਇਹਨਾਂ ਨੂੰ ਉਹ ਫਹਿਮ ਹੋ ਗਿਆ ਜਿਹੜਾ ਇਲਹਾਮ ਤੇ ਵਹੀ ਜਿਹਦੇ ਤੇ ਬਾਰਿਸ਼ ਨਾਲ ਹੁੰਦੀ ਹੈ ਉਹਨੂੰ ਨਹੀਂ ਹੋਇਆ। ਇਹੋ ਹੀ ਅਸੂਲ ਹੈ। ਹਮੇਸ਼ਾ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਸੋਚਿਆ ਕਰੋ ਕਿ ਅਗਰ ਨਬੀ अलैहिस्सलातु वस्सलाम ਨੇ ਖੁਦ ਕੋਈ ਗੱਲ ਸਾਨੂੰ ਬਿਆਨ ਕਰ ਦਿੱਤੀ ਹੈ ਤੇ ਇਸ ਉਮਤ ਵਿੱਚ ਕੋਈ ਮਾਂ ਨੇ ਲਾਲ ਨਹੀਂ ਜਣਿਆ ਜਿਹੜਾ ਆਖੇ ਕਿ ਨਬੀ ਪਾਕ ਨੇ ਜਿਹੜੀ ਗੱਲ ਬਿਆਨ ਕਰ ਦਿੱਤੀ ਹੈ ਮੈਂ ਉਹਨਾਂ ਤੋਂ ਵੱਧ ਕੇ ਬਿਆਨ ਕਰਨਾ, ਸਵਾਏ ਇਸ ਮਿਰਜ਼ੇ ਕਾਦੀਆਨੀ ਦਜਾਲ ਦੇ। ਫਿਰ ਕਹਿੰਦੇ ਨੇ ਗਾਲਾਂ ਕੱਢਦਾ। ਮਿਰਜ਼ਾ ਕਾਦੀਆਨੀ ਦਜਾਲ ਨੇ ਲਿਖਿਆ ਹੈ ਕਿ ਕੁਰਾਨ ਕਰੀਮ ਦੇ ਜੋ ਮਾਨੀ ਨਬੀ ਪਾਕ ਨੇ ਬਿਆਨ ਕਰ ਦਿੱਤੇ ਨੇ ਨਾ, ਉਹਨਾਂ ਤੋਂ ਵੱਧ ਕੇ ਵੀ ਬਿਆਨ ਕੀਤੇ ਜਾ ਸਕਦੇ ਨੇ। ਅਗਰ ਇਹ ਕਹੋ ਕਿ ਉਹਨਾਂ ਤੋਂ ਵੱਧ ਕੇ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਇਹ ਬਦੀ ਬਤਲਾ ਕਹਿੰਦਾ ਕਿ ਮੁਨਜ਼ਰ ਹੈ ਤੇ ਨਜ਼ੀਰ ਹੈ ਤੇ ਬਸ਼ੀਰ ਵੀ ਹੈ ਤੇ ਕਿਆਮਤ ਤੱਕ ਦੀ ਆਉਣ ਵਾਲੀ ਖਬਰਾਂ ਦੇ ਗਿਆ, ਉਸ ਤੋਂ ਵੀ ਜ਼ਿਆਦਾ ਕੋਈ ਪਹਿਮ ਦਾ ਦਾਅਵੇਦਾਰ ਹੋ ਸਕਦਾ। हाँ, ये दजाल का यही दावा है कि जो कुछ नबी पाक ने कुरान करीम के बारे में बयान कर दिया है, अगर ये कहो कि उनसे बढ़कर बयान नहीं किया जा सकता तो ये बदी बतलान है। अल्फाज मौजूद ने, मेरे को तहरीर मौजूद और दावा मैं करा कि मैं ਉਹਨਾਂ ਦਾ ਹੀ ਉਮੀ ਆ, ਉਹਨਾਂ ਦਾ ਹੀ ਜ਼ੇਲ ਨਾ ਤੇ ਸਾਇਆ ਜਿਹੜਾ ਹੈ ਉਹ ਐਕਚੁਅਲ ਸ਼ਾਇਦ ਤੋਂ ਉੱਤੇ ਹੋ ਸਕੇ। ਇਹੋ ਹੀ ਤੇ ਉਹ ਗੱਲਾਂ ਨੇ ਨਾ ਜਿਨ੍ਹਾਂ ਗੱਲਾਂ ਦਾ ਇਹਨਾਂ ਕੋਲ ਜਵਾਬ ਹੀ ਹੈ ਨਹੀਂ, ਤਾਂ ਹੀ ਤੇ ਮੁਸਲਮ ਉਮਤ ਦੇ ਸਾਹਮਣੇ ਇਹ ਲਾਜਵਾਬ ਹੋ ਕੇ ਲਾਸ਼ ਬਣ ਕੇ ਤੇ ਦਰ ਦੇ ਧੱਕੇ ਖਾ ਰਹੇ ਨੇ ਕਿ ਇਹ ਨੌਨਸੈਂਸ ਗੱਲਾਂ ਨੇ। ਇਹਨਾਂ ਗੱਲਾਂ ਨੂੰ ਕੋਈ ਵੀ ਬੰਦਾ ਐਕਸੈਪਟ ਨਹੀਂ ਕਰ ਸਕਦਾ ਕਿ ਐਸੇ ਘਟੀਆ ਕਾਨੂੰਨ ਤੇ ਐਸੇ ਘਟੀਆ ਖਾਨਾ ਸਾਜ਼ ਅਸੂਲ ਕੱਢਦੇ ਨੇ ਜਿਨ੍ਹਾਂ ਨੂੰ ਕੋਈ ਦੁਨੀਆ ਦੇ ਉੱਤੇ ਬੰਦਾ ਤਸਲੀਮ ਕਰਨ ਨੂੰ ਤਿਆਰ ਨਹੀਂ ਹੈ। ਬਹਰਹਾਲ ਤੁਸੀਂ ਇਹ ਗੱਲ ਕਹੀਏ ਕਿ ਜਿਹੜਾ ਮਿਰਜ਼ਾ ਕਾਦੀਆਨੀ ਨੇ ਖੁਦ ਆਪਣੇ ਹੱਥੀਂ ਲਿਖਿਆ ਹੈ, ਕਿਆ ਕਿਸੇ ਫਾਲੋਅਰ ਦਾ ਹੱਕ ਹੈ ਕਿ ਉਹਦੇ ਤੋਂ ਵੱਧ ਕੇ ਮਾਨੀ ਬਿਆਨ ਕਰੇ? ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ। ਇਹੋ ਹੀ ਅਸੂਲ ਸਾਡੇ ਘਰ ਜਿਹੜੀ ਸਾਡੇ ਘਰ ਵੀ ਇਹੋ ਹੀ ਅਸੂਲ ਹੈ ਕਿ ਜਿਹੜੀ ਗੱਲ ਕੁਰਾਨ ਦੇ ਬਾਰੇ ਸਾਹਿਬੇ ਕੁਰਾਨ ਨੇ ਬਿਆਨ ਕਰ ਦਿੱਤੀ ਹੈ, ਉਹਨਾਂ ਤੋਂ ਵੱਧ ਕੇ ਕੋਈ ਬਿਆਨ ਕਰਨ ਦਾ ਦਾਵਾ ਕਰੇ ਤੇ ਉਹ ਦਜਾਲ ਹੈ, ਉਹ ਲਾਂਤੀ ਹੈ, ਉਹ ਕਜ਼ਾਬ ਹੈ, ਉਹ ਨਬੀ ਪਾਕ ਦਾ ਦੁਸ਼ਮਣ ਤੇ ਨਬੀ ਪਾਕ ਦਾ ਬਾਗੀ ਹੈ। ਉਹ ਕਹੇ ਕਿ ਨਬੀ ਪਾਕ ਨੇ ਤੇ ਇਹ ਮਾਨੀ ਬਿਆਨ ਕਰਤੇ ਪਰ ਮੈਂ ਉਹਨਾਂ ਤੋਂ ਵੱਧ ਕੇ ਬਿਆਨ ਕਰਨ ਲੱਗਾ, ਉਸ ਲਾਂਤੀ ਦਾ ਕੋਈ ਨਬੀ ਪਾਕ ਨਾਲ ਲੈਣ ਦੇਣ ਨਹੀਂ ਹੈ। ਨਬੀ अलैहिस्सलातु वस्सलाम ਨੇ ਜੋ ਬਿਆਨ ਕਰ ਦਿੱਤਾ ਹੈ ਉਹਨਾਂ ਤੋਂ ਵੱਧ ਕੇ ਬਿਆਨ ਕਰਨ ਦਾ ਕੋਈ ਦਾਅਵਾ ਕਰ ਸਕਦਾ ਹੈ? ਹਾਂ, ਉਸ ਗੱਲ ਦੀ ਮਜ਼ੀਦ ਵਜ਼ਾਹਤ ਕਰਨਾ ਚਾਹੇ ਕਿ ਨਬੀ ਪਾਕ ਨੇ ਜਿਹੜੀ ਵਜ਼ਾਹਤ ਕੀਤੀ ਹੈ ਉਹਦੇ ਵਿੱਚ ਇਹ ਵੀ ਚੀਜ਼ ਆਉਂਦੀ ਹੈ, ਇਹ ਵੀ ਚੀਜ਼ ਆਉਂਦੀ ਹੈ, ਉਸ ਐਕਸਪਲੇਨੇਸ਼ਨ
ਉਸ ਤਫਸੀਰ ਉਸ ਸ਼ਰਅ ਦੇ ਵਿੱਚ ਇਹ ਵੀ ਚੀਜ਼ ਆ ਸਕਦੀ ਹੈ, ਇਹ ਵੀ ਠੀਕ ਹੈ, ਉਹ ਬਿਆਨ ਪਿਆ ਕਰਦਾ, ਉਹਦੀ ਆਪਣੀ ਰਾਏ ਵੇ, ਉਹਦੇ ਨਾਲ ਇਖਤਲਾਫ ਕੀਤਾ ਜਾਏ। ਲੇਕਿਨ ਅਗਰ ਇਹ ਦਾਵਾ ਕਰੇ ਕਿ ਮੈਂ ਨਬੀ ਪਾਕ ਨੇ ਜੋ ਕੋਈ ਬਿਆਨ ਕੀਤਾ ਮੈਂ ਉਹਨਾਂ ਤੋਂ ਵੱਧ ਕੇ ਬਿਆਨ ਕਰਾਂਗਾ ਤਾਂ ਦੱਜਾਲ ਹੈ। ਇਸੇ ਤਰ੍ਹਾਂ ਮਿਰਜ਼ਾਈਆਂ ਦੇ ਵਿੱਚ ਵੀ ਹੋਣਾ ਤੇ ਇਹ ਚਾਹੀਦਾ ਹੈ ਕਿ ਬਈ ਜੋ ਮਿਰਜ਼ਾ ਕਾਦੀਆਨੀ ਨੇ ਲਿਖ ਦਿੱਤਾ ਆਪਣੇ ਹੱਥੀਂ, ਉਹ ਸਾਡਾ ਸਾਰਿਆਂ ਤੋਂ ਵੱਡਾ ਗੁਰੂ ਹੈ, ਜੋ ਉਹਨੇ ਲਿਖ ਦਿੱਤਾ ਹੈ ਹੁਣ ਉਹਦੇ ਤੋਂ ਵੱਧ ਕੇ ਤੇ ਸਾਨੂੰ ਨਹੀਂ ਲਿਖਣਾ ਚਾਹੀਦਾ ਤੇ ਨਾ ਕੋਈ ਬਿਆਨ ਕਰਨਾ। ਲੇਕਿਨ ਇਹਨਾਂ ਦੀ ਕੋਈ ਅਸੂਲ ਹੈ ਹੀ ਨਹੀਂ। ਇਹ ਆਂਦੇ ਨੇ ਮਿਰਜ਼ਾ ਸਾਹਿਬ ਇਹ ਬਿਆਨ ਕੀਤਾ ਲੇਕਿਨ ਅਸੀਂ ਤੁਹਾਨੂੰ ਉਹਦੇ ਤੋਂ ਵੱਧ ਕੇ ਗੱਲ ਦੱਸਣ ਲੱਗੇ, ਉਹਦੇ ਤੋਂ ਉੱਪਰ ਜਾਣ ਲੱਗੇ। ਬੇਅਸੂਲ ਲੋਕ ਨੇ। ਐਸੇ ਗੱਲੇ ਦੁਨੀਆ ਦੇ ਉੱਤੇ ਪਨਪਿਆ ਨਹੀਂ ਹੈ ਅਕੀਦਾ ਕਿ ਇਹਦੇ ਵਿੱਚ ਕੋਈ ਅਸੂਲ, ਕੋਈ ਜ਼ਾਬਤਾ, ਕੋਈ ਅਖਲਾਕੀਆਤ, ਕੋਈ ਮਾਯਾਰ ਕੁਝ ਵੀ ਨਹੀਂ ਹੈ। ਨਹੀਂ ਦੀਨ ਤੇ ਦੀਨ ਜਾਨ ਦਾ ਵੀ ਥ੍ਰੈਟ ਹੈ ਨਾ। ਤੁਸੀਂ ਬਹਿਤ ਕਰ ਲਈਏ, ਤੁਸੀਂ ਭਾਵੇਂ ਅਗਲੇ ਦਿਨ ਕਹੋ ਮੈਂ ਜਾਣ ਲੱਗਾ, ਉਹਨਾਂ ਨੇ ਉਹ ਤੁਹਾਨੂੰ ਥ੍ਰੈਟ ਦੇਣਾ ਜਿਹਦੀ ਹੱਦ ਹੀ ਕੋਈ ਨਹੀਂ। ਜਿਸ ਮਸਤੂਰ ਦਾ ਤੁਸੀਂ ਕਿੱਸਾ ਵੀ ਸੁਣਾਉਂਦੇ ਹੋ ਕਿ ਦੂਸਰੇ ਦਿਨ ਉਸ ਜਨਾਨੀ ਨੇ ਕਿਹਾ ਯਾਰ ਮੈਨੂੰ ਜਾਣ ਦਿਓ, ਦਫਾ ਹੋ ਜਾਣਤੀ ਹੋ, ਤੁਸੀਂ ਕਿਸੇ ਬਦਬਖਤ ਉਮਤ ਹੋ ਕਿ ਨਬੀ ਨੂੰ ਗਾਣਾ ਕੱਢਣ ਲੱਗੇ ਹੋ। तो ना क्या तेरा पैदा हो जाएगा, तेरे बच्चे मर जाएंगे, तू मर जाएंगी, फलाना हो जाएगा। यानी है हद तक शदोले शादी चूहियां तो भी बदतर काम है। देखो ना दुनिया ਦੇ ਉੱਤੇ अगर ਤੁਸੀਂ ਕੋਈ नया आइडिया नया फलसफा पेश करते हो ना, अगर ਉਹਦੇ फलसफे ਦੇ ਵਿੱਚ ਕੋਈ जान ਹੋਵੇ, ਕੋਈ ਤਾਕਤ ਹੋਵੇ ਨਾ, ਉਹ ਫੈਲ ਜਾਂਦਾ ਹੈ, ਉਹਨੂੰ ਲੋਕੀ ਪਸੰਦ ਕਰਦੇ ਨੇ। ਮੈਂ ਮਿਰਜ਼ਾਈਆਂ ਦੀਆਂ ਕਿਤਾਬਾਂ ਚੋਂ ਕੱਢ ਕੇ ਵਹਾ ਸਕਣਾ ਗੈਰ ਮੁਸਲਮਾਨ ਦੀਆਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਐਸੀਆਂ ਤਹਿਰੀਰਾਂ ਕਿ ਗੈਰ ਮੁਸਲਮਾਨ ਨੇ ਮੰਨਿਆ ਹੈ ਕਿ ਕ੍ਰਿਸਚੈਨਿਟੀ ਉਹਦੇ ਵਿੱਚ ਇਹ ਮਸਲੇ ਮਸਾਇਲ ਹੋ ਚੁੱਕੇ ਸਨ, ਸਾਰਾ ਕੁਝ ਤਬਦੀਲ ਹੋ ਚੁੱਕਿਆ ਸੀ। ਐਸੇ ਵਕਤ ਦੇ ਵਿੱਚ ਇੱਕ ਬੰਦਾ ਮੱਕਾ ਦੇ ਵਿੱਚ ਪੈਦਾ ਹੋਇਆ ਔਰ ਉਹਨਾਂ ਨੇ ਦੁਨੀਆ ਨੂੰ ਇੱਕ ਐਸੀ ਦਾਵਤ ਔਰ ਤਾਲੀਮ ਦੀ ਤਰਫ ਕਾਲ ਕੀਤੀ ਕਿ ਉਹ ਐਸੀ ਜਾਨਦਾਰ ਸੀ, ਐਸੀ ਅਟਰੈਕਟਿਵ ਸੀ ਕਿ ਲੋਕ ਖਿੱਚੇ ਚਲੇ ਆਏ। ਬੜੇ ਹੀ ਵਾਕਿਆਤ ਨੇ ਨਾ ਲੋਕਾਂ ਦੇ ਜਿਨ੍ਹਾਂ ਦੇ ਸਾਹਮਣੇ ਕੁਰਾਨ ਕਰੀਮ ਸਿਰਫ ਪੜ੍ਹਿਆ ਗਿਆ ਤੇ ਉਹ ਕੁਰਾਨ ਕਰੀਮ ਦੀ ਜਿਹੜੇ ਜਾਣਦੇ ਸਨ ਅਰਬੀ, ਹਜ਼ਰਤ ਉਮਰ ਕਤਲ ਕਰਨ ਆਏ, ਨਬੀ ਪਾਕ ਨੂੰ ਕਤਲ ਕਰਨ ਦੇ ਇਰਾਦੇ ਨਾਲ ਨਿਕਲੇ, ਮਸ਼ਹੂਰ ਗੱਲ ਹੈ। ਉਹਨਾਂ ਦੇ ਬਹਿਨੋਈ ਤੇ ਉਹਨਾਂ ਦੀ ਹਮਸ਼ੀਰਾ ਇਸਲਾਮ ਕਬੂਲ ਕਰ ਚੁੱਕੇ ਸਨ, ਉਹਨਾਂ ਦੇ ਸਾਹਮਣੇ ਸਿਰਫ ਉਹ ਕੁਰਾਨ ਪੜ੍ਹਿਆ ਗਿਆ ਤਾਂ ਉਹਨਾਂ ਕਿਹਾ ਸਹੀ ਹੈ, ਇਹ ਤੇ ਐਸੀ ਪਿਆਰੀ ਗੱਲ ਹੈ ਕਿ ਇਹਦੇ 'ਚ ਕੋਈ ਗਲਤੀ ਹੈ ਹੀ ਨਹੀਂ। ਦੀਗਰ ਸਹਾਬਾ ਕਈਆਂ ਨੇ ਇਸਲਾਮ ਕਬੂਲ ਕੀਤਾ ਹੈ ਨਾ, ਤੇ ਉਹ ਕੁਰਾਨ ਦੀ ਖੂਬਸੂਰਤ ਤਾਲੀਮ ਨੂੰ ਸੁਣ ਕੇ ਕਿ ਭਈ ਇਹ ਗੱਲ ਹੀ ਐਸੀ ਖੂਬਸੂਰਤ ਹੈ ਕਿ ਇਹਦਾ ਇਨਕਾਰ ਕੀਤਾ ਹੀ ਨਹੀਂ ਜਾ ਸਕਦਾ। ਹੱਤਾ ਕਿ ਮੁਸ਼ਰਕੀ ਨੇ ਮੱਕਾ ਇੰਨੇ ਤੰਗ ਪੈ ਗਏ, ਉਹਨਾਂ ਕਿਹਾ ਜਿਸ ਵੇਲੇ ਨਬੀ ਪਾਕ ਹਰਮ 'ਚ ਕੁਰਾਨ ਪੜ੍ਹਨ ਨਾ ਤੇ ਸ਼ੋਰ ਮਚਾਇਆ ਕਰੋ, ਕਿਸੇ ਦੇ ਕੰਨੀ ਆਵਾਜ਼ ਨਾ ਪੈਣ ਦਿਓ। ਅੱਜ ਮਰਜ਼ਈ ਜਿਸ ਤਰ੍ਹਾਂ ਮਾਈਕ ਲਾ ਕਹਿੰਦੇ ਨੇ ਮਾਈਕ ਲਾ ਕੇ ਰੋਲਾ ਪਾਓ, ਉਹ ਤਾਂ ਮੁਸ਼ਰਕੀ ਨੇ ਮੱਕਾ ਆਪਣਾ ਮਾਈਕ ਲਾ ਕੇ ਨਾ ਤੇ ਸ਼ੋਰ ਕਰਦੇ ਸਨ ਕਿ ਨਬੀ ਪਾਕ ਦਾ ਕੁਰਾਨ ਕਿਸੇ ਦੇ ਕੰਨਾਂ 'ਚ ਨਾ ਪੈ ਜੇ ਪੜਿਆ। ਖੂਬਸੂਰਤ ਤਾਲੀਮ ਜਿਹੜੀ ਹੁੰਦੀ ਹੈ ਉਹ ਆਪਣਾ ਲੋਹਾ ਆਪ ਬਣਵਾ ਲੈਂਦੀ, ਆਪਣੇ ਮੁਆਸ਼ਰੇ, ਆਪਣੀ ਕਮਿਊਨਿਟੀ, ਆਪਣੀ ਸੁਸਾਇਟੀ। ਮਿਰਜ਼ਾ ਕਾਦੀਆਨੀ ਦੀ ਤਾਲੀਮ ਔਰ ਫਿਰ ਉੱਤੇ ਤਹਿਰੀਰਾਂ ਦੇ ਉੱਤੇ ਦਲੀਲਾਂ, ਤਵੀਲਾਂ, ਪੰਚਰ ਸਾਜ਼ੀ, ਇਹਨੂੰ ਕੋਈ ਵੀ ਬੰਦਾ ਗੈਰ ਜਾਨਬਦਾਰ ਸੁਣਦਾ ਵੇਖਦਾ ਉਹਨੂੰ ਕਰਾਹਤ ਆਉਂਦੀ, ਉਹਨੂੰ ਉਲਟੀ ਆ ਜਾਂਦੀ ਕਿ ਯਾਰ ਇਹਦੇ 'ਚ ਕੀ ਹੈ, ਨੌਨਸੈਂਸ ਗੱਲਾਂ ਲਿਖੀਆਂ ਨੇ। ਤੁਸੀਂ ਪੜ੍ਹ ਕੇ ਵੇਖ ਲਓ, ਮੈਂ ਤੇ ਪੜ੍ਹੀਆਂ ਨੇ ਸਾਰੀਆਂ। ਮੈਂ ਇਹ ਸਾਰੀਆਂ ਤਹਿਰੀਰਾਂ ਦੇ ਵਿੱਚ ਹੈ। मैं मसीह मऊद, मैं इमाम मेहदी, आखिरी ज़माने में आने वाले के लिए लिखा गया, आने वाले के लिए खुशखबरियाँ पेश, आने वाला लिख के सारे वर्के काले कीते ने कि आने वाले नूं मन्नो, आने वाले नूं मन्नो। वैसे वाकई आने वाला ये बंदा ठीक है ना, आने वाला नहीं लेकिन आने वाला जरूर है। हाँ अच्छा, हासा तां हुंदा है कि एक तो चलो अन्ना होंदा है, तो बिल्कुल ही अन्ने वाला काम है कि हर शायद ना पुट्ठा ही पेश करना है। हुण लैलतुल कदर तो मुराद रात नहीं है, वो जेड़ा मुलहिद बंदा होवे उहनूं पुछे यार रात की की मुराद, वो भी कहे वो रात है ते अच्छा वो रात दा भी दिन बना गया है ते फिर भी मनन लगे ने, पीछे बकरी हाथ लगे ने। ਤੇ ਮਜ਼ੇ ਦੀ ਗੱਲ ਵੇਖੋ, ਲੈਲਤੁਲ ਕਦਰ ਦੀ ਰਾਤ ਉਹ ਤੇ ਉਹਨਾਂ ਦੇ ਬੰਦੇ ਨੇ ਬਰਾੜ ਲਾਈ ਤੇ ਬੰਦਾ ਜਾ ਕੇ ਪੁੱਛੇ ਤੁਸੀਂ ਤੇ ਦੇ ਕਾਇਲ ਹੀ ਨਹੀਂ ਹੈ, ਤੁਸੀਂ ਬਰਾੜ ਕਿਤੇ ਵੈਸੇ ਲਾਈ ਹੈ ਅਮਰ ਭਾਈ ਉਸ ਦਿਨ ਯਾਦ ਜਨਾ। ਉਹ ਮਹਿਰਾਜ ਦਾ ਨਾਂ ਲਾਇਆ ਸੀ, ਮਹਿਰਾਜ ਦੀ ਲੈਲਤੁਲ ਕਦਰ ਉਹ ਜਿਹੜੀ ਰਮਜ਼ਾਨ ਦੇ ਆਖਰੀ
10 ਦਿਨਾਂ ਚ ਆਉਂਦੀ ਤਾਕ ਰਾਤਾਂ ਚ ਇੱਕ ਰਾਤ। ਅਮਰ ਭਾਈ ਪਿਛਲੇ ਸਾਲ ਦੀ ਗੱਲ ਵੀ ਕਰਨਾ, ਪਿਛਲੇ ਸਾਲ ਦੀ ਰੋਜ਼ੇ ਤੋਂ ਪਹਿਲੇ ਜਦੋਂ ਗਏ ਆ ਹੁਣ ਨਹੀਂ, ਪਿਛਲੇ ਸਾਲ ਨਹੀਂ ਉਹ ਗਏ ਆ, ਪਤਾ ਨਹੀਂ ਕਿਹਦੀ ਬਰਾਤ ਸੀ, ਯਾਦ ਨਹੀਂ, ਤੁਸੀਂ ਚੜ ਕੇ ਆਖਿਆ ਵੀ ਸੀ। ਹਲੀ ਉਹਨਾਂ ਨੇ ਰੋਜ਼ਿਆਂ ਤੋਂ ਪਹਿਲੇ ਮਹਿਰਾਜ, ਸ਼ਬੇ ਮਹਿਰਾਜ ਵਾਲੀ ਰਾਤ ਉਹਨਾਂ ਨੇ ਬਰਾਤ ਲਾਈ ਹੁੰਦੀ ਹੈ। ਐਤਕੀ ਵੀ ਉਹਨਾਂ ਲਾਈ ਸੀ, ਪਿਛਲੇ ਸਾਲ ਵੀ ਲਾਈ ਸੀ, ਲੇਕਿਨ ਉਹ ਮਹਿਰਾਜ ਦੀ ਰਾਤ ਲਾਈ ਸੀ, ਲੈਲਾਤੁਲ ਕਦਰ ਦੀ। ਮੇਰਾ ਨਹੀਂ ਖਿਆਲ ਕਿ ਕੋਈ ਲੱਗੀ ਸੀ, ਮੈਂ ਗਿਆ ਉੱਥੇ, ਮੈਨੂੰ ਯਾਦ ਨਹੀਂ ਹੋ ਸਕਦਾ ਕੋਈ ਹੋਇਆ ਹੋਵੇ, ਲੇਕਿਨ ਲੈਲਾਤੁਲ ਕਦਰ ਬਹਰਹਾਲ ਰਮਜ਼ਾਨ ਦੇ ਆਖਰੀ 10 ਰੋਜ਼ਿਆਂ ਦੇ ਵਿੱਚੋਂ ਜਿਹੜੇ ਤਾਕ ਰੋਜ਼ੇ ਹੁੰਦੇ ਨੇ ਨਾ, ਉਹਨਾਂ ਦੇ ਵਿੱਚ ਇੱਕ ਰਾਤ ਹੈ। ਇਹ ਜਿਹੜੇ ਨੌਨਸੈਂਸ ਹੁਣ ਇਹ ਜਿਹੜਾ ਜ਼ਿਲ ਤੇ ਬਰੂਸ ਜਿਹੜਾ ਕਾੜ ਕੇ ਕਿਸੇ ਬੰਦੇ ਦਾ ਬੈਠੇ ਨੇ, ਪਤਾ ਨਹੀਂ ਔਥਰ ਹੈ ਕੌਣ ਹੈ ਉਹ ਉਸ ਦੇ ਬਾਰੇ ਇੱਕ ਤਾਂ ਮੈਨੂੰ ਦੱਸੋ ਉਹ ਕੌਣ ਹੈ ਔਥਰ। ਔਰ ਉਸ ਤੋਂ ਬਾਅਦ ਉਸ ਇਹ ਆਪਣੇ ਤੌਰ ਤੇ ਗੱਲਾਂ ਜਿਹੜੀਆਂ ਨਾ ਕੀਤੀਆਂ ਨੇ, ਉਸ ਕੋਈ ਨਾ ਕੁਰਾਨ ਪਾਕ ਦਾ ਹਵਾਲਾ ਦਿੱਤਾ ਹੈ ਨਾ ਕੋਈ ਹਦੀਸ ਪਾਕ ਦਾ। ਇਸ ਦੋ ਮੇਰੇ ਸਵਾਲਾਂ ਦੇ ਜਵਾਬ ਦੇ। ਇੱਕ ਔਥਰ ਕੌਣ ਹੈ? हाँ, एक नाल ज़िमनन सवाल भी ले लो उस्ताद जी कि एडे को है कुन ज़हन ने के सवाल ने समझ नहीं आन लगा। मुसलमान मुतालबा कर रहे ने ज़िल्ली नबूवत ते बरूज़ी नबूवत, ਇਹ ਵਿੱਚੋਂ ਜ਼ਿਲ ਕੱਢ ਕੇ ਲੈਣਗੇ ਤੇ ਬਰੂਜ਼ ਕੱਢ ਕੇ ਲੈ ਤੇ ਨਬੂਵਤ ਕਿੱਥੇ ਚਲੀ ਜਾਂਦੀ ਹੈ? ਸਾਡਾ ਤੇ ਮੁਤਾਲਬਾ ਇਹ ਵੇ ਕਿ ਜ਼ਿੱਲੀ ਨਬੂਵਤ ਤੇ ਬਰੂਜ਼ੀ ਨਬੂਵਤ ਜਾਂ ਕੁਰਾਨ ਤੋਂ ਜਾਂ ਹਦੀਸ ਤੋਂ ਸਾਬਿਤ ਕਰੋ। ਉਹ ਜਿੱਥੋਂ ਲੈ ਕੇ ਆ ਰਹੇ ਨੇ ਉੱਥੇ ਨਬੂਵਤ ਦਾ ਲਫ਼ਜ਼ ਨਹੀਂ ਮੌਜੂਦ। यानी बिल्कुल यहूदी सिफत, एक जुत्ती का पैर विखाना तो दूसरा छुपाना। मुतालबा वे ज़िल्ली नबूवत और बरूज़ी नबूवत। ए जी देखो शिया के लिटरेचर से ज़िल लिखे है, फलानी किताब से बरूज़ लिखे है। ज़िल का तो मतलब थले ही है ना, लेकिन नबूवत का लफ्ज़ नाल विचों क्यों खा रहे ने समझ नहीं आ रही कि बहुत ही भुख लगी ने। ਪਹਿਲੀ ਤਾਂ ਗੱਲ ਇਹ ਹੈ ਕਿ ਕਿਤਾਬ ਇਹ ਕੱਲ ਮੈਨੂੰ ਇਮਰਾਨ ਭਾਈ ਨੇ ਦੱਸਿਆ, ਮੈਂ ਤੇ ਥੋੜੀ ਜਿਹੀ ਗੁਫ਼ਤਗੂ ਸੁਣੀ ਸੀ ਤੇ ਮੈਂ ਪਿੱਛੇ ਹਟ ਗਿਆ ਸੀ, ਮੈਂ ਨਹੀਂ ਸੁਣੀ ਗੱਲ। ਕਿਤਾਬ ਦੇ ਬਾਰੇ ਮੈਨੂੰ ਪਤਾ ਲੱਗਾ ਹੈ ਕਿ ਬਾਅਦ ਚੋਂ ਕਿਤਾਬ ਨਿਕਲੀ ਏ ਖਾਜਾ ਗੁਲਾਮ ਫਰੀਦ ਚਾਚਣਾ ਵਾਲੇ ਦੀ, ਤੇ ਖਾਜਾ ਗੁਲਾਮ ਫਰੀਦ ਚਾਚਣਾ ਵਾਲੇ ਦੇ ਅਗਰ ਇਸ਼ਾਰਾ ਤੇ ਫਰੀਦੀਆ ਹੈ ਤੇ ਉਹ ਤੇ ਉਹਨਾਂ ਦੇ ਆਪਣੇ ਮਲਫੂਜ਼ ਨਹੀਂ ਹੈ, ਬਲਕਿ ਉਹਨਾਂ ਦੇ ਮੁਰੀਦਾਂ ਨੇ ਇਕੱਠੇ ਕਰਕੇ ਲਿਖੇ ਨੇ, ਔਰ ਉਹਨਾਂ ਦੇ ਵਿੱਚ ਕਈ ਗਲਤੀਆਂ ਵੀ ਮੌਜੂਦ ਨੇ, ਉਹਨਾਂ ਦੀ ਕੋਈ ਅਥੈਂਟਿਸਿਟੀ ਨਹੀਂ ਹੈ। ਫਿਰ ਉਹਨਾਂ ਦੇ ਮੁਰੀਦ ਐਸੇ ਵੀ ਸਨ ਜਿਹੜੇ ਮਿਰਜ਼ਾ ਕਾਦੀਆਨੀ ਦੇ ਛੁਪੇ ਹੋਏ ਮਿਰਜ਼ਾਈ ਸਨ, ਔਰ ਉਹਨਾਂ ਮਿਰਜ਼ਾ ਕਾਦੀਆਨੀ ਨੂੰ ਕੋਈ ਖਦਸ਼ਤ ਵੀ ਲਿਖੇ, ਖਾਜਾ ਸਾਹਿਬ ਦੀ ਇਜਾਜ਼ਤ ਜੁਜ਼ਤ ਲੈ ਕੇ ਤੇ ਪੁੱਛਿਆ ਔਰ ਤੇ ਲਿਖਿਆ ਔਰ ਵਾਧਾ ਘਾਟਾ ਕਰਕੇ। ਲੇਕਿਨ ਜਦੋਂ ਸ਼ੇਖ ਬਟਾਲਵੀ ਗਏ ਤੇ ਖਾਜਾ ਗੁਲਾਮ ਫਰੀਦ ਉਹਨਾਂ ਨੂੰ ਮਿਰਜ਼ਾ ਕਾਦੀਆਨੀ ਦੀ ਹਕੀਕਤ ਦਾ ਪਤਾ ਚੱਲ ਗਿਆ, ਤੇ ਉਸ ਤੋਂ ਬਾਅਦ ਫਿਰ ਉਧਰੋਂ ਕੋਈ ਇਹਨਾਂ ਨੂੰ ਸਪੋਰਟ ਨਹੀਂ ਮਿਲੀ। ਲੇਕਿਨ ਅਗਰ ਉਹਨਾਂ ਦੇ ਕਿਸੇ ਛੁਪੇ ਹੋਏ ਮੁਰੀਦ ਨੇ ਜਿਹੜਾ ਅੰਦਰ ਖਾਤੇ ਮਰਜ਼ਾਈ ਸੀ, ਉਹਨੇ ਕੋਈ ਇਹੋ ਜਿਹੀ ਗੱਲ ਜ਼ਿਲ ਬਰੂਜ਼ ਦੀ ਲਿਖ ਦਿੱਤੀ ਹੋਵੇ ਇਸ਼ਾਰਾ ਤੇ ਫਰੀਦੀਆ ਵਿੱਚ, ਉਹਦੀ ਕੀ ਅਥੈਂਟਿਸਿਟੀ, ਉਹਦੀ ਕੀ ਅਹਿਮੀਅਤ? ਕੋਈ ਅਹਿਮੀਅਤ ਨਹੀਂ, ਕੋਈ ਇੱਜ਼ਤ ਨਹੀਂ। ਉਹ ਔਥਰ ਜਿਹੜਾ ਨਾ ਉਹ ਤੇ ਉਹ ਔਥਰ। ਦੂਜੀ ਗੱਲ ਇਹ ਵੇ ਜ਼ਿਲ ਔਰ ਬਰੂਜ਼ ਦੀ ਗੁਫ਼ਤਗੂ ਹੈ ਸ਼ੂਟ ਕਰਦੀ, ਔਰ ਉਸ ਵੇਲੇ ਇਹਦੇ ਬਾਰੇ ਜ਼ਿਆਦਾ ਖਾਸ਼ ਪੇ ਕਰਦੇ ਨੇ ਕਿ ਭਈ ਇਹਦੇ ਵਿੱਚ ਅਗਰ ਅਸੀਂ ਨਾ ਵੀ ਆਪਣਾ ਮੁੱਦਾ ਸਾਬਤ ਕਰ ਸਕਾਂਗੇ, ਚਲੋ 10%, 5%, 2% ਵੀ ਅਗਰ ਸਾਨੂੰ ਜਗ੍ਹਾ ਮਿਲ ਗਈ ਨਾ, 2% ਵੀ ਸਪੇਸ ਮਿਲ ਗਈ ਤੇ ਕਮ ਅਜ਼ ਕਮ ਅਸੀਂ ਇਹਨਾਂ ਦੇ ਕਹਿਣ ਜੋਗੇ ਹੋਵਾਂਗੇ ਕਿ ਮਿਰਜ਼ਾ ਕਾਦੀਆਨੀ ਨੇ ਜਿਹੜਾ ਦਾਅਵਾ ਕੀਤਾ ਹੈ ਜ਼ਿਲ ਔਰ ਬਰੂਜ਼ ਹੋਣ ਦਾ, ਉਹਦੀ ਕੋਈ ਨਾ ਕੋਈ ਕਿਰੇ ਨਾ ਕਿਰੇ ਗੁੰਜਾਇਸ਼ ਹੈ ਸੀ, ਜਾਂ ਕਿਰੇ ਲੋਕ ਵੀ ਪਹਿਲੇ ਇਸ ਲਫ਼ਜ਼ ਨੂੰ ਇਸਤੇਮਾਲ ਕਰਦੇ ਸੀ, ਤੇ ਭਾਵੇਂ ਉਂਝ ਨਹੀਂ ਕੀਤਾ, ਥੋੜਾ ਜਿਹਾ ਕਮੀ ਬੇਸ਼ੀ ਨਾਲ ਹੋਇਆ, ਲੇਕਿਨ ਕਿਰੇ ਨਾ ਕਿਰੇ ਗੁੰਜਾਇਸ਼ ਨਿਕਲੇ। ਜਦਕਿ ਸਾਡੇ ਮੁਸਲਮਾਨਾਂ ਦੇ ਨਜ਼ਦੀਕ ਇਹ ਨਾ ਕੋਈ ਇਸਤਲਾਹ ਇਸਲਾਮੀ ਹੈ, ਨਾ ਇਹਦਾ ਕੋਈ ਇਸਲਾਮ ਨਾਲ ਲੈਣ ਦੇਣ। ਇਹ ਇੰਝ ਹੀ ਹੈ ਜਿਸ ਤਰ੍ਹਾਂ ਉਹ ਬਾਰ-ਬਾਰ ਸਵਾਲ ਪੇ ਪੁੱਛਦੇ ਨੇ, ਬਤਾਓ ਜ਼ਿਲ और बरूज इस्लामी है कि नहीं। जिस तरह कोई बंदा पूछे कवाली के बारे में बताओ, कवाली इस्लामी है कि नहीं,
ਕਵਾਲੀ ਦਾ ਇਸਲਾਮ 'ਚ ਕਿਹੜੇ ਜ਼ਿਕਰ ਹੈ? ਕੁਰਾਨ ਵਿੱਚ, ਹਦੀਸ 'ਚ ਕਿਹੜੇ ਕੁਰਾਨ ਬਿਲਕੁਲ ਕਵਾਲੀ ਆਉਂਦੀ ਹੈ? ਬਿਲਕੁਲ ਨਹੀਂ, ਬਿਲਕੁਲ ਨਹੀਂ। ਸਿਰਫ ਇੱਕ ਇਸਤਲਾਹ ਇਜਾਦ ਹੋ ਗਈ ਹੈ ਵਕਤ ਦੇ ਨਾਲ, ਲੋਕਾਂ ਨੇ ਉੱਥੇ ਇਹਨੂੰ ਇਸਤੇਮਾਲ ਕੀਤਾ ਇਸ ਤਰੀਕੇ ਨੂੰ, ਕਿਉਂਕਿ ਹਿੰਦੂਆਂ ਦਾ ਜਿਹੜਾ ਮਜ਼ਹਬ ਸੀ ਉਹਦੇ 'ਚ ਮੌਸੀਕੀ ਰਾਇਜ ਸੀ, ਤੇ ਹਿੰਦੂਆਂ ਦੀ ਤਰਫੋਂ ਜਿਹੜੇ ਬੰਦੇ ਮੁਸਲਮਾਨ ਉਹ ਆ ਰਹੇ ਸਨ, ਹੋ ਕੇ ਇਸਲਾਮ ਦੀ ਤਰਫ ਆ ਰਹੇ ਸਨ, ਉਹਨਾਂ ਨੂੰ ਕਾਇਲ ਕਰਨ ਵਾਸਤੇ ਇੱਕ ਤਰੀਕਾ ਇਖਤਿਆਰ ਕੀਤਾ ਗਿਆ ਕਿ ਉਹਨਾਂ ਨੂੰ ਮੌਸੀਕੀ ਦੇ ਨਾਲ, ਰਾਗ ਦੇ ਨਾਲ, ਸਾਜ਼ ਦੇ ਨਾਲ ਇਸਲਾਮਿਕ ਮੈਸੇਜ ਦਿੱਤਾ ਗਿਆ। ਲੇਕਿਨ ਤੁਸੀਂ ਇਹ ਆਖੋ ਕਿ ਇਹ ਇਸਲਾਮ ਦਾ ਹਿੱਸਾ ਹੈ ਜਾਂ ਇਸਲਾਮੀ ਹੈ ਜਾਂ ਇਸਲਾਮ ਦੇ ਵਿੱਚ ਹੁਜਤ ਹੈ ਜਾਂ ਇਸਲਾਮ ਦੀ ਬੁਨਿਆਦ ਹੈ ਜਾਂ ਇਹਦੇ ਉੱਤੇ ਕੋਈ ਬੁਨਿਆਦ ਰੱਖੀ ਜਾ ਸਕਦੀ ਇਸਲਾਮੀ ਸ਼ਰੀਅਤ? ਨਾ, ਕਾਤਾਨ ਨਹੀਂ। लेकिन उस्ताद जी ਜਿਹੜੀ ਕੀ ਕਹੀਦਾ ਹੈ ਹਮਦ ਔਰ ਨਾਤ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਹਬਾ ਕਿੰਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਹਮਣੇ ਵੀ ਨਾਤ ਪੜ੍ਹਦੇ ਸਨ ਨਾ, ਲੇਕਿਨ ਇਹ ਨਹੀਂ ਪਤਾ ਉਹਦੇ ਨਾਲ ਕੋਈ ਮਿਊਜ਼ਿਕ ਵਗੈਰਾ ਹੈ ਸੀ ਜਾਂ ਨਹੀਂ, ਲੇਕਿਨ ਨਾਤ ਤੇ ਹਮ ਜਿਹੜੀ ਉਹ ਤੇ ਸਾਬਿਤ ਹੈ ਨਾ। ਨਹੀਂ, ਉਹਦਾ ਤੇ ਮੈਂ ਨਹੀਂ ਪਿਆ ਕਹਿੰਦਾ, ਮੈਂ ਤਾਂ ਕਵਾਲੀ ਦੀ ਗੱਲ ਕਰ ਰਿਹਾ ਕਿ ਕਵਾਲੀ ਜਿਹੜੀ ਹਿੰਦੁਸਤਾਨ ਦੀ ਇਜਾਦ ਹੈ। ਜ਼ੇਨ ਦੇ ਅੰਦਰ ਹੀ ਸਵਾਲ ਆ ਗਿਆ ਕਿ ਨਾਤ ਜਿਹੜੀ ਹੈ ਉਹ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਹਬਾ ਵੀ ਪੜ੍ਹਦੇ ਬਿਲकुल हजरत हसन बिन साबित ने नबी पाक दी नात नबी पाक के सामने बैठ के मिंबर ते, बल्कि आपने उन्होंने बिठाया, नबी अलैहि सलाम ने उन्होंने मिंबर ते अपने ते बिठा के ते उन्होंने को नात सुनी, ये कोई दो राय नहीं है। लेकिन मैं कवाली दी गल कर रहा इसे तरह जिस तरह कवाली दा तुसी ये नहीं कह सकते कि भाई ये एक इस्लामी अकीदा है। हाँ, इस्लाम दे विच एक तरीका लोगों ने इस्तेमाल किया, लेकिन इनू अकीदा ते बुनियाद नू कहंदे ने ना, ये अकीदा नहीं हो सकता। कवाली एक इस्लामी अकीदे विच शामिल नहीं हो सकता। ऐसे तरह जिल और बरूज नू सिर्फ इस्तेमाल अगर किसी सूफी ने किया भी है, उन्होंने असीं अकीदा ते नहीं कह सकते, ਉਹਦਾ ਅਕੀਦਾ ਤੇ ਨਹੀਂ ਬਣਾਇਆ ਜਾ ਸਕਦਾ, ਉਹਦਾ ਅਕੀਦਾ ਤੇ ਨਹੀਂ ਘੜਿਆ ਜਾ ਸਕਦਾ। ਬਸ ਉਹ ਇੱਕ ਲਫ਼ਜ਼, ਇੱਕ ਇਸਤਲਾਹ ਹੈ ਜਿਹੜੀ ਇਸਤੇਮਾਲ, ਦੈਟਸ ਇਟ। ਅੱਛਾ ਆਮਰ ਭਾਈ, ਮੁਤਾਲਬਾ ਵੀ ਆਈ ਹੈ ਕਿ ਇਹ ਤੁਸੀਂ ਮੁਤਾਲਬਾ ਪੂਰਾ ਕਰਨਾ ਬੁਨਿਆਦ ਤੋਂ, ਕੁਰਾਨ ਔਰ ਹਦੀਸ ਤੋਂ। ਇਹ ਭੱਜ ਕੇ ਜਾਂਦੇ ਜੀ ਫਲਾਣੇ ਸੂਫੀ ਨੇ ਕਰ ਲਈ, ਫਲਾਣੇ ਸੂਫੀ ਨੇ ਕਰ ਲਈ, ਫਲਾਣੇ ਸੂਫੀ ਨੇ ਕਰ ਲਈ। ਇਹ ਕਿੰਨਾ ਕੁ ਮੁਸ਼ਕਿਲ ਮੁਤਾਲਬਾ ਹੈ, ਲੇਕਿਨ ਜਵਾਬ ਖਾਲੀ ਸੂਫੀਆਂ ਦੀ ਕੁਤਬ ਦੇ ਨਾਲ ਦੇਣਾ ਇਹ ਸ਼ਾਇਦ ਹੀ ਦਲਾਲਤ ਕਰਦਾ ਹੈ ਕਿ ਕੁਰਾਨ ਔਰ ਹਦੀਸ ਤੋਂ ਜਵਾਬ ਹੈ ਨਹੀਂ। ਇਸ ਲਈ ਜਿਹੜਾ ਉਹ ਕੀ ਕਹੀਦਾ ਹੈ, ਕੋਲੂ ਦੇ ਬਹਿਦਾਰ ਅੱਖਾਂ ਤੇ ਕੋਪੇ ਪਾ ਕੇ 21 ਸਰਕਲ ਦੇ ਅੰਦਰ ਘੁੰਮਦੇ ਜਾ ਰਹੇ ਨੇ ਤੇ ਉਹ ਤੋਂ ਬਾਹਰ ਨਹੀਂ ਆ ਰਹੇ। ਅੱਛਾ ਆਮਰ ਭਾਈ, ਇੱਕ ਛੋਟਾ ਜਿਹਾ ਸਵਾਲ ਹੈ, ਮਤਲਬ ਤੁਸੀਂ ਅਗਰ ਦਾਵਤ ਦੇਣੀ ਹੈ ਤਬਲੀਗ ਦੀ ਜਾਂ ਕਿਸੇ ਤਰੀਕੇ ਨਾਲ ਤੁਸੀਂ ਆਪਣਾ ਮੈਸੇਜ ਪਹੁੰਚਾਉਣਾ ਹੈ, ਉਸ ਦਾ ਕੋਈ ਵੀ ਤਰੀਕਾ ਤੁਸੀਂ ਅਪਣਾ ਸਕਦੇ ਹੋ। ਮਤਲਬ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਕਿ ਜਿਵੇਂ ਮਤਲਬ ਕਵਾਲੀ ਦੇ ਜ਼ਰੀਏ ਚੀਜ਼ਾਂ ਨੂੰ ਡਿਫਾਈਨ ਕੀਤਾ ਗਿਆ ਔਰ ਦੱਸਿਆ ਗਿਆ ਲੋਕਾਂ ਨੂੰ, ਕਿਆ ਤਰੀਕਾ ਜਾਇਜ਼ ਹੈ? ਤਰੀਕਾ ਕੋਈ ਵੀ ਇਖਤਿਆਰ ਕੀਤਾ ਜਾ ਸਕਦਾ, ਉਹਦੇ ਵਿੱਚ ਕੁਫਰ, ਸ਼ਿਰਕ, ਬਿਦਅਤ ਨਹੀਂ ਹੋਣੀ ਚਾਹੀਦੀ। ਇਸਲਾਮ ਔਰ ਇਸਲਾਮੀ ਅਕਾਇਦ ਨਾਲ ਮੁਤਸਾਦਮ ਕੋਈ ਚੀਜ਼ ਨਹੀਂ ਹੋਣੀ ਚਾਹੀਦੀ, ਤੇ ਤੁਸੀਂ ਕੋਈ ਵੀ ਤਰੀਕਾ ਇਖਤਿਆਰ ਕਰ ਸਕਦੇ ਹੋ। ਹੁਣ ਅਗਰ ਬੰਦਾ ਇਹ ਤਰੀਕਾ ਇਖਤਿਆਰ ਕਰ ਲਵੇ ਤੇ ਆਖੇ ਬਈ ਕਿਉਂਕਿ ਕ੍ਰਿਸਚਨ ਖੁਦਾ ਦਾ ਬੇਟਾ ਮੰਨਣ ਦੇ ਆਦੀ ਨੇ, ਤੇ ਉਹਨਾਂ ਨੂੰ ਬੰਦਾ ਇਹ ਤਰੀਕਾ ਮਨਵਾਉਣ ਦੀ ਕੋਸ਼ਿਸ਼ ਕਰੇ ਬਈ ਜਿਸ ਤਰ੍ਹਾਂ ਤੁਸੀਂ ਖੁਦਾ ਦਾ ਬੇਟਾ ਮੰਨਦੇ ਰਹੇ ਹੋ ਈਸਾ ਅਲੈਹਿ ਸਲਾਮ ਨੂੰ, ਇੱਥੇ ਨਬੀ ਪਾਕ ਨੂੰ ਵੀ ਤੁਸੀਂ ਆ ਕੇ ਖੁਦਾ ਦਾ ਬੇਟਾ ਹੀ ਮੰਨਣਾ ਤੇ ਆ ਜਾਓ ਇਸਲਾਮ 'ਚ। ਇਹ ਤੁਸੀਂ ਇਮਾਰਤ ਹੀ ਗਿਰਾ ਦਿੱਤੀ ਇਸਲਾਮ ਦੀ। ਇਹ ਦਾਵਤ और ਤਬਲੀਗ ਨਹੀਂ ਹੋ ਰਹੀ, ਬਲਕਿ ਤੁਸੀਂ ਇਸਲਾਮੀ ਬੁਨਿਆਦਾਂ ਦੇ ਖਿਲਾਫ ਉਹਦੇ ਮੁਤਸਾਦਮ ਇੱਕ ਗੱਲ ਕਰਦੇ। ਐਸੀ ਚੀਜ਼ ਨਹੀਂ ਕਰਨੀ ਚਾਹੀਦੀ, ਵਰਨਾ ਮੌਸੀਕੀ ਜਿਹੜੀ ਉਹਦੇ ਨਾਲ ਅਗਰ ਤੁਸੀਂ ਕੋਈ ਤਰਜ਼ ਲਾ ਕੇ, ਰਾਗ ਲਾ ਕੇ ਕੋਈ ਚੀਜ਼ ਬਿਆਨ ਕਰ ਦਿੰਦੇ ਹੋ ਇਸਲਾਮੀ, ਉਹ ਕੋਈ ਨਾ ਸ਼ਿਰਕ ਹੈ, ਨਾ ਕੁਫਰ ਹੈ, ਨਾ ਬਿਦਅਤ ਹੈ। ਇੱਕ ਤਰੀਕਾ ਹੈ, ਉਹਨੂੰ ਇਖਤਿਆਰ ਕੀਤਾ ਜਾ ਸਕਦਾ, ਉਹਦੀ ਕੋਈ ਬੁਰਾਈ ਨਹੀਂ। ਅੱਛਾ, ਇਹ ਨਾ ਮੈਂ ਤੁਹਾਨੂੰ ਅਗਲੇ ਦਿਨ ਇੱਕ ਵੀਡੀਓ ਖਲਾਈ ਸੀ WhatsApp ਦੇ ਉੱਤੇ, ਤੇ ਉਹ ਬੰਦਾ ਇੱਕ ਨੌ ਮੁਸਲਿਮ ਸੀ ਔਰ ਕਾਫੀ ਇਨਫੋਰਮੇਟਿਵ ਗੱਲਾਂ ਕਰ ਰਿਹਾ ਸੀ। ਉਹਦੇ ਵਿੱਚ ਉਹਨੇ ਨਾ ਇੱਕ ਹਿੱਸਾ ਬਿਆਨ ਕੀਤਾ ਹੈ ਉਸ ਵੀਡੀਓ ਦੇ ਵਿੱਚ, ਮੈਂ ਤੁਹਾਨੂੰ ਆਖਿਆ ਵੀ ਸੀ, ਉਹ ਲਿਖ ਕੇ ਵੀ ਕੱਲਿਆ ਸੀ ਕਿ ਜ਼ਰਾ ਸੁਣਨਾ, ਕਿ ਜਿਹਦੇ 'ਚ ਆਦਾ ਕਿ ਮੇਰੀ ਇੱਕ ਸਪੈਨਿਸ਼ ਦੋਸਤ ਸੀ, ਤੇ ਉਹ ਜਦੋਂ ਮੁਸਲਮਾਨ ਹੋਈ ਔਰ ਜਾ ਕੇ ਨਮਾਜ਼ ਵਗੈਰਾ ਅਦਾ ਕਰਨ ਲੱਗ ਪਈ, ਤੇ ਬਕਾਇਦਾ ਤੌਰ 'ਤੇ ਮਸਜਿਦ ਜਾਵੇ ਕਰੇ ਔਰ ਚੀਜ਼ਾਂ ਨੂੰ ਪੜ੍ਹੇ ਕਰੇ, ਤੇ ਲੇਕਿਨ ਉੱਥੇ ਜਿਹੜੇ ਮੌਲਵੀਆਨ ਜਿਹੜੇ ਜੋ ਵੀ ਹਜ਼ਰਾਤ ਹੈ ਸਨ, ਉਸ ਦੇ
ਯਾਨੀ ਉਸ ਮਸਜਿਦ ਦੇ ਜਿਹੜੇ ਵੀ ਖਿਦਮਤ ਗੁਜ਼ਾਰ ਆਏ ਸਨ ਉਹਨਾਂ ਨੇ ਆਖਿਆ ਕਿ ਤੁਹਾਨੂੰ ਹੁਣ ਖੁੱਲ੍ਹਾ ਲੈਣੀ ਪਏਗੀ ਆਪਣੇ ਹਸਬੈਂਡ ਕੋਲੋਂ, ਕਿਉਂਕਿ ਉਹ ਮੁਸਲਮਾਨ ਨਹੀਂ ਹੈ। ਇਸ ਤਰੀਕੇ ਨੂੰ ਥੋੜ੍ਹਾ ਕਰੋ ਨਾ, ਮਤਲਬ ਉਹਨੇ ਫਿਰ ਇਸ ਦੇ ਉੱਤੇ ਕਿਹਾ ਕਿ ਨਹੀਂ ਤੂੰ ਜਿਹੜੀ ਚੀਜ਼ 'ਤੇ ਫੋਕਸ ਹੈ ਨਾ ਤੇਰਾ, ਤੂੰ ਉਹਦੇ ਉੱਤੇ ਫੋਕਸ ਰੱਖ। ਔਰ ਬਕਾਇਦਾ ਉਹਨੇ ਮਿਸਾਲ ਦਿੱਤੀ ਕਿ ਮੇਰੇ ਅਮਲ ਦੀ ਵਜ੍ਹਾ ਤੋਂ ਮੇਰੀ ਮਾਂ ਮੁਸਲਮਾਨ ਹੋਈ। ਮੈਂ ਉਹਨਾਂ ਨੂੰ ਨਾ ਕੋਈ ਤਬਲੀਗ ਕੀਤੀ, ਨਾ ਕੋਈ ਮੈਂ ਉਹਨਾਂ ਨੂੰ ਆਖਿਆ ਕਿ ਤੁਸੀਂ ਮੁਸਲਮਾਨ ਹੋ, ਨਾ ਮੈਂ ਉਹਨਾਂ ਦੇ ਉੱਤੇ ਕੋਈ ਬਰਡਨ ਪਾਇਆ। ਇਹ ਜਿਹੜਾ ਮਸਲਾ ਹੈ ਨਾ, ਇਹ ਖਾਲਿਸਤਨ ਫਿਕੀ ਮਸਲਾ ਹੈ और एक इज्तिहादी मैटर है। ਜਿਹੜੇ ਇਹ ਮੁਸਲਿਮ ਖਤੂਨ ਹੈ ਉਹਦਾ ਗੈਰ ਮੁਸਲਿਮ ਨਾਲ ਨਿਕਾਹ ਤੇ ਨਹੀਂ ਹੋ ਸਕਦਾ, ਇਹ ਤੇ ਗੱਲ ਠੀਕ ਹੈ। ਲੇਕਿਨ ਅਗਰ ਆਲਰੇਡੀ ਨਿਕਾਹ ਹੋਏ ਹੈ ਤੇ क्या वो निकाह बरकरार रहेगा या टूट जाएगा? उलमा को पूछोगे तो ला महला हर बंदा जिहड़ा है वो अपने इजतिहाद नाल बयान करेगा। और मैं आपको भी ज़ाती तौर पर यही समझना उस खतून नूं चाहिदा है कि वो इस्लामी अकायद नूं समझे कि इस्लाम इसदी इजाज़त नहीं देता कि वो मुसलमान होने तो बाद भी एक गैर मुस्लिम के निकाह विच रवे। उन्होंने कोशिश करनी चाहिए एक टाइम तक उन्होंने कायल करे अपने शोहर नूं। अगर वो ना कायल होवे, समझे कि भाई हुण इज्जत तमाम हो गई है, मैं उन्होंने पूरा दस दिता, उसके बावजूद कोई अगे गल मनण वाली गल नज़र नहीं आती, उम्मीद नहीं है, तो फिर वो कोलों तलाक लै लैनी चाहिए। मेरा भी रुझान इस पासे। लेकिन ये बारे बाकायदा कोई नस्से कतई पेश कुरान दे विचों नहीं की जा सकती, तो ना ही कोई हदीस दे विचों नबी पाक दे सहाबा दे अमल चो सुन्नत चो कोई ऐसी गल पेश कर सकते हो। कम अज कम मेरे इलम च ऐसी कोई नहीं है कि किसी औरत ने इस्लाम कबूल कर लिया तो शोहर उहदा नॉन मुस्लिम सी ते फिर उन्हें उहदे कोलों खुला लिया। बाकायदा इहदे बारे एग्जैक्ट ऐसे तरह की आइडेंटिकल सिचुएशन पेश करना मेरे इलम च नहीं है कोई कि मैं पेश करा। अगर कोई बंदा पेश कर देना फिर तो साडी बुनियाद बन मेहानी दा जनाब मेहानी ਜਿਹੜੇ ਨੇ ਆਪ ਦੀ ਚਾਚਾਜ਼ਾਦ ਬਹਿਨ ਵੀ ਸਨ, ਜਨਾਬ ਅਬੂ ਤਾਲਬ ਦੀ ਬੇਟੀ ਸਨ। ਬਕਾਇਦਾ ਤੌਰ ਤੇ ਉਹਨਾਂ ਦਾ ਵੀ ਇੱਕ ਮਿਸਾਲ ਮੌਜੂਦ ਹੈ ਕਿ ਉਹ ਉਹਨਾਂ ਦੇ ਜਿਹੜੇ ਸ਼ੋਹਰ ਸਨ ਉਹਨਾਂ ਨੇ ਕੋਈ ਨਹੀਂ ਸੀ ਇਸਲਾਮ ਕਬੂਲ ਕੀਤਾ ਔਰ ਉਹਨਾਂ ਦੀ ਅਲੈਹਦਗੀ ਸੀ ਫਤਹ ਮੱਕਾ ਦੇ ਮੌਕੇ ਤੇ ਜਦੋਂ ਫਿਰ ਆਪ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਇਹ ਵਾਕਿਆ ਤੁਸੀਂ ਪੜ੍ਹੋਗੇ ਉਹਦੇ ਉੱਤੇ ਵਿੱਚ ਇਸ ਚੀਜ਼ ਦੀ ਤਫਸੀਲ ਤੇ ਮੌਜੂਦ ਹੈ ਜਿਹੜੀ ਤੁਸੀਂ ਗੱਲ ਕਰ ਰਹੇ। अगर इस तरह का कोई वाक़या दुरुस्त सनद नाल मौजूद है तो फिर तो गल बुनियाद बन सकती है। लेकिन अगर यहो जिहा कोई वाक़या ना हो जिस तरह मैं कहा तो फिर सिर्फ इजतिहाद ही रह जाता कि इजतिहादी तौर पर कितना टाइम अपने शोहर नाल गुजार सकती है, कितना टाइम उन्होंने समझा सकती है कि वो इस्लाम वाला आ जाए। लेकिन अगर वो नहीं आंदा तो ला महला एक मुस्लिम औरत का गैर मुस्लिम नाल निकाह नहीं रह सकता। गल ठीक है। तोड़ना भी मुश्किल होंदा है ना, बच्चे होण फैमिलियां होण, रिश्ता तोड़ना फैमिली तोड़ना वो भी आसान नहीं ना होंदा। ਇੱਥੇ ਅਮਰ ਭਾਈ ਮਿਸਾਲ ਲਈ ਉਹਨਾਂ ਅਕਸਰ ਪਤਾ ਹੈ ਖਵਾਤੀਨ ਕਹਿੰਦੀਆਂ ਨੇ ਅਸੀਂ ਮੁਸਲਮਾਨ ਤੇ ਹੋ ਗਈਆਂ ਵਾ ਪਰ ਇਜ਼ਹਾਰ ਨਹੀਂ ਕਰਦੀਆਂ, ਮਜਬੂਰੀਆਂ ਨੇ ਨੇ ਬਸ ਆ ਕੇ ਦੱਸੇ ਇੱਥੇ ਬਰਾੜ ਦੇ ਅਕਸਰ ਤੁਹਾਨੂੰ ਪਤਾ ਹੀ ਹੈ, ਮੈਂ ਨਾਂ ਤੇ ਨਹੀਂ ਲੈਣਾ ਚਾਹੁੰਦਾ। ਉਹਨਾਂ ਨੇ ਇੱਥੇ ਇਜ਼ਹਾਰ ਕੀਤੇ ਐ ਸਭ ਪਤਾ ਸਾਨੂੰ ਸਾਰਿਆਂ ਪਰ ਮਜਬੂਰੀਆਂ ਨੇ ਬੱਚੀ ਹੋ ਗਈ ਜਦ ਕੀ ਕੀਤਾ ਜਾਏ। जी जी हैं लोग मेरे भी इलम च आने ऐसे बंदे कि वो मजबूर होए पे ने अपनी फैमिलियां की वजह तो। मैं तो उन्होंने ज़ाती तौर पर यही कहा कि तुसी अपने किसी होर वड्डे आलम नूं पुछ लो, मैं एडा आलम उलम कोई नहीं, मैं तो तालब इलम हाँ। पर मैं इस मामले च सख्ती नहीं करता। मैं कहना कि कोशिश करो तुसी थोड़ा जिहा टाइम गेन करो, लेकिन इन द एंड ये गैर मुस्लिम ने तो इन्हां नाल तुहाडा रह नहीं सकदा निकाह। ये तोड़ना पवेगा इस्लाम की खातर, आखरत की खातर, नजात की खातर इस रस्ते नूं तर्क करना पवेगा। जे तुसी मिर्ज़ा कादियानी नूं झूठा वेख लिया तो सारा सफ़र अपना तर्क कर दिता है
ਤੇ ਸ਼ੋਹਰ ਨਾਲ ਵੀ ਅਗਰ ਉਹ ਮੰਨ ਜੇ ਠੀਕ ਹੈ, ਨਹੀਂ ਮੰਨਦਾ ਤੇ ਉਹਦੇ ਨਾਲ ਲੈਦਗੀ ਕਰਨੀ ਪਵੇ ਤੇ ਕਰਨੀ ਪੈਂਦੀ ਹੈ, ਕਿਉਂਕਿ ਇਹ ਜ਼ਿੰਦਗੀ ਜਿਹੜੀ ਹੈ ਤੇ ਆਰਜ਼ੀ ਹੈ, ਚੰਦ ਦਿਨ ਦੀ ਜ਼ਿੰਦਗੀ ਹੈ। ਇੱਥੇ ਬੰਦਾ ਆਪਣੇ ਜਿਸਮਾਨੀ ਲਜ਼ਤ ਵਾਸਤੇ ਜਾਂ ਆਪਣੇ ਘਰੇਲੂ ਮਾਮਲਾਤ ਵਾਸਤੇ ਆਪਣੇ ਆਪ ਨੂੰ ਗਿਰਾ ਲਵੇ ਤੇ ਕੱਲ ਨੂੰ ਰੱਬ ਦੇ ਸਾਹਮਣੇ ਕੀ ਜਵਾਬ ਦੇਗਾ ਕਿ ਝੂਠੇ ਮਦਈਏ ਨਬੂਵਤ ਦੇ ਪੈਰੋਕਾਰ ਨਾਲ ਮੈਂ ਸਾਰੀ ਜ਼ਿੰਦਗੀ ਨਿਕਾਹ ਰੱਖਿਆ ਤੇ ਸੌਂਦੀ ਰਹੀ। ਕਜ਼ਾਬ ਦਜਾਲ ਆਦਮੀ, ਉਹਨੇ ਝੂਠਾ ਨਬੂਵਤ ਦਾ ਦਾਅਵਾ ਕੀਤਾ ਔਰ ਪੂਰੀ ਉਮਤ ਇਹਦੇ ਤੇ ਮੁਤਫਿਕ ਹੈ ਕਿ ਇਹਨਾਂ ਦਾ ਕੋਈ ਇਸਲਾਮ ਨਾਲ ਲੈਣ ਦੇਣ ਨਹੀਂ। ਤੇ ਉਹਦਾ ਇੱਕ ਪੈਰੋਕਾਰ ਹੈ, ਉਹ ਐਡੇ ਉਹ ਮੁਤਸ਼ੱਦਦ ਨੇ, ਇਹ ਵੀ ਨਹੀਂ ਕਿ ਬਈ ਉਹ ਸਿਰਫ ਬੇਦੀਨ ਜਿਹਾ ਬੰਦਾ ਹੈ ਤੇ ਉਹਨੂੰ ਪਤਾ ਨਹੀਂ ਗੱਲ ਦਾ। ਉਹ ਤੇ ਬੜੇ ਮੁਤਸ਼ੱਦਦ ਨੇ। ਮਜ਼ਾਹੀ ਤੇ ਜਿੰਨੇ ਵੀ ਹੈ ਨੇ ਇਸਲਾਮ ਔਰ ਅਹਿਲੇ ਇਸਲਾਮ ਦੇ ਖਿਲਾਫ, ਉਹ ਬੜੀ ਸਖਤੀ ਰੱਖਦੇ ਨੇ ਆਪਣੇ ਮਿਜ਼ਾਜ ਵਿੱਚ ਔਰ ਆਪਣੇ ਰਵੱਈਏ 'ਚ। ਉਹਨਾਂ ਤੋਂ ਪਿੱਛੇ ਹਟ ਜਾਣਾ ਚਾਹੀਦਾ। ਜਿਹੜਾ ਇਸਲਾਮ ਦਾ ਦੁਸ਼ਮਣ ਹੈ, ਨਬੀ ਪਾਕ ਦਾ ਦੁਸ਼ਮਣ ਹੈ, ਉਹਦੇ ਨਾਲ ਤੁਸੀਂ ਨਿਕਾਹ ਰੱਖਣਾ। ਲੌਜਿਕ ਕੋਈ ਸੈਂਸ ਬਣਦੀ ਨਹੀਂ ਹੈ। ਜਿਹੜੀ ਮਰਜ਼ਾਈਆਂ ਦੀ ਭਰਜਾਈ ਹੈ ਨਿਕਾਹ ਤੋਂ ਬਗੈਰ ਜੰਮਦੀ ਰਹੀ ਹੈ। ਵਾਟਰ ਸਾਹਿਬ ਨੇ ਕੀ ਕਹਿੰਦਾ, ਕੋਈ ਅਜੀਬੋ ਗਰੀਬ ਚਾਹੀਦੀ ਹੈ ਡੇਟੀ ਵਾਟਰ ਜੀ। अस्सलाम वालेकुम ਆਮਰ ਭਾਈ, ਮੇਰੇ ਵੀ ਨਾ ਇੱਕ ਦਿਲ 'ਚ ਆ ਰਹੀ ਸੀ, ਮੈਂ ਤੁਹਾਨੂੰ ਗੱਲ ਕਰਨੀ ਚਾਹ ਰਿਹਾ ਸੀ। ਮੌਜੂ ਮੈਂ ਹੁਣੇ ਆਇਆ ਹੀ ਹਾਂ ਥੋੜੀ ਦੇਰ ਪਹਿਲੇ। ਮੇਰੇ ਨਾ ਮਹੱਲੇ 'ਚ ਇੱਕ ਬੜੀ ਅੱਛੀ ਫੈਮਿਲੀ, ਪੜ੍ਹੇ ਲਿਖੇ ਲੋਕ ਨੇ, ਮਤਲਬ ਕਾਫੀ ਮਜ਼ਹਬੀ ਵੀ ਨੇ ਔਰ ਪੜ੍ਹੇ ਲਿਖੇ ਵੀ ਨੇ, ਨੇਕ ਸ਼ਰੀਫ ਆਦਮੀ ਨੇ। ਉਹਨਾਂ ਦੀ ਜਿਹੜੀ ਵਾਲਦਾ ਦੀ ਸਕੀ ਭੈਣ ਸੀ ਨਾ, ਉਹ ਇੰਡੀਆ 'ਚ ਰਹਿ ਗਈ ਜਦੋਂ ਪਾਰਟੀਸ਼ਨ ਬਣਿਆ। ਬਹੁਤ ਸਾਰੇ ਇਹੋ ਜਿਹੇ ਵਾਕਿਆਤ ਨੇ, ਲੇਕਿਨ ਇਹਨਾਂ ਨੂੰ ਮੈਂ ਪਰਸਨਲੀ ਜਾਣਦਾ। ਇਹਨਾਂ ਨੇ ਖੈਰ ਕੋਈ ਵਾਹਵਾ ਅਰਸੇ ਬਾਅਦ, ਕੁਛ ਮਤਲਬ ਕੋਈ ਸਾਲਾਂ ਬਾਅਦ ਸਾਡੇ ਨਾਲ ਇਲਾਕੇ ਦੇ ਕੋਈ ਹੈ ਸਨ, ਮਹੱਲੇਦਾਰ ਸਨ, ਤੇ ਉਹਨਾਂ ਦੀ ਰਿਸ਼ਤੇਦਾਰੀ ਸੀ ਇੰਡੀਆ 'ਚ, ਉਹ ਉੱਥੇ ਜਾਂਦੇ ਸਨ। ਉਹਨਾਂ ਨੇ ਕਿਸੇ ਤਰੀਕੇ ਨਾਲ ਫਾਈਂਡ ਆਊਟ ਕਰ ਲਿੱਤਾ ਉਸ ਖਤੂਨ ਨੂੰ ਨਾ। ਬੁਢਾਪੇ 'ਚ ਹੈਗੀ ਸੀ ਉਹ ਉਸ ਵੇਲੇ, ਏਜ ਥੋੜੀ, ਬੁਢਾਪੇ ਤੋਂ ਮੁਰਾਦ ਮੇ ਵੀ ਉਦੋਂ ਜਵਾਨ ਹੋਏ, ਮੈਂ 50 ਸਾਲ ਪਹਿਲੇ ਦੀ ਗੱਲ ਕਰ ਰਿਹਾ ਵਾਂ। ਤੇ ਉਹਨੇ ਕਿਹਾ ਵੀ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਵਾਪਸ ਆ ਜਾਏ, ਤੇ ਉਹਨੇ ਅੱਗੇ ਉਹਨਾਂ ਨੂੰ ਜਵਾਬ ਦਿੱਤਾ ਕਿ ਵੀ ਮੈਂ ਹੁਣ ਜਿੱਥੇ ਹੈਗੀ ਹਾਂ ਬਸ ਠੀਕ ਹਾਂ, ਮੈਂ ਹੁਣ ਮੇਰੇ 'ਚ ਕੁਛ ਨਹੀਂ ਬਚਿਆ। ਮੇਰੇ ਬੱਚੇ ਨੇ, ਇੱਕ ਸਰਦਾਰ ਦੇ ਘਰ 'ਚ ਹੈਗੀ ਹਾਂ ਮੈਂ, ਤੇ ਮੇਰੇ ਬੱਚੇ ਨੇ ਉਹਦੇ 'ਚੋਂ, ਮੈਂ ਨਮਾਜ਼ ਵਗੈਰਾ ਪੜ੍ਹਦੀ ਹਾਂ, ਮੈਂ ਆਪਣੇ ਮਾਮਲਾਤ ਅੱਲਾ ਨਾਲ ਠੀਕ ਰੱਖੇ ਨੇ, ਤੇ ਮੈਨੂੰ ਭੁੱਲ ਜਾਓ। ਕਿਆ ਉਹਦਾ ਇਹ ਮਤਲਬ ਦਰੁਸਤ ਸੀ? ਬਹੁਤ ਸਾਰੀਆਂ ਇੱਥੇ ਸਰਦਾਰਨੀਆਂ ਵੀ ਪਾਕਿਸਤਾਨ 'ਚ ਰਹਿ ਗਈਆਂ ਸੀ ਜਿਨ੍ਹਾਂ ਨੇ ਬੱਚੇ ਪੈਦਾ ਕੀਤੇ ਤੇ ਫਿਰ ਉਹ ਬਾਅਦ 'ਚ ਉਹ ਲੈ ਗਏ। ਤੇ ਮੈਂ ਇੱਕ ਇੰਟਰਵਿਊ ਪੜ੍ਹਿਆ ਸੀ, ਲਾਹੌਰ ਦਾ ਹੀ ਬੰਦਾ ਸੀ, ਉਹ ਮੁਸਲਮਾਨ ਸੀ, ਉਹਦਾ ਪੁੱਤਰ ਉਸ ਖਤੂਨ ਦਾ, ਔਰ ਫਿਰ ਜਦੋਂ ਇੰਡੀਆ ਚਲੀ ਗਈ ਤੇ ਉਹਦਾ ਉੱਥੇ ਜਿਹੜੇ ਬੱਚੇ ਪੈਦਾ ਉਹ ਸਰਦਾਰ ਸਨ। ਉਹ ਫਿਰ ਉਹ ਬਕਾਇਦਾ ਆਪਸ 'ਚ ਮਿਲਦਾ ਵੀ ਸੀ, ਆਪਣੀ ਮਾਂ ਨੂੰ ਜਾ ਕੇ ਮਿਲਦਾ ਸੀ, ਤੇ ਉਹ ਕਾਫੀ ਏਜ 'ਚ ਹੈਗਾ ਸੀ ਬੰਦਾ ਵੀ, ਮਤਲਬ ਜਦੋਂ ਮਾਂ ਦੀ ਉਹਦੀ ਉਮਰ ਕਾਫੀ ਜ਼ਿਆਦਾ ਸੀ, ਤੇ ਉਹ ਜਾ ਕੇ ਉਹਨੂੰ ਮਿਲਦਾ ਸੀ। ਮਾਂ ਉਹਦੀ ਸਰਦਾਰ ਨਹੀਂ ਸੀ, ਉਹ ਬੱਚਾ ਮੁਸਲਮਾਨ ਸੀ। ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਪਾਰਟੀਸ਼ਨ ਦੇ ਵਕਤ 'ਚ ਵਾਕਿਆਤ ਹੋਏ ਨੇ। ਇਹਦੇ ਬਾਰੇ ਤੁਸੀਂ ਕੀ ਫਰਮਾਓਗੇ? ਜਿਹੜੀ ਗੱਲ ਮਖਸੂਸ ਤੁਸੀਂ ਸੁਣਾਈ ਹੈ ਨਾ, ਇਹ ਤੇ ਅਸਲ ਦੇ ਵਿੱਚ ਰਾਹ ਪਿਆ ਜਾਂ ਵਾਹ ਪਿਆ ਜਾਣੀਏ, ਜਿਹੜੇ ਬੰਦੇ ਉੱਤੇ ਗੁਜ਼ਰਦੀ ਉਹ ਬਿਹਤਰ ਫੈਸਲਾ ਕਰ ਸਕਦਾ। ਲੇਕਿਨ ਅਸੀਂ, ਸਾਨੂੰ ਪੁੱਛੋ ਨਾ ਤੇ ਸਾਡੀ ਤੇ ਇਹ ਰਾਏ ਵੇ ਕਿ ਜਵਾਨੀ ਵਿੱਚ ਤੇ ਸ਼ੋਹਰ ਦੀ ਜ਼ਰੂਰਤ ਹੁੰਦੀ ਹੈ। ਜਦੋਂ ਤੁਸੀਂ ਜਵਾਨੀ ਗੁਜ਼ਾਰ ਚੁੱਕੇ ਹੋ, ਬੁਢਾਪੇ 'ਚ ਪਹੁੰਚ ਚੁੱਕੇ ਹੋ, ਫਿਰ ਤੇ ਤੁਹਾਨੂੰ ਅੱਲਾ ਨਾਲ ਲੋ ਲਾਣੀ ਚਾਹੀਦੀ ਹੈ। ਫਿਰ ਤੇ ਤੁਹਾਨੂੰ ਆਪਣੀ ਆਖਰਤ ਸਾਹਮਣੇ ਰੱਖਣੀ ਚਾਹੀਦੀ ਹੈ। ਫਿਰ ਤੁਹਾਨੂੰ ਜਦ ਕਿ ਉਹਦੀ ਜਿਸਮਾਨੀ ਕੋਈ ਹਾਜਤ ਹੈ ਵੀ ਨਹੀਂ, ਜਾਂ ਸੋਸ਼ਲ ਜਿਹੜੀ ਹੁੰਦੀ ਹੈ ਬਈ ਮੈਂ ਘਰ, ਮੇਰਾ ਨਿਜ਼ਾਮ ਜ਼ਿੰਦਗੀ ਦਾ ਕਿਸ ਤਰ੍ਹਾਂ ਚੱਲੇਗਾ, ਸਮਾਜੀ ਮਸਾਇਲ ਵੀ ਨਾ ਹੋਣ, ਜਿਸਮਾਨੀ ਹਾਜਾਤ ਵੀ ਨਾ ਹੋਣ, ਤੇ ਫਿਰ ਵੀ ਇੱਕ ਬੰਦਾ ਕਵੇ ਕਿ ਮੈਂ ਹੁਣ ਇਸ ਗੈਰ ਮੁਸਲਿਮ ਸ਼ੋਹਰ ਦੇ ਨਾਲ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹਾਂ, ਚੱਲਣ ਦਿਓ। ਇਹ ਮੇਰੇ ਖਿਆਲ 'ਚ ਈਮਾਨ ਦਾ ਬਹੁਤ ਹੀ ਨਿਚਲਾ, ਜਿਹਦੇ ਬਾਰੇ ਉਹਨਾਂ ਨੂੰ ਅੱਲਾ ਤੋਂ ਡਰਨਾ ਚਾਹੀਦਾ ਹੈ ਤੇ ਆਪਣੀ ਫਿਕਰ ਕਰਨੀ ਚਾਹੀਦੀ। ਲੇਕਿਨ ਅਸੀਂ ਕਿਸੇ ਨੂੰ, ਕਿਸੇ ਦੇ ਈਮਾਨ ਦੇ ਉੱਤੇ ਕੋਈ ਹੱਦ ਲਾ ਨਹੀਂ ਸਕਦੇ ਜਦ ਤੱਕ ਉਹ ਕੋਈ
ਫਿਤਨਾ ਨਾ ਬਣ ਰਿਹਾ ਹੋਵੇ ਜਾਂ ਉਹ ਆਜ਼ਮਾਇਸ਼ ਨਾ ਬਣ ਰਿਹਾ ਹੋਵੇ ਮੁਸਲਮਾਨਾਂ ਵਾਸਤੇ। ਉਹਦਾ ਜ਼ਾਤੀ ਜਿਹਾ ਮਸਲਾ ਹੈ, ਇੱਕ ਬੰਦਾ ਹੈ ਜਾਂ ਇੱਕ ਔਰਤ ਹੈ ਤੇ ਉਹਦਾ ਜ਼ਾਤੀ ਮਸਲਾ ਹੈ, ਪਰ ਉਹਨੂੰ ਦੱਸਣਾ ਜ਼ਰੂਰ ਚਾਹੀਦਾ ਹੈ ਕਿ ਹੁਣ ਅਗਰ ਤੈਨੂੰ ਅੱਲਾਹ ਤਾਲਾ ਨੇ ਦੀਗਰ तमाम ਨਿਯਮਤਾਂ ਦਿੱਤੀਆਂ ਨੇ, ਸੋਸ਼ਲ ਸਿਕਿਉਰਿਟੀ ਤੇਰੇ ਕੋਲ ਹੈ, ਜਿਸਮਾਨੀ ਲਜ਼ਤ ਦੀ ਖਾਸ਼ ਤੈਨੂੰ ਨਹੀਂ ਹੈ ਕਿ ਤੈਨੂੰ ਸ਼ੋਹਰ ਦੇ ਕੋਲ ਹਮਬਿਸਤਰੀ ਕਰਨ ਦੀ, ਤੇ ਬੱਚੇ ਵੀ ਪਾਲ ਪੁੜ ਗਏ ਨੇ, ਕਿਸੇ ਪਾਸੇ ਆਪਣੇ ਪਰਾਂ ਨਾਲ ਉੱਡਣ ਲੱਗ ਪਏ ਨੇ ਤੇ ਦੰਦੇ ਲੱਗ ਗਏ ਨੇ। ਹੁਣ ਤੇ ਵਕਤ ਆ ਗਿਆ, ਤੈਨੂੰ ਅੱਲਾਹ ਤਾਲਾ ਨੇ ਮੌਕਾ ਦੇ ਦਿੱਤਾ ਹੈ ਕਿ ਤੂੰ ਪੂਰੇ ਦਾ ਪੂਰਾ ਇਸਲਾਮ 'ਚ ਦਾਖਲ ਹੋ ਜਾ, ਔਰ ਜਿਹੜੀ ਤੇਰੀ ਕੋਈ ਲੱਤ ਜਾਂ ਪੈਰ ਇਸਲਾਮ ਦੇ ਦਾਇਰੇ ਤੋਂ ਬਾਹਰ ਖਿਸਕੇ ਹੈ ਉਹਨੂੰ ਸਹੀ ਕਰ ਲੈ। ਇਹ ਇੱਕ ਤਬਲੀਗ, ਇੱਕ ਦਾਵਤ ਹੈ, ਉਹਨੂੰ ਦਿੱਤੀ ਜਾ ਸਕਦੀ, ਸਮਝਾਇਆ ਜਾ ਸਕਦਾ ਦਲੀਲ ਨਾਲ। ਬਟ ਕਿਸੇ ਦੇ ਉੱਤੇ ਫਤਵਾ ਸਾਜ਼ੀ ਕਰਨਾ ਕਿ ਕਿਉਂਕਿ ਇਹਦਾ ਸ਼ੋਹਰ ਹੋਏ ਤੇ ਸਾਡੀ ਮੰਨਦੇ ਨਹੀਂ ਪਈ ਲਿਹਾਜ਼ਾ ਇਹ ਗੈਰ ਮੁਸਲਮ ਹੈ, ਜਾਂ ਉਹਨੂੰ ਕੋਈ ਮੁਨਾਫਿਕ ਕਹਿਣਾ ਜਾਂ ਉਹਨੂੰ ਬੁਰਾ ਭਲਾ ਕਹਿਣਾ, ਇਹਦੀ ਕੋਈ ਲੌਜਿਕ ਮੇਰੇ ਨਜ਼ਰ 'ਚ ਨਹੀਂ ਆਇਆ। ਅਲਬੱਤਾ ਜ਼ਰੂਰ ਉਹਨੂੰ ਕਹਿਣਾ ਚਾਹੀਦਾ ਹੈ ਕਿ ਭੈਣ ਜੀ, ਮਾਂ ਜੀ, ਜਿਹੜੀ ਤੁਸੀਂ ਗੱਲ ਪੇ ਦੱਸਦੇ ਹੋ ਇਸ ਸੂਰਤ ਹਾਲ 'ਚ ਤੇ ਬਦਰਜਾ ਉੱਲਾ ਤੁਹਾਨੂੰ ਉਸ ਸ਼ੋਹਰ ਤੋਂ ਨਜਾਤ ਹਾਸਲ ਕਰਨੀ ਚਾਹੀਦੀ। ਅਗਰ ਉਹ ਮੰਨ ਜਾਏ ਤਾਂ ਠੀਕ ਹੈ, ਅਗਰ ਉਹ ਨਹੀਂ ਮੰਨਦਾ ਤਾਂ ਫਿਰ ਉਹਦੇ ਤੋਂ ਪਿੱਛੇ ਹਟ ਜਾਣਾ ਚਾਹੀਦਾ ਕਿ ਬਈ ਬੀਬਾ ਕੰਮ ਮੁੱਕ ਗਿਆ, ਹੁਣ ਅਗਾਂ ਦੀ ਤਿਆਰੀ ਹੈ ਤੇ ਠੀਕ ਹੈ, ਜਿਹੜਾ ਵਕਤ ਗੁਜ਼ਰ ਗਿਆ, ਹੁਣ ਅੱਲਾ ਕੋਲੋਂ ਪੂਰੀ ਮਾਫੀ ਮੰਗੀਏ, ਤੋਬਾ ਕਰੀਏ, ਤੇ ਜੇ ਤੂੰ ਇਸਲਾਮ 'ਚ ਨਹੀਂ ਆਉਣਾ ਤਾਂ ਮੈਂ ਤੇਰੇ ਨਾਲ ਨਹੀਂ ਰਹਿਣਾ, ਕਿਉਂਕਿ ਮੇਰਾ ਨਿਕਾਹ ਗੈਰ ਮੁਸਲਮ ਨਾਲ। ਇਹ ਕਨਫਰਮ ਗੱਲ ਹੈ ਕਿ ਇੱਕ ਮੁਸਲਮਾਨ ਔਰਤ ਦਾ ਨਾਨ ਮੁਸਲਮ ਨਾਲ ਨਿਕਾਹ ਨਹੀਂ ਰਹਿ ਸਕਦਾ, ਉਹਨੂੰ ਉਹਦੇ ਤੋਂ ਅਲੱਗਾ ਹੋਣਾ ਹੀ ਚਾਹੀਦਾ। ਤੇ ਜੇ ਅੱਲਾ ਨੇ ਇੰਨਾ ਟਾਈਮ ਵੀ ਗੁਜ਼ਾਰ ਦਿੱਤਾ ਹੈ ਤਾਂ ਹੁਣ ਤਾਂ ਮੌਕਾ ਆ ਗਿਆ ਉਹਨੂੰ ਆਪਣਾ ਕਦਮ ਚੁੱਕਣ ਦਾ, ਉਹਨੂੰ ਉਠਾਉਣਾ ਚਾਹੀਦਾ ਕਦਮ। लो भाई, मैं हूँ थक गया, ज़रा रेस्ट करनी है तो मौसम बड़ा ख़राब है, थोड़ी ड्राइव हो रहे तो फिर इंशाल्लाह थोड़ी देर में फिर गल करने, खाना खुना खाना, ठीक हो गया भुख भी लगी है, हाँ, तो फिर इंशाल्लाह गल